शेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल शो लैके तुहाडी सेवा च हाजिर है। 9:13 हो गए तो 16 जून है वरा 2021 का बुधवार है। दो हाड़ नानकशे समत 553 निघा हार्दिक स्वागत है। ਚੱਲਾਂਗੇ ਪੰਜਾਬ ਦੇ ਝਰੋਖੇ ਚੋਂ। ਉਸ ਤੋਂ ਬਾਅਦ ਅੱਜ ਖਾਸ ਗੱਲਬਾਤ ਕਰਨੀ ਹੈ ਉੱਘੇ ਵਕੀਲ ਬ੍ਰਿਜ ਮੋਹਨ ਉਹਨਾਂ ਨਾਲ ਕਿ ਸਮਾਨ ਬਣਾਉਣ ਵਾਲਿਆਂ ਦੀ ਜ਼ਿੰਮੇਵਾਰੀ ਤੇ ਵਰਤਣ ਵਾਲੇ ਦੀ ਸੁਰੱਖਿਆ। ਅੱਜ ਤੁਹਾਡੇ ਸਾਰੇ ਕੰਟਰੈਕਟਸ ਦੀ ਗੱਲ ਹੋਵੇ, ਜਿਮ 'ਚ ਕੰਟਰੈਕਟ ਕਰ ਲਿਆ ਤੇ ਕੈਨੇਡਾ 'ਚ ਨਿਯਮ ਕੀ ਨੇ, ਸਟੋਰਾਂ ਦੀ ਚੀਜ਼ ਮੁੜਦੀ ਕਿਵੇਂ ਆ, ਮਸ਼ੀਨਰੀ ਕਿਵੇਂ ਮੁੜਦੀ ਹੈ, ਪੰਜਾਬੀ ਸਟਾਈਲ ਨਹੀਂ ਅਸਲ ਮਸ਼ੀਨਰੀ। ਇਹ ਨਹੀਂ ਵੀ ਚੀਜ਼ ਵਰਤ ਕੇ ਬੜੀ ਤੇਜ਼ੀ ਆ, ਬਸ ਟੂਲ ਲਿਆਈਦਾ, ਵਰਤ ਕੇ ਸਾਫ਼ ਕਰਕੇ ਮੋੜ ਆਈਦਾ। ਇਹ ਵੇਚਣ ਵਾਲਿਆਂ ਨੂੰ ਵੀ ਪਤਾ ਹੁੰਦਾ ਇਹੋ ਜਿਹਾ ਹੋਊ, ਪਰ ਇਹਨਾਂ ਦੇਸ਼ਾਂ 'ਚ ਇਹੋ ਜਿਹਾ ਕੁਛ ਹੁੰਦਾ ਨਹੀਂ ਤੇ ਨਾ ਹੀ ਕਰਨਾ ਚਾਹੀਦਾ। ਬੇਨਤੀ ਹੈ 604 204 0600 ਆਨ 에ਅਰ ਨੰਬਰ ਹੈਗਾ 6042040600 ਇਹ ਨੰਬਰ ਹੈ ਤੁਹਾਡਾ ਆਨ 에ਅਰ ਤੇ 604 729 1224 WhatsApp ਤੇ ਟੈਕਸਟ ਲਈ ਆਪਣਾ ਨੰਬਰ ਹੈ 6047291224। ਉਹ ਤੇਰਾ ਸਜਿਆ ਦੀਵਾਨ ਬੇ ਵਿੱਚ ਵਣਦੇ ਸੁਹੇਂਦਾ, ਉਹ ਤੇਰਾ ਉੜਦਾ ਬਾਜ ਬੇ ਤੇਰਾ ਊਠ ਚਰੇਂਦਾ, ਕਰਦੀ ਫਿਰਾਂ ਤਿਲ ਚੌਲੀਆਂ ਉਹ ਤੇਰਾ ਸੱਜਣਾ, ਉਹ ਤੇਰਾ ਸੱਜਿਆ ਦੀਵਾਨ ਵੇ ਬੇਰੁੱਤਾਂ ਬੌਲੀਆਂ ਨਾ ਸਾਡਾ ਪੀਰ ਮਨੇਂਦਾ, ਤੋੜਾਂ ਪੱਤਰੇ ਤਾੜ ਦੇ ਵੇ ਦਿਨ ਹਾੜ ਦੇ ਮੈਨੂੰ ਤਾਪ ਚੜੇਂਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚਰੇਂਦਾ, ਕੱਜਣ ਤੇਰੇ ਰੰਗ ਲੈ ਵੇ ਅਸਾਂ ਤਾਂਗ ਲੈ ਤੇਰਾ ਇਸ਼ਕ ਲੰਗੇਂਦਾ, ਟਪ ਟਪ ਆਵਾਂ ਲਾਚੀਆਂ ਵੇ ਮਾਰਾ ਝਾਤੀਆਂ ਤੂੰ ਬਾਤ ਨਾ ਕਰੇਂਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚਰੇਂਦਾ, ਤੀਰਾਂ ਤਰਕਸ਼ਾਂ ਵਾਲਿਆ ਬੇ ਹੱਦੋਂ ਕਾਲਿਆਂ ਦਿਸੇ ਰਣ ਚ ਲੜੇਂਦਾ, ਬੈਠ ਪਹਾੜੀ ਚੋਟੀਆਂ ਬੇ ਗੱਲਾਂ ਖੋਟੀਆਂ ਸਾਡੀ ਅਕਲ ਚੁਰੇਂਦਾ, ਬੇ ਮਾਂ ਦੇ ਯੋਧੇ ਸੂਰਿਆ ਸਾਨੂੰ ਪੂਰਿਆ ਕਿਆ ਤੱਕਣ ਤਕੇਂਦਾ, ਲੈ ਲੈ ਕਰਦਾ ਟਹਿਕਦਾ ਬੇ ਨਾਲੇ ਮਹਿਕਦਾ ਸਾਡੇ ਚਾਹ ਦਾ ਗੇਂਦਾ, ਜੀਵਨ ਤੇਰੀਆਂ ਕਾਨੀਆਂ ਬੇ ਦਿਲ ਜਾਨੀਆਂ ਕੜ ਸੁਖ ਨ ਰਚੇਂਦਾ, ਰੱਸੇ ਤੇਰੀ ਹਰਿਆਉਲ ਵੇ ਦਾ ਜਾ ਦੇ ਜਾ ਕੌਲ ਵੇ ਕਲਰੀ ਬਸਰੇਂਦਾ ਵਰਸੇਂਦਾ ਸੌਰੀ, ਆ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚਰੇਂਦਾ, ਸਬਜ਼ ਕਚੂਰੀ ਖੇਤੀਆਂ ਵੇ ਸਰੋਂ ਮੇਥੀਆਂ ਨਾਲੇ ਵੇਰ ਪਕੇਂਦਾ, ਫੁੱਲ ਫੁੱਲ ਜਾਂਦਾ ਕੇਬੜਾ ਬੇਕਰੇ ਮੇਬੜਾ ਰਾਜਾ ਆਜਾ ਹੱਸਦਾ ਖੜੇਂਦਾ, ਉਹ ਤੇਰਾ ਉੱਡਦਾ ਬਾਜ ਵੇ ਤੇਰਾ ਊਠ ਚਰੇਂਦਾ। ਫਿਰ ਤੂੰ ਯੋਧੇ ਦੀਆਂ ਗੱਲਾਂ ਕਰਦਾ ਹਰਮਨਜੀਤ। ਨਵਕਿਨ ਸਿੰਘ ਪੱਤੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਅੱਛਾ, ਕੱਚੇ ਅਧਿਆਪਕਾਂ ਦਾ ਜਿਹੜੀ ਮੁਹਿੰਮ ਆ ਬਹੁਤ ਗਰਮੈਸ਼ ਜਾ ਬੜੀ ਸਲਫਾਸ ਖਾਣ ਤੇ ਕੋਠਿਆਂ ਤੋਂ ਛਾਲਾਂ ਮਾਰਨ ਦੀਆਂ ਗੱਲਾਂ ਹੋ ਗਈਆਂ। ਜੀ ਗਿੱਲ ਸਾਹਿਬ, ਇਸ ਵਕਤ ਵੀ ਜਦੋਂ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਪੰਜਾਬ ਦੇ ਕੱਚੇ ਅਧਿਆਪਕ ਜਿਹੜੇ 5-6 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਉੱਤੇ 10-10 ਸਾਲ ਹੋ ਗਏ ਭਰਤੀ ਕੀਤਿਆਂ ਨੂੰ, ਇਸ ਵਕਤ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੀ ਛੱਤ ਦੇ ਉੱਤੇ ਚੜੇ ਹੋਏ ਨੇ। ਰਾਤ ਦਾ ਟਾਈਮ ਆ, ਉਹ ਕਹਿੰਦੇ ਅਸੀਂ ਇੱਥੋਂ ਛਾਲਾਂ ਮਾਰ ਦਿਆਂਗੇ। ਮੀਡੀਆ ਵਾਲਿਆਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਛਾਲਾਂ ਕਿਉਂ ਮਾਰਦੇ ਹੋ, ਕਹਿੰਦੇ ਨਿੱਤ ਮਰਨ ਨਾਲੋਂ ਚੰਗਾ ਇੱਕ ਦਿਨ ਮਰ ਜਾਈਏ। 5-5 6-6 ਹਜ਼ਾਰ ਰੁਪਇਆ ਮਹੀਨਾ ਸਾਡੀ ਤਨਖਾਹ ਹੈ। ਪ੍ਰਾਇਮਰੀ ਸਕੂਲਾਂ ਦੇ ਛੋਟੇ ਬੱਚਿਆਂ ਨੂੰ ਪੜ੍ਹਾਉਣੇ ਆ, ਕਿਸੇ ਨੂੰ 10 ਸਾਲ ਹੋ ਗਏ ਪੜ੍ਹਾਉਣ ਲੱਗੇ ਨੂੰ, ਕਿਸੇ ਨੂੰ 15 ਸਾਲ ਹੋ ਗਏ ਪੜ੍ਹਾਉਣ ਲੱਗੇ ਨੂੰ। ਇਹਨਾਂ ਦੀਆਂ ਕੈਟਾਗਰੀਆਂ ਬਣਾਈਆਂ ਹੋਈਆਂ ਗਿੱਲ ਸਾਹਿਬ, EGS, STR, AI, ਸਿੱਖਿਆ ਪ੍ਰੋਵਾਈਡਰ। ਇਸ ਤੋਂ ਇਲਾਵਾ ਜਿਵੇਂ ਦੇ ਟਰੈਕਟਰਾਂ ਦੇ ਨਾਂ ਹੁੰਦੇ ਸੀ ਉਵੇਂ ਅਧਿਆਪਕਾਂ ਦੀਆਂ ਕੈਟਾਗਰੀਆਂ ਬਣਾਈਆਂ 34, 42, 76, 54 ਇਸ ਤਰੀਕੇ ਦੇ ਨਾਲ। 59 ਇਹਨਾਂ ਤੋਂ ਸਭ ਤੋਂ 59 ਸਭ ਤੋਂ ਵੱਧ ਜਿਹੜੇ ਪੀੜਤ ਗਿੱਲ ਸਾਹਿਬ ਇਹਨਾਂ ਦੇ ਵਿੱਚੋਂ ਦੇ ਕੱਚੇ ਅਧਿਆਪਕ ਨੇ, ਅਸਲ ਦੇ ਵਿੱਚ ਅਰਧ ਬੇਰੁਜ਼ਗਾਰੀ ਦਾ ਸ਼ਿਕਾਰ ਨੇ। ਨਾ ਤਾਂ ਇਹ ਰੁਜ਼ਗਾਰ ਵਾਲਿਆਂ ਚ ਆਉਂਦੇ ਨੇ, ਨਾ ਇਹ ਬੇਰੁਜ਼ਗਾਰਾਂ ਦੇ ਵਿੱਚ ਆਉਂਦੇ ਨੇ। ਔਰ ਬਹੁਤਿਆਂ ਦੇ ਤਾਂ ਮੈਂ ਦੇਖਦਾ, ਮੈਂ ਇਹਨਾਂ ਚੋਂ ਬਹੁਤਿਆਂ ਨੂੰ ਜਾਣਦਾ, ਕਈਆਂ ਨੇ ਮੇਰੇ ਨਾਲ BEd ਕੀਤੀ ਹੋਈ ਆ। ਕੁਛ ਇਹ ਆ ਵੀ ਉਹਨਾਂ ਦਾ ਨਾ ਉਹ ਵਿਆਹ ਹੁੰਦਾ ਨਾ ਉਹਨਾਂ ਦਾ ਪਰਿਵਾਰ ਦਾ ਚੁੱਲ੍ਹਾ ਉਹਨਾਂ ਦੇ ਸਿਰ ਤੇ ਚੱਲਦਾ ਹੈ। 10 ਸਾਲ ਹੋ ਗਏ, ਕੋਈ EGS ਹੈ, STR ਹੈ, AI ਹੈ, ਸਿੱਖਿਆ ਪ੍ਰੋਵਾਈਡਰ ਆ, ਔਰ ਉਹਨਾਂ ਦਾ ਘਰ ਦਾ ਚੁੱਲ੍ਹਾ ਵੀ ਨਹੀਂ ਚੱਲਦਾ ਉਹਨਾਂ ਦੇ ਰੁਜ਼ਗਾਰ ਦੇ ਸਿਰ ਦੇ ਉੱਤੇ। ਸੋ ਇਹ ਹਾਲਤ ਜਿਹੜੀ ਉਹ ਬਣੀ ਹੋਈ ਆ। ਹੁਣ ਉਹ ਲਗਾਤਾਰ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਸੀ। ਇੱਕ ਮਹਿਲਾ ਅਧਿਆਪਕਾ ਤਾਂ ਜਿੱਥੇ ਸਲਫਾਸ ਖਾ ਗਈ, ਮਲੋਟ ਦੀ ਅਧਿਆਪਕਾ ਗਈ ਉਹ, ਔਰ ਉਹਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਗਿੱਲ ਸਾਹਿਬ। ਬਾਕੀ ਕਹਿੰਦੇ ਅਸੀਂ ਛਾਲਾਂ ਮਾਰਾਂਗੇ। ਸਰਕਾਰ ਗੱਲਬਾਤ ਕਰਨ ਦੇ ਲਈ ਉਹਨਾਂ ਨਾਲ ਆਈ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫੇਰ ਆਪਦੇ ਚੁਣਵੇਂ ਵਿਧਾਇਕਾਂ, ਮੰਤਰੀਆਂ, ਇਸ ਤੋਂ ਇਲਾਵਾ ਲੋਕ ਸਭਾ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ। ਕੁਰਸੀ ਬਚਾਉਣ ਦੀ ਲੜਾਈ ਲੜ ਰਿਹਾ, ਪਰ ਉਹ ਬੇਰੁਜ਼ਗਾਰ ਅਰਧ ਪੱਕੇ ਅਰਧ ਕੱਚੇ ਜਿਹੜੇ ਕਾਮੇ ਨੇ, ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਤਰਾਸਦੀ ਦਾ ਜਿਹੜਾ
ਉਹ ਹੰਢਾ ਰਹੇ ਨੇ, ਉਹਨਾਂ ਦੇ ਲਈ ਕੋਈ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਨਹੀਂ ਬੁਲਾਈ। ਉਹਨਾਂ ਨੂੰ ਮੀਟਿੰਗ ਦੇ ਲਈ ਬੁਲਾਇਆ, ਕਹਿੰਦੇ ਕੈਪਟਨ ਸੰਦੀਪ ਸੰਧੂ ਨਾਲ ਤੁਹਾਡੀ ਮੀਟਿੰਗ ਕਰਾਉਣੇ ਆ, ਜਿਹੜਾ ਮੁੱਲਾਪੁਰ ਤੋਂ ਹਾਰਿਆ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਸਲਾਹਕਾਰ ਹੈ। ਪਹਿਲਾਂ ਪੁਲਿਸ ਕਹਿੰਦੀ ਮੋਹਾਲੀ 'ਚ ਤੁਹਾਡੀ ਮੀਟਿੰਗ ਕਰਾਵਾਂਗੇ ਉਹਦੇ ਨਾਲ, ਫਿਰ ਕਹਿੰਦੇ ਨਹੀਂ ਸਰਹੰਦ ਕਰਾਵਾਂਗੇ, ਫਿਰ ਉਸ ਤੋਂ ਬਾਅਦ ਹੁਣ ਇਸ ਵਕਤ ਗਿੱਲ ਸਾਹਿਬ ਰਾਤ ਨੂੰ ਉਹਨਾਂ ਨੂੰ ਕਹਿੰਦੇ ਖੰਨੇ ਮੀਟਿੰਗ ਕਰਾਵਾਂਗੇ ਤੁਹਾਡੀ, ਔਰ ਖੰਨੇ ਲੈ ਗਏ ਉਹਨਾਂ ਚੋਂ ਮੇਨ ਲੀਡਰਸ਼ਿਪ ਨੂੰ। ਸੋ ਇਹ ਸਰਕਾਰ ਦੀ ਇੱਕ ਬਹੁਤ ਹੀ ਚਾਲ ਆ ਗਈ। ਸੋ ਅੱਜ ਦੇ ਸਮੇਂ ਦੇ ਵਿੱਚ ਸਥਿਤੀ ਇਹ ਹੈ ਗਿੱਲ ਸਾਹਿਬ ਕਿ ਪਹਿਲਾਂ ਹੁੰਦਾ ਸੀ ਧਰਨਾ ਲਾਉਣਾ ਵੱਡੀ ਗੱਲ ਹੁੰਦੀ ਸੀ, ਹੁਣ ਤਾਂ ਤੁਸੀਂ ਇਹ ਦੇਖੋ ਕਿ ਇਹਨਾਂ ਦੇ ਵਿੱਚੋਂ ਹੀ ਇੱਕ ਅਧਿਆਪਕਾ ਕਿਰਨਜੀਤ ਕੌਰ, ਉਹ ਪਾਣੀ ਵਾਲੀ ਟੈਂਕੀ ਤੋਂ ਉਹਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ ਕਈ ਸਾਲ ਪਹਿਲਾਂ, ਔਰ ਮੱਚ ਗਈ ਸੀ। ਉਸ ਤੋਂ ਬਾਅਦ ਵੀ ਇਹਨਾਂ ਨੂੰ ਪੱਕੇ ਨਹੀਂ ਕੀਤਾ। ਪਿਛਲੇ ਸਾਲ ਵੀ ਇਹਨਾਂ ਦੇ ਨਾਲ ਦੇ ਕੁਝ ਬਠਿੰਡੇ ਦੇ ਵਿੱਚ ਜਿਹੜੇ ਅਧਿਆਪਕ ਨੇ, ਇੱਕ ਬੱਚੀ ਦੀ ਮੌਤ ਹੋ ਗਈ ਸੀ ਉੱਥੇ ਧਰਨੇ ਦੌਰਾਨ। ਇੱਕ ਪਿਛਲੇ ਸਾਲ ਵੀ ਮਾਨਸਾ ਦੇ ਵਿੱਚ ਅਧਿਆਪਕ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ, ਉਹ ਬਚ ਗਿਆ ਸੀ। ਅੱਜ ਫੇਰ ਉਹ ਪਾਣੀ ਜਿਹੜਾ ਛੱਤ ਦੇ ਉੱਤੇ ਚੜਿਆ ਹੋਇਆ। ਇੱਕ ਬਿਲਕੁਲ ਬੇਰੁਜ਼ਗਾਰ ਹੈ ਜਿਹੜਾ ETT ਟੈਟ ਪਾਸ ਅਧਿਆਪਕ, ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਉਹ ਪਟਿਆਲੇ ਦੇ ਇੱਕ ਟਾਵਰ ਦੇ ਉੱਤੇ ਚੜਿਆ ਹੋਇਆ। 6 ਮਹੀਨੇ ਹੋ ਗਏ ਬੇਰੁਜ਼ਗਾਰ B.Ed ਅਧਿਆਪਕ ਨੇ ਜਿਹੜੇ ਸਿੱਖਿਆ ਮੰਤਰੀ ਦੀ ਸੰਗਰੂਰ ਸਥਿਤ ਕੋਠੀ ਘੇਰੀ ਬੈਠੇ ਨੇ। ਸੋ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਜੀ ਗਿੱਲ ਸਾਹਿਬ, ਰਾਜਨੀਤੀ ਵਾਲੇ ਪਾਸੇ ਨੂੰ ਆਈਏ ਜੀ, ਕਹਿੰਦੇ ਬੰਦੇ ਤਕੜੇ ਜਨਤਾ ਪਾਰਟੀ ਨੇ ਰਲਾ ਲਏ, ਕਿਹੜੇ ਬੰਦੇ ਰਲ ਗਏ ਜੀ? ਜੀ ਗਿੱਲ ਸਾਹਿਬ, ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਪੰਜਾਬ ਦੀਆਂ 6 ਸ਼ਖਸੀਅਤਾਂ ਨੇ ਜਿਹੜੀਆਂ ਸ਼ਾਮਲ ਹੋਈਆਂ ਨੇ। ਇੱਕ ਤਾਂ ਪੰਜਾਬ ਦੇ ਪ੍ਰਸਿੱਧ ਵਿਦਵਾਨ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਜਸਵਿੰਦਰ ਸਿੰਘ ਢਿੱਲੋਂ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ, ਕੁਲਦੀਪ ਸਿੰਘ ਕਾਹਲੋਂ, ਇੰਟੈਲੈਕਚੁਅਲ ਫਾਰਮਜ਼ ਮੰਚ ਦੇ ਜਗਮੋਹਨ ਸਿੰਘ ਸੈਣੀ, ਨਿਰਮਲ ਸਿੰਘ ਬੋਹਾਲੀ ਤੇ ਕਰਨਲ ਜੈਵੰਸ਼ ਸਿੰਘ, ਇਹਨਾਂ ਨੂੰ ਸ਼ਾਮਲ ਕੀਤਾ ਗਿਆ ਹੈਗਾ। ਔਰ ਭਾਰਤੀ ਜਨਤਾ ਪਾਰਟੀ ਨੇ ਅੱਜ ਤਾਰਾਂ ਮਾਰੀਆਂ ਨੇ ਕਿ ਅਸੀਂ ਸਿੱਖ ਜਿਹੜੇ ਉਹ BJP ਦੇ ਵਿੱਚ ਸ਼ਾਮਲ ਕੀਤੇ ਨੇ। ਸੋ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਗੱਠਜੋੜ ਕਰਕੇ 2022 ਦੀ ਤਿਆਰੀ ਸ਼ੁਰੂ ਕੀਤੀ, ਉਸੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਹੁਣ ਜਿਹੜੀ ਪਿੰਡਾਂ 'ਚ ਵੜ ਨਹੀਂ ਸਕਦੀ, ਜਿਹਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਖੇਤੀ ਕਾਨੂੰਨ ਸਹੀ ਕਿਵੇਂ ਨੇ, ਕਿਤੇ ਸੱਤ ਦੇ ਵਿੱਚ ਜਾ ਕੇ 10 ਬੰਦੇ ਇਕੱਠੇ ਕਰਕੇ ਉਹ ਹੁਣ ਇੰਡੋਰ ਪ੍ਰੋਗਰਾਮਾਂ ਦੇ ਵਿੱਚ ਅਜਿਹੇ ਚਿੰਤਕਾਂ ਨੂੰ ਸ਼ਾਮਲ ਕਰਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਕਿ ਸਾਡਾ ਆਧਾਰ ਬਹੁਤ ਹੈ। ਲੇਕਿਨ ਹਕੀਕਤ ਇਹ ਹੈ ਕਿ ਜਿਹੜੇ 6 ਵਿਅਕਤੀ ਸ਼ਾਮਲ ਕੀਤੇ ਨੇ, ਇਹਨਾਂ ਦੇ ਵਿੱਚੋਂ ਪ੍ਰੈਕਟੀਕਲੀ ਕੋਈ ਵੀ ਅਜਿਹਾ ਆਗੂ ਨਹੀਂ ਹੈ ਜਿਹੜਾ ਪੰਜਾਬ ਦੇ ਲੋਕਾਂ 'ਚ ਵਿਚਰਿਆ ਹੋਵੇ, ਪੰਜਾਬ ਦੇ ਲੋਕਾਂ ਦੇ ਮੰਗਾਂ ਮਸਲਿਆਂ ਨੂੰ ਲੈ ਕੇ ਜਿਹਨੇ ਐਜੂਕੇਸ਼ਨ ਕੀਤੀ ਹੋਵੇ। ਸੋ ਇਹਨਾਂ ਨੂੰ ਮਤਲਬ ਸ਼ਾਮਲ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜੇ ਇਹ ਭਰਮ ਪਾ ਰਹੀ ਹੈ ਕਿ 2022 ਦੀ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਪਿੰਡਾਂ 'ਚ ਚੋਣ ਪ੍ਰਚਾਰ ਕਰਨ ਵੀ ਆ ਜੂ ਇਸ ਹਾਲਤ ਦੇ ਵਿੱਚ, ਤਾਂ ਮੈਨੂੰ ਲੱਗਦਾ ਉਹਨਾਂ ਦਾ ਸਭ ਤੋਂ ਵੱਡਾ ਭਰਮ ਆ। ਜੀ ਅੱਛਾ, ਸਾਹਿਬ ਪ੍ਰਕਾਸ਼ ਸਿੰਘ ਉਹਨਾਂ ਨੇ ਕਹਿਤਾ ਕਾਕਾ ਜੀ ਚਲੋ 22 ਜੂਨ ਨੂੰ ਆ ਜਾਣਾ ਹੈ, ਹੁਣ 22 ਜੂਨ ਨੂੰ ਹੋਣਗੇ ਪੇਸ ਸਿੱਟ ਦੇ ਮੂਹਰੇ? ਬਿਲਕੁਲ ਜੀ, ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਕਰ ਰਹੀ ਜਿਹੜੀ ਸਿੱਟ ਹੈ ਵਿਸ਼ੇਸ਼ ਜਾਂਚ ਟੀਮ 22 ਜੂਨ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ MLA ਹੋਸਟਲ 'ਚ ਪੁੱਛਗਿੱਛ ਕਰੂਗੀ। ਜਾਂਚ ਟੀਮ ਨੇ ਹਾਲਾਂਕਿ 16 ਜੂਨ ਨੂੰ ਪੁੱਛਗਿੱਛ ਕਰਨੀ ਸੀ, ਪਰੰਤੂ ਬਾਦਲ ਸਾਹਿਬ ਨੇ ਉਹਦੀ ਸਿਹਤ ਦਾ ਹਵਾਲਾ ਦੇ ਕੇ 3 ਹਫ਼ਤਿਆਂ ਦਾ ਸਮਾਂ ਮੰਗਿਆ ਸੀ। ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਹੁਣ ਕਿਹਾ ਕਿ 22 ਜੂਨ ਨੂੰ ਸੈਕਟਰ 4 ਦੇ MLA ਹੋਸਟਲ 'ਚ ਮੌਜੂਦ ਰਹਿਣ, ਜਿੱਥੇ ਉਹਨਾਂ ਤੋਂ ਕੋਟਕਪੂਰਾ ਗੋਲੀਕਾਂਡ ਬਾਰੇ ਪੁੱਛ ਪੜਤਾਲ ਕੀਤੀ ਜਾਵੇਗੀ। ਸੋ ਸਭ ਦੀਆਂ ਨਜ਼ਰਾਂ ਇਸ ਗੱਲ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਕਿਸ ਤਰ੍ਹਾਂ ਦੇ ਸਵਾਲ ਜਵਾਬ ਹੁੰਦੇ ਨੇ, ਕਿਉਂਕਿ ਪਿਛਲੀ ਵਾਰ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਕੀਤੀ ਗਈ ਸੀ IG ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ, ਉਦੋਂ ਕਾਫੀ ਚਰਚਾ ਬਣੀ ਸੀ ਉਸ ਜਾਂਚ ਦੀ। ਸੋ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਗਿੱਲ ਸਾਹਿਬ ਸੁਖਬੀਰ ਬਾਦਲ ਦੀ ਵੀ ਤਿਆਰੀ ਮੰਨੀ ਜਾ ਰਹੀ ਹੈ ਕਿ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਆ। ਜੀ ਅੱਛਾ, ਕਾਂਗਰਸੀਆਂ ਦਾ ਕਲੇਸ਼ ਮੁੱਕ ਜੂ 20 ਜੂਨ ਨੂੰ? ਮੈਨੂੰ ਲੱਗਦਾ ਨਵੇੜ ਦੂ। ਭਾਬੀ ਜੀ ਕਹਿੰਦੇ ਹੁੰਦੇ ਨੇ ਅਮਰਿੰਦਰ ਸੋਨੀਆ ਨੂੰ ਭਾਬੀ ਸੈ। ਲੱਗਦਾ ਜੀ ਕਿ 20 ਜੂਨ ਨੂੰ ਜਿਹੜਾ ਕਾਂਗਰਸ ਦਾ ਸਿਆਸੀ ਕਲੇਸ਼ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੱਲ ਹੋਣ ਦੀ ਸੰਭਾਵਨਾ ਹੈਗੀ। ਪਰ ਗਿੱਲ ਸਾਹਿਬ ਇਹ ਵੀ ਲੱਗਦਾ ਗਾ ਕਿ ਜਿਸ ਤਰ੍ਹਾਂ ਦਾ ਨਵਜੋਤ ਸਿੱਧੂ ਦਾ ਰੌਂ ਆ ਔਰ ਜਿਸ ਤਰ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਦਾ ਰੌਂ ਆ, ਉਹ ਇੱਕ ਦੂਜੇ ਨੂੰ ਇੱਕੋ ਪਾਰਟੀ ਦੇ ਵਿੱਚ ਐਡਜਸਟ ਕਰ ਲੈਣਗੇ ਆਪਣੇ ਸੁਭਾਅ ਦੇ ਤੌਰ ਦੇ ਉੱਤੇ, ਲੱਗਦਾ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀ ਮੀਟਿੰਗ ਕੀਤੀ ਆਪਦੇ ਚਹੇਤਿਆਂ ਨਾਲ, ਕੱਲ ਵੀ ਕੀਤੀ, ਜਿਵੇਂ ਕੋਈ ਨਵੀਂ ਪਲੈਨਿੰਗ ਕੀਤੀ ਜਾ ਰਹੀ ਹੁੰਦੀ ਆ। ਕੱਲ ਨੂੰ ਫੇਰ ਜਿਹੜੀ ਸਰਕਾਰੀ ਰਿਹਾਇਸ਼ ਦੇ ਉੱਤੇ 2 ਗੇੜ ਦੇ ਵਿੱਚ ਮੰਤਰੀਆਂ ਦੀ 2:30 ਵਜੇ ਮੀਟਿੰਗ ਸੱਦ ਲਈ। ਪਰਸੋਂ ਨੂੰ ਕੈਬਨਿਟ ਮੀਟਿੰਗ ਦੀ ਤਿਆਰੀ ਹੈ। ਪੇ ਕਮਿਸ਼ਨ ਦੀ ਰਿਪੋਰਟ ਤੇ ਚਰਚਾ ਦੀ ਗੱਲ ਕਹੀ ਜਾ ਰਹੀ ਆ। ਔਰ
ਟੀਮ ਪ੍ਰਸ਼ਾਂਤ ਕਿਸ਼ੋਰ ਆ ਜਿਹੜੀ ਉਹ ਪੰਜਾਬ 'ਚ ਸਰਗਰਮ ਦੱਸਦੇ ਨੇ। ਲੇਕਿਨ ਇਸੇ ਦਰਮਿਆਨ ਸ਼ਮਸ਼ੇਰ ਸਿੰਘ ਦੂਲੋਂ ਨੇ 20 ਜੂਨ ਵਾਲੀ ਮੀਟਿੰਗ ਦੀ ਵੇਟ ਨਹੀਂ ਕੀਤੀ, ਉਹ ਤੋਂ ਪਹਿਲਾਂ ਅੱਜ ਹੀ ਜਿਹੜਾ ਉਹਨੇ ਕਿਹਾ, ਉਹ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਤਾਂ ਭਿਅਰਤ ਰਾਸ਼ਟਰ ਬਣਿਆ ਹੋਇਆ ਗਾ, ਔਰ ਪੰਜਾਬ 'ਚੋਂ ਕਹਿੰਦਾ ਸਕਾਲਰਸ਼ਿਪ ਘਟਾਲਾ ਹੋਇਆ, ਇਸ ਸਕੈਮ ਨੂੰ ਕਲੀਨ ਚਿੱਟ ਦਿੰਦਾ ਕੈਪਟਨ ਅਮਰਿੰਦਰ ਸਿੰਘ। CBI ਜਾਂਚ ਦੀ ਮੰਗ ਕਰ ਰਿਹਾ ਸ਼ਮਸ਼ੇਰ ਸਿੰਘ ਦੂਲੋਂ। ਤਾਂ ਇਹਦੇ ਤੋਂ ਐਂ ਲੱਗਦਾ ਜਿੰਨੇ ਪੰਜਾਬ ਕਾਂਗਰਸ ਦੇ ਵਿੱਚ ਇੱਕ ਉਹ ਚੱਲ ਪਿਆ ਗਿੱਲ ਸਾਹਿਬ, ਇਹਨਾਂ ਦੇ ਵੱਲੋਂ ਪੋਸਟਰ ਵਾਰ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਪੋਸਟਰ ਨੇ ਉਹ ਪਟਿਆਲੇ ਲੱਗੇ ਹੋਏ ਨੇ, ਔਰ ਉੱਥੇ ਲਿਖਿਆ ਹੋਇਆ ਕਿ ਪੰਜਾਬ ਮੰਗਦਾ ਹਿਸਾਬ। ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਨੇ ਜਿਹੜੇ ਉਹ ਅੰਮ੍ਰਿਤਸਰ ਸਾਹਿਬ ਨਵਜੋਤ ਸਿੱਧੂ ਦੀ ਕੰਸਟੀਚੁਐਂਸੀ 'ਚ ਲੱਗੇ ਹੋਏ ਆ, ਔਰ ਉੱਥੇ ਲਿਖਿਆ ਹੋਇਆ ਕਿ ਕੈਪਟਨ ਇੱਕ ਹੀ ਹੁੰਦਾ ਹੈ। ਤੇ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਪ੍ਰਤਾਪ ਸਿੰਘ ਬਾਜਵਾ ਵੀ ਤੀਜੀ ਧਿਰ ਦੇ ਤੌਰ ਤੇ ਬਰੋਬਰ ਭਿੜ ਰਿਹਾ। ਫਰੀਦਕੋਟ ਏਰੀਏ ਦੇ ਵਿੱਚ ਮਾਲਵੇ 'ਚ ਉਹਦੇ ਪੋਸਟਰ ਲੱਗੇ ਹੋਏ ਨੇ। ਜਦੋਂ ਚਰਚਾ ਇਹ ਚੱਲੀ ਨਾ ਕਿ ਜਿਹੜਾ CM ਕੈਂਡੀਡੇਟ ਆ ਉਹ ਮਾਲਵੇ 'ਚੋਂ ਬਣਦਾ ਹੈ, ਤਾਂ ਸ਼ਮਸ਼ੇਰ ਸਿੰਘ ਦੂਲੋਂ ਤੋਂ ਬਾਅਦ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਵਿਅਕਤੀ ਨੇ ਜਿਹੜੇ CM ਦੀ ਜਿਹੜੀ ਰੇਸ ਆ ਉਹਦੇ 'ਚ ਆਪਣੇ ਆਪ ਨੂੰ ਅੱਵਲ ਮੰਨਦੇ ਨੇ। ਤਾਂ ਉਹ ਹੁਣ ਮਾਲਵੇ ਦੇ ਫਰੀਦਕੋਟ ਏਰੀਏ ਦੇ ਵਿੱਚ ਆਪਣੀ ਸੀਟ ਸੁਰੱਖਿਅਤ ਮੰਨ ਰਹੇ ਨੇ। ਉਹਨਾਂ ਦੀ ਵੀ ਕਾਫੀ ਚਰਚਾ, ਉਹਨਾਂ ਦੀ ਪੋਸਟਰ ਜੰਗ ਚੱਲ ਰਹੀ ਆ। ਸੋ ਇਹਦੇ ਤੋਂ ਲੱਗਦਾ ਨਹੀਂ ਕਿ 20 ਜੂਨ ਨੂੰ ਮਸਲਾ ਹੱਲ ਹੋ ਸਕਦਾ। ਇੱਕ ਇਹ ਗੱਲ ਜ਼ਰੂਰ ਹੈ ਕਿ ਕੁਝ ਮਸਲਾ ਹੱਲ ਕਰਨ ਦੀ ਸੰਭਾਵਨਾ ਇਹ ਬਣਦੀ ਹੈਗੀ ਕਿ ਹੋ ਸਕਦਾ ਹੈ ਸੁਨੀਲ ਜਾਖੜ ਨੂੰ ਪ੍ਰਧਾਨਗੀ ਤੇ ਉਹਦੇ ਤੋਂ ਹਟਾ ਦਿੱਤਾ ਜਾਵੇ, ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ, ਜਾਂ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਜਾਵੇ। ਦਲਿਤ ਭਾਈਚਾਰੇ ਦੇ ਵਿੱਚੋਂ ਵੀ ਕੋਈ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਉਹਦੇ ਤੋਂ ਕੈਪਟਨ ਅਮਰਿੰਦਰ ਵੀ ਨਾਰਾਜ਼ ਨਜ਼ਰ ਆ ਸਕਦਾ ਹੈ। ਜੀ ਗੰਗ ਸਰ, ਜੈਤੋਂ ਕੀ ਹੋ ਗਿਆ ਜੀ? ਖੂਹ ਦੇ ਵਿੱਚੋਂ ਸ਼ਰਾਬ ਲੱਭ ਗਈ? ਜੀ ਗਿੱਲ ਸਾਹਿਬ, ਇਹ ਇੱਕ ਵੱਡਾ ਮਸਲਾ ਗਾ ਜਿਹੜਾ ਬਣਿਆ, ਕਿਉਂਕਿ ਬਹੁਤ ਹੀ ਇਤਿਹਾਸਕ ਗੁਰਦੁਆਰਾ ਸਾਹਿਬ ਆ ਗੰਗਸਰ ਸਾਹਿਬ ਦਾ 10ਵੀਂ ਪਾਤਸ਼ਾਹੀ ਦੇ, ਔਰ ਉੱਥੇ ਸਰਾਂ ਦੇ ਖੂਹ ਦੇ ਵਿੱਚੋਂ ਸ਼ਰਾਬ ਮਿਲੀ ਹੈ। ਇਸ ਤੋਂ ਇਲਾਵਾ ਗਿੱਲ ਸਾਹਿਬ ਕੁਝ ਹੱਡੀਆਂ ਵੀ ਵਗੈਰਾ ਵੀ ਮਿਲੀਆਂ ਨੇ, ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆਂ ਨੇ ਖੂਹ ਦੇ ਵਿੱਚ ਤੈਰਦੀਆਂ ਹੋਈਆਂ, ਕੁਝ ਹੋਰ ਵੀ ਇਤਰਾਜ਼ਯੋਗ ਚੀਜ਼ਾਂ ਨੇ ਜਿਹੜੀਆਂ ਉਹ ਮਿਲੀਆਂ ਨੇ। ਔਰ ਇਹਦੀ ਜਿਹੜੀ ਪਿੰਡ ਦੀ ਟੀਮ ਆ, ਪਿੰਡ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ, ਕਿਉਂਕਿ ਪਿੰਡ ਦੇ ਲੋਕਾਂ ਨੂੰ ਪਹਿਲਾਂ ਵੀ ਉੱਥੇ ਕਾਫੀ ਕੁਛ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਲੱਗਦੀਆਂ ਸੀਗੀਆਂ ਗੁਰਦੁਆਰਾ ਸਾਹਿਬ ਦੇ ਵਿੱਚ। ਔਰ ਇਹ ਵੀ ਪਤਾ ਲੱਗਿਆ ਸੀ ਕਿ 7 ਜੂਨ ਦੀ ਰਾਤ ਨੂੰ ਸਰਾਂ ਵਿੱਚ ਗੁਰਦੁਆਰਾ ਸਾਹਿਬ ਦੇ ਕਰਮਚਾਰੀਆਂ ਵੱਲੋਂ ਇੱਕ ਕਥਿਤ ਮੰਦ ਭਾਵਨਾ ਦੇ ਨਾਲ ਔਰਤ ਨੂੰ ਬੁਲਾਇਆ ਗਿਆ ਸੀ, ਔਰ ਉਸ ਤੋਂ ਬਾਅਦ ਇਹਦੀ ਸੂਚਨਾ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਦਿੱਤੀ ਗਈ ਸੀ। ਕਈ ਦਿਨ ਕਾਰਵਾਈ ਨਾ ਹੋਣ ਦੇ ਉੱਤੇ ਸੰਗਤ ਦੇ ਵੱਲੋਂ ਜਿਹੜਾ SGPC ਦੇ ਮੁੱਖ ਦਫ਼ਤਰ ਸ਼ਿਕਾਇਤ ਕੀਤੀ ਗਈ ਸੀ, ਜਿਹਦੇ 'ਚ SGPC ਦੀ ਟੀਮ ਆਈ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਪਿੰਡ ਵਾਲਿਆਂ ਨੇ SGPC ਦੀ ਜਿਹੜੀ ਟੀਮ ਪਹੁੰਚੀ ਉਹਦਾ ਘਰਾਓ ਕੀਤਾ ਔਰ ਕਿਹਾ ਕਿ ਕਾਰਵਾਈ ਕੀਤੀ ਜਾਵੇ, ਜਿਸ ਤੋਂ ਬਾਅਦ ਰਾਤ ਨੂੰ ਕਾਰਵਾਈ ਹੈ ਜਿਹੜੀ ਉਹ ਕੀਤੀ ਗਈ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਗੁਰਦੁਆਰਾ ਗੰਗਸਰ ਸਾਹਿਬ ਦੇ 4 ਕਰਮਚਾਰੀਆਂ ਨੂੰ ਜਿਹੜਾ ਬਰਖਾਸਤ ਕਰ ਦਿੱਤਾ ਗਿਆ, ਔਰ 2 ਜਿਹੜੇ ਕਰਮਚਾਰੀ ਨੇ ਉਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ, ਉਹਨਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਪੁਲਿਸ ਵੱਲੋਂ। ਜੀ ਅੱਛਾ, ਜਿਹੜਾ ਇੱਕ ਰੇੜਕਾ ਦਿੱਲੀ ਹਾਈ ਕੋਰਟ ਨੇ UAP ਦੇ ਤਹਿਤ ਗ੍ਰਿਫਤਾਰ 3 ਵਿਅਕਤੀਆਂ ਦੀ ਜ਼ਮਾਨਤ ਦੇਣ ਵੇਲੇ ਸਰਕਾਰ ਨੂੰ ਝਾੜ ਕਾਹਦੀ ਪਾਈ ਹੈ? ਕਿਹੜੇ ਜਵਾਕ ਜਿਹੜੇ ਵਿਦਿਆਰਥੀ ਸੀ ਇਹ ਫੜ ਲਏ ਜੀ? ਜੀ ਗਿੱਲ ਸਾਹਿਬ, ਇਹ ਬੜਾ ਗੰਭੀਰ ਮਸਲਾ ਹੈ। ਅਸਲ ਦੇ ਵਿੱਚ ਜਿਹੜੀ ਦਿੱਲੀ ਦੇ ਵਿੱਚ ਹਿੰਸਾ ਹੋਈ ਸੀ, ਉਸ ਹਿੰਸਾ ਦੇ ਮਾਮਲੇ ਦੇ ਵਿੱਚ ਕੁਝ ਵਿਅਕਤੀਆਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ, ਜਿਹਦੇ ਵਿੱਚ 3 ਨੂੰ ਜ਼ਮਾਨਤ ਦਿੱਲੀ ਹਾਈ ਕੋਰਟ ਨੇ ਦਿੱਤੀ ਹੈ। UAPA ਤਹਿਤ ਜਿਹੜੇ ਗ੍ਰਿਫਤਾਰ ਕੀਤੇ ਹੋਏ ਵਿਅਕਤੀ ਸੀਗੇ, ਇਹਨਾਂ 'ਚ ਇੱਕ ਬਹੁਤ ਹੀ ਇੰਟੈਲੀਜੈਂਟ ਕੁੜੀ ਨਤਾਸ਼ਾ ਨਰਵਾਲ, ਦਿਵਾਂਗਨਾ ਕਲਿਤਾ ਤੇ ਆਸਿਫ ਇਕਬਾਲ ਤਨਹਾ, ਇਹਨਾਂ ਨੂੰ ਅਰੈਸਟ ਆ ਜਿਹੜਾ ਉਹ ਕੀਤਾ ਗਿਆ ਸੀਗਾ। ਇਸ ਤੋਂ ਇਲਾਵਾ ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦਾ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਵੀ ਜੇਲ੍ਹ ਦੇ ਵਿੱਚ ਬੰਦ ਹੈ। ਲੇਕਿਨ ਇਹ 3 ਨੂੰ UAPA ਤਹਿਤ ਨਾਮਜ਼ਦ ਕੀਤਾ ਸੀ, ਔਰ ਦਿੱਲੀ ਹਾਈ ਕੋਰਟ ਨੇ ਇਹਨਾਂ ਨੂੰ ਜ਼ਮਾਨਤ ਤਾਂ ਦਿੱਤੀ, ਨਾਲ ਸਰਕਾਰ ਨੂੰ ਬਹੁਤ ਝਾੜ ਪਾਈ। ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਕਿਸੇ ਤੇ UAPA ਤਹਿਤ ਅੱਤਵਾਦੀ ਦਾ ਠੱਪਾ ਲਾਉਣ ਤੋਂ ਪਹਿਲਾਂ ਗੰਭੀਰਤਾ ਨਾਲ ਵਿਚਾਰ ਕਰ ਲਿਆ ਕਰੋ। ਅਦਾਲਤ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਸਹਿਮਤੀ ਨੂੰ ਦਬਾਉਣ ਲਈ UAPA ਦੀ ਵਰਤੋਂ ਕੀਤੀ ਗਈ ਆ। ਉਹ ਕਹਿੰਦੇ ਬੇਹੱਦ ਸਖਤ ਕਾਨੂੰਨ ਆ ਜਿਹੜਾ ਇਹ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ UAPA, ਇਹਦੇ ਤਹਿਤ ਗ੍ਰਿਫਤਾਰ 3 ਵਿਦਿਆਰਥੀ ਨੇ ਜਿਹੜੇ ਉਹ ਵਿਰੋਧ ਜ਼ਰੂਰ ਕਰਦੇ ਸੀ, ਲੇਕਿਨ ਸਰਕਾਰ ਦਾ ਵਿਰੋਧ ਕਰਦੇ ਸੀ। ਪਰ ਅਜਿਹਾ ਲੱਗਦਾ ਕਿ ਸਰਕਾਰ ਦੀ ਨਜ਼ਰ ਦੇ ਵਿੱਚ ਸਰਕਾਰ ਦੇ ਵਿਰੋਧ ਨੂੰ ਸੰਵਿਧਾਨਕ ਅਧਿਕਾਰ ਤੇ ਅੱਤਵਾਦੀ ਗਤੀਵਿਧੀਆਂ ਵਿਚਾਲੇ ਫਰਕ ਕਰਨ ਵਾਲੀ ਜਿਹੜੀ ਰੇਖਾ ਉਹ ਕੁਝ ਧੁੰਦਲੀ ਹੋ ਗਈ ਆ। ਔਰ ਇਹ ਜਿਹੜਾ
ਅਦਾਲਤ ਨੇ ਫੈਸਲਾ ਦਿੱਤਾ ਹੈਗਾ, 2 ਜੱਜ ਸਾਹਿਬਾਨਾਂ ਨੇ ਫੈਸਲਾ ਦਿੱਤਾ। ਉਹਦੇ 'ਚ ਉਹਨਾਂ ਨੇ ਕਿਹਾ ਕਿ UAPA ਦੇ ਵਿੱਚ ਅੱਤਵਾਦ ਤੇ ਦਹਿਸ਼ਤ ਸ਼ਬਦ ਦੀ ਪਰਿਭਾਸ਼ਾ ਕਿਤੇ ਨਹੀਂ ਦਿੱਤੀ ਗਈ, ਔਰ ਅਦਾਲਤ ਨੇ ਕਿਹਾ ਕਿ UAPA 'ਚ ਅੱਤਵਾਦੀ ਗਤੀਵਿਧੀਆਂ ਦੀ ਪਰਿਭਾਸ਼ਾ ਅਸਪਸ਼ਟ ਹੈ ਤੇ ਅੱਤਵਾਦੀ ਗਤੀਵਿਧੀ ਦੇ ਇਸਤੇਮਾਲ ਕਿਸੇ ਵੀ ਅਪਰਾਧਿਕ ਗਤੀਵਿਧੀ ਲਈ ਨਹੀਂ ਕੀਤਾ ਜਾ ਸਕਦਾ, ਖਾਸ ਕਰਕੇ ਅਜਿਹੀਆਂ ਗਤੀਵਿਧੀਆਂ ਲਈ ਜਿਨ੍ਹਾਂ ਦੀ ਪਰਿਭਾਸ਼ਾ ਪਹਿਲਾਂ ਤੋਂ ਹੋਰਨਾਂ ਕਾਨੂੰਨਾਂ 'ਚ ਤੈਅ ਹੈ। ਸੋ ਇਹ ਗਿੱਲ ਸਾਹਿਬ ਇੱਕ ਸਰਕਾਰ ਦਾ ਰਵੱਈਆ, ਭਾਰਤ ਸਰਕਾਰ ਦਾ ਖਾਸ ਕਰਕੇ ਰਿਹਾ ਗਾ। NIA ਦਾ ਜਿਹੜਾ ਥਾਣਾ ਉਹਨੂੰ ਅਧਿਕਾਰ ਦੇ ਦਿੱਤੇ ਇਹਨਾਂ ਨੇ, ਔਰ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਨੇ NIA ਵਰਗੀਆਂ, ED ਵਰਗੀਆਂ, ਜਿਹੜਾ ਸਰਕਾਰ ਦਾ ਵਿਰੋਧ ਕਰਦਾ ਉਹਨੂੰ ਦੇਸ਼ ਧਰੋਹੀ, ਜਿਹੜਾ ਸਰਕਾਰ ਦੇ ਵਿਰੋਧ 'ਚ ਬੋਲਦਾ ਉਹਦਾ ਫਰੀडम ਆਫ ਸਪੀਚ ਨੂੰ ਕੁਚਲ ਕੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਲਾਤਾ। ਔਰ ਜੇ ਦੇਖਿਆ ਜਾਵੇ ਜਿਹੜਾ UAPA ਐਕਟ ਲੱਗਿਆ ਹੈਗਾ ਉਹ ਜਾਂ ਤਾਂ ਦਲਿਤਾਂ ਦੇ ਖਿਲਾਫ ਲੱਗਿਆ ਜਾਂ ਮਾਈਨੋਰਟੀਜ਼ ਦੇ ਖਿਲਾਫ, ਸਿੱਖਾਂ ਮੁਸਲਮਾਨਾਂ ਦੇ ਖਿਲਾਫ ਲੱਗਿਆ ਜਾਂ ਕੁਝ ਕੌਮੀਅਤਾਂ ਦੇ ਖਿਲਾਫ ਲੱਗਿਆ। ਤਾਂ ਇਹ ਸਰਕਾਰ ਆ ਜਿਹੜੀ ਉਹ ਅਸਲ ਦੇ ਵਿੱਚ ਇਸ ਤਰੀਕੇ ਦੇ ਨਾਲ ਦੱਬ ਰਹੀ ਆ ਆਵਾਜ਼ ਲੋਕਾਂ ਦੀ। ਬੁੱਧੀਜੀਵੀ ਕਿੰਨੇ ਜੇਲ੍ਹਾਂ 'ਚ ਬੰਦ ਨੇ, ਤਾਂ ਹੁਣ ਜੇ ਦਿੱਲੀ ਹਾਈ ਕੋਰਟ ਦੇ ਜੱਜ ਸਾਹਿਬਾਨ ਬੋਲੇ ਨੇ ਤਾਂ ਇਹਦਾ ਵੈਲਕਮ ਕਰਨਾ ਬਣਦਾ ਜੀ। ਲੇਕਿਨ ਸਰਕਾਰ ਹੁਣ ਸੁਪਰੀਮ ਕੋਰਟ ਜਾ ਪਹੁੰਚੀ ਇਸ ਕੇਸ ਦੇ ਵਿੱਚ। ਅੱਜ ਦਿੱਲੀ ਹਾਈ ਕੋਰਟ ਦਾ ਫੈਸਲਾ ਆਇਆ ਔਰ ਨਾਲ ਦੀ ਨਾਲ ਜਿਹੜੀ ਪੁਲਿਸ ਆ ਉਹਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਜੀ। ਧੰਨਵਾਦ ਜੀ, ਕੱਲ ਨੂੰ 9:15 ਵਜੇ ਫੇਰ ਗੱਲਬਾਤ ਕਰਦੇ ਹਾਂ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਇੱਕ ਗਿੱਲ ਸਾਹਿਬ, ਉਧਰ ਗਾਜ਼ੀਆਬਾਦ ਦੇ ਵਿੱਚ ਜਿਹੜਾ ਬਜ਼ੁਰਗ ਦੀ ਕੁੱਟਮਾਰ ਦਾ ਤੇ ਉਹਦੀ ਦਾੜੀ ਕੱਟਣ ਦਾ ਮਸਲਾ ਸੀ, ਉਸ ਮਸਲੇ ਦੇ ਵਿੱਚ ਵੀ ਸੀਨੀਅਰ ਪੱਤਰਕਾਰ ਰਾਣਾ ਅਯੂਬ ਦੇ ਖਿਲਾਫ, ਲੇਖਕ ਸਵਾ ਨਕਵੀ ਖਿਲਾਫ, ਮੁਹੰਮਦ ਜ਼ੁਬੈਰ ਦੇ ਖਿਲਾਫ ਜਿਹੜੀ FIR ਦਰਜ ਕਰ ਦਿੱਤੀ ਔਰ ਟਵਿੱਟਰ ਖਿਲਾਫ ਵੀ ਕਾਰਵਾਈ ਕੀਤੀ ਹੈ। ਟਵਿੱਟਰ ਦਾ ਵੀ ਨਾਂ ਹੈ FIR ਦੇ ਵਿੱਚ। ਸੋ ਇਹ ਵੀ ਨਵੀਂ ਅਪਡੇਟ ਆ ਜਿਹੜੀ ਉਹ ਆ ਰਹੀ ਹੈ ਜੀ। ਗਿੱਲ ਸਾਹਿਬ ਧੰਨਵਾਦ ਜੀ, ਕੱਲ ਨੂੰ ਗੱਲ ਕਰਦੇ ਹਾਂ ਦੁਬਾਰਾ ਫੇਰ। ਸ਼ੁਕਰੀਆ ਜੀ। ਬ੍ਰਿਜ ਮੋਹਨ ਉਹਨਾਂ ਨੇ 10:10 ਤੇ ਸਮਾਨ ਬਣਾਉਣ ਵਾਲਿਆਂ ਦੀ ਜ਼ਿੰਮੇਵਾਰੀ ਤੇ ਵਰਤਣ ਵਾਲੇ ਲਈ ਸੁਰੱਖਿਆ, ਪ੍ਰੋਡਕਟ ਲਾਇਬਿਲਿਟੀ ਤੇ ਕੰਜ਼ਿਊਮਰ ਪ੍ਰੋਟੈਕਸ਼ਨ ਤੇ ਗੱਲਬਾਤ ਕਰਨੀ ਹੈ। ਅਲੱਗ-ਅਲੱਗ ਸਵਾਲ ਹੋਣਗੇ ਤੇ ਤੁਸੀਂ ਖਾਸ ਤੁਹਾਡੇ ਲਈ ਜਾਣਕਾਰੀ ਹੋਏਗੀ। ਕੈਨੇਡਾ ਦਾ ਉਹ ਇਨਸਾਫ ਦਾ ਘਰ, ਉਹ ਜਗ੍ਹਾ ਜਿੱਥੋਂ ਕੈਨੇਡੀਅਨ ਲੋਕਾਂ ਦਾ ਭਵਿੱਖ ਹੈ, ਜਿੱਥੇ ਸਾਡੇ ਭੇਜੇ ਹੋਏ MP ਬਹਿੰਦੇ ਆ, ਹਾਊਸ ਆਫ ਕਾਮਨਸ, ਦਾ ਹਿੱਲ ਵੀ ਕਹਿੰਦੇ ਆ ਉਹਨੂੰ। ਉਹਦੇ ਵਿੱਚ ਨੂਨਾਵੁੱਟ ਦੀ ਇੱਕ MP ਇੰਡੀਜਨਸ ਮੂਲ ਵਾਸਨ, ਜਿਸ ਦਾ ਨਾਮ ਮਮਿਲਕ ਕੱਕ ਹੈ, ਉਸਨੇ ਵਿਦਾਇਗੀ ਭਾਸ਼ਣ ਦੇ ਵਿੱਚ ਪਚਖਰੇ ਅੜਾ ਕੇ ਰੱਖਤੇ ਇਸ ਇੰਸਟੀਟਿਊਟ ਦੇ। ਨਾ ਉਹਨੇ ਕਹਿੰਦੀ ਮੈਂ ਰੀ-ਇਲੈਕਸ਼ਨ ਨਹੀਂ ਲੈਣੀ NDP ਦੀ, ਇਸ MP ਨੇ। ਉਹ ਕਹਿੰਦੀ ਸ਼ੁਰੂਆਤ ਦੇ ਵਿੱਚ ਉਹਨੇ ਕੈਨੇਡਾ ਦੀ ਜਦ ਉਹਨੇ ਗੱਲ ਕੀਤੀ, ਉਹ ਕਹਿੰਦੀ ਇੱਕ ਕੰਟਰੀ ਤੇ ਜਿਹੜੀ ਮੂਲ ਵਾਸੀਆਂ ਤੇ ਜ਼ੁਲਮ ਕਰਕੇ ਬਣੀ, ਤੇ ਉਹ ਦੇਸ਼ ਤੇ ਇਹ ਜਿਸ ਦਾ ਇਤਿਹਾਸ ਖੂਨ ਦੇ ਧੱਬਿਆਂ ਨਾਲ ਹੈ। ਮੇਰੇ ਵਰਗੇ ਲੋਕ ਇਹ ਫੈਡਰਲ ਇੰਸਟੀਟਿਊਟ ਨੂੰ ਬਿਲੋਂਗ ਨਹੀਂ ਕਰਦੇ। ਉਹ ਕਹਿੰਦੀ ਗੱਲ ਇਹ ਹੈ ਕਿ ਜਿਹੜਾ ਇੰਸਟੀਟਿਊਟ ਤੇ ਕੰਟਰੀ ਸਾਡੇ ਹੌਕਿਆਂ ਤੋਂ, ਸਾਡੇ ਅਜਾੜੇ ਤੋਂ, ਸਵਦੇਸ਼ੀ ਮੂਲ ਵਾਸੀਆਂ ਦੇ ਅਜਾੜੇ ਤੋਂ ਇਹ ਦੇਸ਼ ਬਣਿਆ। ਬਲਾਕ ਕੁਬੈਕਬਾ ਦੇ ਇੱਕ MP ਸਾਈਮਨ ਮਾਰਸ਼ਲ ਨੇ ਵੀ ਕੈਨੇਡਾ ਨੂੰ ਰੇਸਿਸਟ ਕਿਹਾ ਸੀ ਜਦ ਸਰ ਜੌਨ ਏ ਮੈਕਡੋਨਲਡ ਕੈਨੇਡਾ ਦਾ ਫਸਟ ਪ੍ਰਾਈਮ ਮਿਨਿਸਟਰ ਦੇ ਤੌਰ ਤੇ। ਬਹੁਤ ਭਾਵਪੂਰਤ ਸਪੀਚ ਆ, ਸੁਣਨ ਵਾਲੀ ਹੈ। ਉਹ ਕਹਿੰਦੀ ਬਈ ਉਹਦੀ ਜਿਹੜੀ ਸਪੀਚ ਸੀ, ਉਹਦੇ ਸਪੀਚ ਦੇ ਵਿੱਚ ਉਹ ਕਹਿੰਦੀ ਜਦ ਵੀ ਮੈਂ ਹਾਊਸ ਆਫ ਕਾਮਨਸ ਦੀ ਗਰਾਊਂਡ ਦੇ ਵਿੱਚ ਆਉਣੀ ਆ ਤੇ ਜਾਂ ਚੈਂਬਰ 'ਚ ਬੋਲਦੀ ਆ, ਮੈਨੂੰ ਰਿਮਾਈਂਡ ਕੀਤਾ ਜਾਂਦਾ ਹੈ ਹਰ ਵਕਤ ਵੀ ਤੂੰ ਇੱਥੇ ਨੂੰ ਬਿਲੋਂਗ ਨਹੀਂ ਕਰਦੀ। ਹੁਣ ਇਹ ਕੌਣ ਕਰਦਾ? ਆਲੇ ਦੁਆਲੇ ਦਾ ਚੁਗਿਰਦਾ। ਉਹ ਕਹਿੰਦੀ ਬਹੁਤ ਫੈਂਸੀ ਸ਼ਬਦ ਨੇ, ਰੀਕਨਸੀਲੀਏਸ਼ਨ, ਟਰੁੱਥ, ਬਲਾ ਬਲਾ ਬਲਾ, ਜਿਹੜੇ ਸੋਹਣੇ ਕੱਪੜਿਆਂ ਦੇ ਵਿੱਚੋਂ ਬੋਲਣ ਵਾਲੇ ਬੋਲਦੇ ਆ, ਇਹ ਬਹੁਤ ਫੈਂਸੀ ਸ਼ਬਦ ਨੇ। ਕਹਿੰਦੀ ਮੈਂ ਕਦੇ ਵੀ ਸੇਫ ਨਹੀਂ ਮਹਿਸੂਸ ਕੀਤਾ,
ਕਦੇ ਵੀ ਮੈਂ ਮੇਰੀ ਪੋਜੀਸ਼ਨ 'ਚ ਆਪਣੇ ਆਪ ਨੂੰ ਪ੍ਰੋਟੈਕਟਡ ਨਹੀਂ ਫੀਲ ਕੀਤਾ ਜਦ ਮੈਂ ਹਾਊਸ ਆਫ ਕਾਮਨ ਦੇ ਵਿੱਚ ਹੋਈ ਹਾਂ। ਕਦੀ ਜਦ ਮੈਂ ਆਉਣੀ ਆ ਨਾ ਤੁਰਦੀ ਆ, ਸਿਕਿਉਰਿਟੀ ਗਾਰਡ ਜੌਗ ਕਰਦੇ ਨੇ ਮੇਰੇ ਆਲੇ ਦੁਆਲੇ, ਬਿਲਕੁਲ ਨੀਅਰਲੀ ਪੁੱਟ ਦੇਅਰ ਹੈਂਡਸ ਔਨ ਮੀ। ਕਹਿੰਦਾ ਵੀ ਇਸ ਤਰ੍ਹਾਂ ਹੀ ਹੁੰਦਾ ਵੀ ਬਸ ਮੈਨੂੰ ਹੁਣੇ ਫੜ ਲੈਣਗੇ। ਇੱਕ ਭੂਰੀ ਇਸਤਰੀ ਦੇ ਤੌਰ 'ਤੇ ਇੱਕ ਚੀਜ਼ ਮੈਂ ਸਿੱਖੀ ਆ ਵੀ ਇੱਕ ਬਰਾਊਨ ਵੂਮਨ ਹੈ ਜਿਹੜੀ, ਉਹਨੂੰ ਸਡਨ ਮੂਵ ਨਹੀਂ ਕਰਨਾ ਚਾਹੀਦਾ ਤੇ ਤੇਜ਼ ਨਹੀਂ ਤੁਰਨਾ ਚਾਹੀਦਾ, ਉੱਚੀ ਆਵਾਜ਼ ਨਹੀਂ ਦੇਣੀ ਚਾਹੀਦੀ, ਕੋਈ ਇਹੋ ਜਿਹਾ ਸੀਨ ਨਾ ਕ੍ਰੀਏਟ ਕਰੇ ਤੇ ਹਰ ਵਕਤ ਅੱਖ ਦਾ ਕੰਟੈਕਟ ਹੋਵੇ ਤੇ ਆਪਣੇ ਹੱਥ ਨਾਲ ਲੁਕੋਏ। ਇਹ MP ਕਹਿ ਰਹੀ ਆ ਹਾਊਸ ਆਫ ਕਾਮਨਸ ਦੇ ਵਿੱਚ। ਉਹ ਕਹਿੰਦੀ ਜਦ ਵੀ ਮੈਂ ਅੰਦਰ ਜਾਂਦੀ ਸੀ ਆਪਣੇ ਆਪ ਨੂੰ ਟੁੱਟਦੀ ਤਾਂ ਮੈਂ ਪੌੜੀਆਂ 'ਚ ਖੜ੍ਹਦੀ ਜਾਂ ਮੈਂ ਵਾਸ਼ਰੂਮ 'ਚ ਜਾ ਕੇ ਬੈਠਦੀ, ਆਪਣੇ ਆਪ ਨੂੰ ਰੀਕਨਸਾਈਲ ਕਰਦੀ ਤੇ ਫਿਰ ਇੱਥੇ ਹੁੰਦੀ। ਇਹ 2021 ਦਾ ਕੈਨੇਡਾ ਦੀ ਉਹਨੇ ਦਿੱਤੀ ਹੈ ਤੇ ਬਹੁਤ ਯੁਰਕ ਹੈ ਜਿਹੜਾ ਇਹ ਦੱਸ ਸਕੇ। ਇਹ ਉਹ ਲੋਕ ਨੇ ਜਿਨ੍ਹਾਂ ਦਾ ਦੇਸ਼ ਹੈ, ਜਿਨ੍ਹਾਂ ਦਾ ਕੋਈ ਐਕਸੈਂਟ ਨਹੀਂ ਬੋਲਣ ਦਾ, ਜਿਹੜੇ ਬੋਲਦੇ ਆ ਪਰ ਥੋੜ੍ਹਾ ਜਿਹਾ ਉਹਨਾਂ ਦੇ ਸ਼ਬਦ ਨੇ ਡੱਡਾ ਤੇ ਰਾੜਾ, ਜਿਵੇਂ ਆਪਣੇ ਨੇ ਭਾਰੀ ਮੋਟੀ ਆਵਾਜ਼ 'ਚ ਬੋਲਦੇ ਨੇ ਅੰਗਰੇਜ਼ੀ। ਉਹ ਜਿਹੜਾ ਦੜੇ ਦਾ ਮਾਲ ਹੈ ਉਹਦਾ ਕੀ ਬਣਦਾ ਉੱਥੇ? ਮੈਂ ਤਾਂ ਇਹ ਸੋਚਦਾ ਉਹਨਾਂ ਦਾ ਇਹੀ ਹੈ ਜਿਹੜਾ ਸਾਨੂੰ ਪਤਾ ਹੈ। ਉਹ ਕਹਿੰਦੇ ਗੁੜ ਮੂੰਹ 'ਚ ਪਾ ਲਓ, ਜੇ ਮੂੰਹ ਖੋਲ ਕੇ ਦੱਸਿਆ ਵੀ ਇਹ ਮਿੱਠਾ ਤਾਂ ਖਬਰਦਾਰ ਹੋ ਜਿਓ। ਥਰਮਾਮੀਟਰ ਮੂੰਹ 'ਚ ਪਾ ਲਓ, ਜੇ ਮੂੰਹ ਖੋਲਿਆ ਥਰਮਾਮੀਟਰ ਟੁੱਟ ਗਿਆ ਪੈਸੇ ਲਵਾਂਗੇ ਤੁਹਾਤੋਂ। ਇਹ ਇੱਕ ਇੰਡੀਜਨਸ ਜਵਾਨ ਇਸਤਰੀ ਨੇ ਦੱਸਿਆ ਜਿਹੜੀ ਕਰੇਜੀਅਸ ਹੈ, ਜਿਸ ਨੇ ਦੱਸ ਦਿੱਤਾ। ਕਹਿੰਦਾ ਆ ਇੱਥੇ ਦੇ ਇੰਸਟੀਟਿਊਟ 'ਚ 10 ਮਿੰਟ ਬੋਲੀ ਆ, ਉਹ ਸੁਣ ਲਿਓ ਜਾ ਕੇ ਕਿਤੇ। ਨਵਦੀਪ ਬੈਂਸ ਨੇ ਵੀ ਇਹ ਗੱਲ ਦੱਸੀ ਹੈ ਜਦ ਉਹ ਹੁਣ ਬਾਹਰ ਨੇ। ਉਹ ਕਹਿੰਦੇ 2004 'ਚ ਜਦ ਮੈਂ ਲੜਨ ਲੱਗਿਆ ਮਿਸਿਸਾਗਾ ਮਾਲਟਨ ਦੇ ਵਿੱਚੋਂ, ਮੈਨੂੰ ਵੀ ਟੌਪ ਲਿਬਰਲ ਐਡਵਾਈਜ਼ਰਸ ਨੇ ਕਿਹਾ ਸੀ ਆਪਣੀ ਫੋਟੋ ਨਾ ਲਾ ਇਹਦੇ ਉੱਪਰ। ਇਹ ਸਿਸਟਮ ਹੈ। ਉਹ ਕਹਿੰਦੇ ਆਪਣੀ ਆ ਪੱਗ ਵਾਲੀ ਫੋਟੋ ਨਾ ਲਾ, 17 ਵਰ੍ਹੇ ਪਹਿਲਾਂ ਦੀ ਗੱਲ ਹੈ। ਉਹ ਕਹਿੰਦੇ ਬਹੁਤ ਲੰਮੀ ਇਹ ਹਲੇ ਰਾਈਡ ਹੈ, ਬਹੁਤ ਲੰਮਾ ਸਮਾਂ ਹੈ ਤੇ ਹਲੇ ਮਤਲਬ ਹਲੇ ਹੋਰ ਕਿੰਨੀ ਲੰਮੀ ਕਨਫੈਡਰੇਸ਼ਨ ਤੋਂ ਬਾਅਦ ਹਲੇ ਹੋਰ ਕਿੰਨਾ ਕੁ ਸਮਾਂ ਇਹਨੂੰ ਲੱਗਣਾ ਦੇਸ਼ ਨੂੰ ਸੂਤ ਹੋਣ ਲਈ, ਜਿਹੜਾ ਲੋਕਾਂ ਨੂੰ ਅਕਲਾਂ ਦਿੰਦਾ ਜਾ ਕੇ, ਜਿਸ ਦੇ ਮੇਨ ਇੰਸਟੀਟਿਊਟ ਦੇ ਵਿੱਚ ਇੰਨਾ ਰੇਸਿਜ਼ਮ ਹੈ। ਉੱਥੋਂ ਕੀ ਕਰ ਦੂਗਾ ਮਾਈਨੋਰਿਟੀ ਨੂੰ ਬਿਲੋਂਗ ਕਰਦਾ ਬੰਦਾ? ਨਾਲੇ ਇਹਨਾਂ ਨੂੰ ਤਾਂ ਮਾਈਨੋਰਿਟੀ 'ਚ ਨਹੀਂ ਵੀ ਕਹਿ ਸਕਦੇ, ਇੰਡੀਜਨਸ ਲੋਕਾਂ ਨੂੰ ਕਿਵੇਂ ਮਾਈਨੋਰਿਟੀ 'ਚ ਕਹਿ ਦੋਗੇ? ਉਹ ਦੇਸ਼ ਦੇ ਮਾਲਕ ਨੇ, ਉਹਨਾਂ ਦਾ ਦੇਸ਼ ਹੈ ਇਹ। ਪਰ ਜਿਸ ਤਰ੍ਹਾਂ ਇਸਨੇ ਕੱਕ ਨੇ MP ਨੇ ਜਿਹੜਾ ਕੁਝ ਬੋਲਿਆ ਬਈ, ਉਹ ਕਹਿੰਦੀ ਮੈਂ ਬਿਲੋਂਗ ਨਹੀਂ ਕਰਦੀ, ਮੈਨੂੰ ਪਤਾ ਹੈ ਇਸ ਇੰਸਟੀਟਿਊਟ ਨੂੰ, ਤਾਂ ਹੀ ਉਹ ਛੱਡ ਕੇ ਗਈ ਆ ਦੁਖੀ ਹੋ ਕੇ। ਬੰਦੇ ਕਹਿੰਦੀ ਮਰ ਰਹੇ ਨੇ, ਐਡਿਕਸ਼ਨ ਨਾਲ ਲੋਕ ਮਰ ਰਹੇ ਨੇ, 215 ਜਵਾਕਾਂ ਦੇ ਪਿੰਜਰ ਮਿਲ ਰਹੇ ਨੇ। ਇਹ ਹੈ ਆਪਣੀ ਕਮਿਊਨਿਟੀ ਲਈ ਖੜ੍ਹਨਾ। ਇਸ ਤਰ੍ਹਾਂ ਕਮਿਊਨਿਟੀ ਲਈ ਖੜਿਆ ਜਾਂਦਾ ਹੈ। ਪਰ ਇਹ MP ਪਣਾ ਛੱਡਣਾ ਬੜਾ ਔਖਾ ਹੈ। ਛੱਡਣ ਨੂੰ ਤਾਂ ਕਹਿੰਦੇ ਨਹੀਂ, ਉਹ ਬੋਲਣ ਵੀ ਨਹੀਂ ਦਿੰਦੇ। ਉਹ ਕਹਿੰਦੇ ਆਰਾਮ ਨਾਲ ਬਹਿ ਜਾਓ ਟਿਕ ਕੇ, ਬਸ ਆਓ ਖੂੰਜੇ 'ਚ ਬਹਿ ਜਾਓ, ਤਾੜੀਆਂ ਤੂੜੀਆਂ ਮਾਰ ਲਿਆ ਕਰੋ, ਇੰਨਾ ਕੁ ਕੰਮ ਹੈ, ਵੱਧ ਨਹੀਂ ਹੈ। ਸੋ ਇਸ MP ਮਮਲਕ ਕੱਕ ਇਸ ਦਾ ਨਾਂ ਹੈ। ਇਸਨੇ ਜਿਹੜੀਆਂ ਗੱਲਾਂ ਅੱਜ ਕੀਤੀਆਂ ਬਹੁਤ ਕਰੜੀਆਂ, ਸਵੇਰ ਦਾ ਰੇੜਕਾ ਪਾਇਆ ਪਿਆ ਹਰ ਵੱਡੇ ਰੇਡੀਓ TV ਸ਼ੋਅ 'ਤੇ ਜਿਹੜੀ ਇਹ ਗੱਲ ਚੱਲ ਰਹੀ ਵੀ ਇਹ ਹੋਈ ਕਿਵੇਂ ਗੱਲ। ਸਵੇਰੇ ਇੱਕ ਇੰਟਰਵਿਊ ਮੈਂ ਸੁਣ ਰਿਹਾ ਸੀ ਜੂਡੀ ਰੇਬੋਲ ਦੀ CBC 'ਤੇ। ਉਹ ਕਹਿੰਦੀ ਯੈਸ ਬਿਲਕੁਲ ਇਹ ਗੱਲ ਸਹੀ ਕਹੀ ਆ ਉਹਨੇ। ਇੰਡੀਪੈਂਡੈਂਟ ਉਹ ਜਿੱਤੀ ਹੋਈ ਆ। ਉਹ ਕਹਿੰਦੀ ਮੈਂ ਵੇਖਿਆ ਹੋਇਆ ਸਾਰਾ ਕੁਛ ਇਹ। ਅਤੇ ਜਿਹੜੀ ਇਸ MP ਨੇ ਕਿਹਾ, ਉਹ ਕਹਿੰਦੀ ਹੱਸਣ ਵਾਲੇ ਜਿਹੜੇ ਚਿਹਰੇ ਨਾ ਫੈਂਸੀ ਵਰਡ ਵਾਲੇ ਬਾਹਲੀਆਂ ਵਧੀਆ ਗੱਲਾਂ ਆ ਕੇ ਕਰਦੇ ਨੇ, ਉਹਨਾਂ ਨੂੰ ਪੁੱਛ ਕੇ ਦੇਖੋ ਬਈ ਅਸਲ ਦਿਲ ਦੇ ਵਿੱਚ ਕੀ ਹੈ। ਪਰ ਹੁਣ ਇਹਨਾਂ ਲਈ ਇਹਨਾਂ ਨੂੰ ਕਿਹਨੇ ਸੁਣਨਾ? ਇਹਨਾਂ ਦੀ ਗੱਲ ਸੁਣ ਕੇ ਕਿੰਨੇ ਕੁ ਲੋਕ ਨੇ ਜਿਹੜੇ ਵੋਟਾਂ 'ਚ ਫਰਕ ਪਾਉਣਗੇ? ਬਹੁਤ ਔਖਾ ਹੈ।
ਤੇਜ਼ ਜਾ ਰਹੀ ਇਸ ਜ਼ਿੰਦਗੀ ਦੇ ਵਿੱਚ ਅਗਲਾ ਕਹਿੰਦਾ ਚੱਲ ਛੱਡ, ਹੁਣ ਦੇਸ਼ ਇਹਨਾਂ ਦਾ ਸੀ ਤਾਂ ਇਹਨਾਂ ਦਾ ਸੀ, ਇਹ ਪੜ੍ਹੇ ਨਹੀਂ, ਇਹ ਲਿਖੇ ਨਹੀਂ, ਬੜੀਆਂ ਗੱਲਾਂ ਚੱਲਦੀਆਂ ਨੇ। ਗੁੱਡ ਬਾਏ ਉਹਨੇ ਜਿਹੜੀ ਸਪੀਚ ਕੀਤੀ ਹੈ ਬੜੀ ਕਰੜੀ ਕੀਤੀ। ਤੇ ਨਾਲ ਹੀ ਜਿਹੜੀ ਮਹਿੰਗਾਈ ਦੀ ਗੱਲ ਬਹੁਤ ਅੱਜ ਚੱਲ ਰਹੀ ਹੈ ਵੀ 3 ਤੋਂ 4% 2008 ਤੋਂ ਬਾਅਦ 13 ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਮਹਿੰਗਾਈ ਨੇ ਛੱਤਣੀ ਹੱਥ ਲਵਾ ਦਿੱਤੇ। ਕੱਲ 38% ਦੇ ਵਾਧੇ ਦੀ ਗੱਲ ਕੀਤੀ। ਐਵਰੇਜ ਘਰ ਦੀ ਕੈਨੇਡਾ ਦੀ 38%, 2020 ਤੋਂ 2021 38% ਘਰ ਵਧੇ। ਅੱਗੇ 3 ਲੱਖ ਦਾ ਐਵਰੇਜ ਕਹਿੰਦੇ ਹੁੰਦੇ। ਐਵਰੇਜ ਮਤਲਬ ਆਪਣਾ ਇੱਥੇ 12-13 ਲੱਖ ਦਾ, ਅਟਲਾਂਟਿਕ ਕੈਨੇਡਾ ਦੇ ਵਿੱਚ 2.5-3 ਲੱਖ ਦਾ, ਤੇ ਉਹਨੂੰ ਐਵਰੇਜ ਕਰਕੇ ਫਿਰ ਉਹਨੂੰ 10 ਤੋਂ 13 ਲੱਖ ਦੇ 3 ਲੱਖ 4 ਲੱਖ 6.5 ਲੱਖ ਐਵਰੇਜ ਘਰ ਦੀ ਕੀਮਤ ਹੋ ਗਈ। 8-8, 9-9% ਜਿਹੜੀਆਂ ਨੇ ਫਰਨੀਚਰ ਦੀਆਂ ਕੀਮਤਾਂ ਵੱਧ ਗਈਆਂ ਤੇ ਗਰੋਸਰੀ ਮਹਿੰਗੀ ਹੋ ਗਈ। ਤੇ ਹੁਣ ਇਸ ਇਨਫਲੇਸ਼ਨ ਦਾ ਵਧਣਾ ਮਤਲਬ ਹੁਣ ਤਿਆਰੀ ਹੈ ਵੀ ਤੁਹਾਡਾ ਜਿਹੜਾ ਵਿਆਜ ਵੀ ਵਧਣ ਦੇ ਨੇੜੇ ਆ। 3.5% ਮਈ ਦੇ ਵਿੱਚ ਵਧੀ ਆ, ਅੰਕੜਾ ਵਿਭਾਗ ਨੇ ਦੱਸੀ ਗੱਲ ਵਿਭਾਗ ਨੇ। ਤੇ 4.25% ਜਿਹੜੀ ਸ਼ੈਲਟਰ ਦੀ ਜਿਹੜੀ ਕਾਸਟ ਵਧੀ ਆ 4.2%। ਸੋ ਉਹ ਇਨ ਐਵਰੇਜ ਇਹ ਗੱਲ ਕਰਦੇ ਆ। ਤੇ ਇਹ ਫਾਸਟੈਸਟ ਰਾਈਜ਼ ਹੈ ਤੇ ਜਿਹੜੀ 2008 ਤੋਂ। ਫਰਨੀਚਰ ਦੀਆਂ ਕੀਮਤਾਂ ਜਿਹੜੀਆਂ ਨੇ ਉਹ 9.8% ਵਧੀਆਂ, 300% ਉਹਨਾਂ ਨੇ ਟੈਰਿਫ ਲਾ ਦਿੱਤਾ। ਗੈਸੋਲੀਨ ਦੀ ਜਿਹੜੀ ਕੀਮਤ ਆ 43% ਪਿਛਲੇ ਸਾਲ ਨਾਲੋਂ ਵਧੀ ਹੈ। ਹੁਣ ਕਿੰਨਾ ਕੁ ਚਿਰ ਲੋਕ ਇਸ ਤਰ੍ਹਾਂ ਸਰਵਾਈਵ ਕਿੰਨਾ ਚਿਰ ਹੋਏਗਾ, ਗੱਲ ਇਹ ਹੈ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਗਿਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਗਿਲ ਸਾਹਿਬ ਹਾਲੇ ਤੱਕ ਤਾਂ ਇਹ ਬਹੁਤ ਅਰਲੀ ਸਟੇਜਸ ਆ। ਆਪਣੀ ਜਿਹੜੀ GDP ਟੂ ਡੈਟ ਰੇਸ਼ੋ ਆ ਉਹ ਇਸ ਵੇਲੇ ਵਰਲਡ ਦੇ ਵਿੱਚ ਆਲਮੋਸਟ ਹਾਈਐਸਟ ਆ। ਜਦੋਂ ਉਹ ਫੈਕਟਰ ਹੋਣੀ ਆਉਣ ਵਾਲੇ 3-4 ਮਹੀਨਿਆਂ 'ਚ, ਜਦੋਂ ਬਜਟਰੀ ਰੀਕਨਸੀਲੀਏਸ਼ਨ ਹੋਣੀਆਂ, ਫੇਰ ਦੇਖੋ ਇਨਫਲੇਸ਼ਨ ਜਾਂਦੀ। ਜਿਹੜੀ ਚੀਜ਼ ਆਪਾਂ ਹੁਣ $1 ਦੀ ਆ ਉਹ ਮਤਲਬ ਆਲਮੋਸਟ $1.5 ਤਾਈਂ ਜਾਊਗੀ, ਤਾਂ ਜਾ ਕੇ ਉਹਨਾਂ ਜਿਹੜੀ ਉਹ ਡੈਟ ਰੇਸ਼ੋ ਆ ਉਹਦਾ ਇੰਨਾ ਇੰਪੈਕਟ ਪੈਣਾ। ਉਹ ਆਪਾਂ ਨੂੰ ਜਿਹੜਾ ਉਦੋਂ ਬਹੁਤ ਵਧੀਆ ਲੱਗਦਾ ਸੀ ਵੀ ਟਰੂਡੋ ਸਾਹਿਬ ਦਾ 2000 ਇੱਧਰ ਨੂੰ ਦੇਤਾ, 6000 ਇੱਧਰ ਨੂੰ ਦੇਤਾ। ਜਿਹੜੇ ਉਹਦੇ ਇੰਪੈਕਟ ਆ ਉਹ ਇੰਪੈਕਟ ਨਹੀਂ ਨਾ ਆਪਾਂ ਕਿਸੇ ਨੇ ਸੋਚੇ। ਉਦੋਂ ਦਾ ਜਿਹਨੂੰ ਲੋੜ ਵੀ ਨਹੀਂ ਸੀ ਉਹਨੇ ਵੀ ਲੈ ਲਿਆ ਵੀ ਚੱਲ ਕੋਈ ਨਹੀਂ ਸਰਕਾਰ ਦਿੰਦੀ ਆ, ਦੱਬ ਲਓ ਕਰ ਲਓ। ਉਹਨਾਂ ਨੂੰ ਹਰ ਇੱਕ ਨੂੰ ਪਤਾ ਸੀ ਹੁਣ ਜਿਨ੍ਹਾਂ ਨੇ ਗਲਤ ਵੀ ਲਿਆ ਸੀ ਉਹ ਕਰਤਾ ਵੀ ਕੋਈ ਨਹੀਂ, ਜੇ ਗਲਤ ਵੀ ਲਿਆ ਹੋਇਆ ਤਾਂ ਕੋਈ ਚੱਕਰ ਨਹੀਂ, ਰੱਖ ਲਓ, ਹੁਣ ਕੋਈ ਨਹੀਂ, ਤੁਹਾਨੂੰ ਉਹਦੇ ਉੱਤੇ ਵੱਧ ਤੋਂ ਵੱਧ ਇਹੀ ਆ ਵੀ ਤੁਸੀਂ ਟੈਕਸ ਦੇ ਦਿਓ ਸਾਨੂੰ। ਮਤਲਬ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਦੋਂ ਮਤਲਬ ਕਿਸੇ ਹੱਦ ਤਾਈਂ ਉਹਨਾਂ ਨੂੰ ਕੰਟਰੋਲ ਕਰਕੇ ਵਰਤਣਾ ਚਾਹੀਦਾ। ਹਾਲੇ ਤੱਕ ਤਾਂ ਜਿਹੜੇ ਖਰਚੇ ਆ ਉਹ ਅਕਾਊਂਟ 'ਚ ਹੀ ਨਹੀਂ ਆਏ ਪਏ, ਕਿੰਨੇ ਖਰਚੇ ਆਪਾਂ ਕਰਤੇ, ਕਿੰਨਾ ਪੈਸਾ ਕਿਹਨੂੰ ਦਿੱਤਾ, ਕਿੰਨਾ ਕਿਹਨੂੰ ਦਿੱਤਾ। ਹਾਲੇ ਤੱਕ ਤਾਂ ਉਹਦਾ ਕੋਈ ਇੰਪੈਕਟ ਹੀ ਨਹੀਂ। ਇਹਦਾ ਇੰਪੈਕਟ ਜਿਹੜਾ ਇਨਫਲੇਸ਼ਨਰੀ ਮੈਜਰਸ ਦਾ ਆ, ਕਿਉਂਕਿ ਇਨਫਲੇਸ਼ਨ ਦੇਖੋ ਜੀ, ਜੇ ਹੁਣ ਇਹ ਇੰਟਰਸਟ ਰੇਟ ਅਗਲੇ 3 ਮਹੀਨਿਆਂ 'ਚ ਨਹੀਂ ਵਧਾਉਂਦੇ ਤਾਂ ਜਿਹੜੀ ਇਹੀ ਇਨਫਲੇਸ਼ਨ ਆ ਇਹੋ ਡਬਲ ਵੱਲ ਨੂੰ ਤੁਰੂਗੀ। ਕਿਉਂਕਿ ਜਦੋਂ ਲੋਕਾਂ ਕੋਲੇ ਪੈਸਾ ਹੋਣਾ, ਲੋਕਾਂ ਨੇ ਪੈਸਾ ਖਰਚਣਾ। ਇਸ ਵੇਲੇ ਲੋਕਾਂ ਕੋਲੇ ਪੈਸਾ ਜਿਹੜਾ ਉਹ ਸਾਰੇ ਕੋਲ ਨਹੀਂ, ਕਈ ਲੋਕਾਂ ਕੋਲੇ ਪੈਸਾ ਇੰਨਾ ਇਨਫਲੇਸ਼ਨਰੀ ਆ ਚੁੱਕਾ ਹੈ ਵੀ ਉਹਨੂੰ ਖਰਚਣ ਲਈ ਉਹ ਇੱਕ ਚੀਜ਼ ਵੱਧਦੀ ਆ, ਉਹਦੇ ਰੈਟਰੋਸਪੈਕਟਿਵਲੀ ਦੂਜੀਆਂ ਚੀਜ਼ਾਂ ਵੱਧਦੀਆਂ ਰਹਿੰਦੀਆਂ। ਇਸ ਕਰਕੇ ਇਹਨਾਂ ਨੂੰ ਇਨਫਲੇਸ਼ਨ ਰੋਕਣ ਲਈ ਇਹੀ ਆ ਵੀ ਹੁਣ ਇੰਟਰਸਟ ਰੇਟ ਵਧਾਉਣੇ ਪੈਣੇ ਆ। ਉਹ ਇੰਟਰਸਟ ਰੇਟ ਜਦੋਂ ਬਦਲਣੇ, ਮੌਰਗੇਜ ਦੇ ਰੇਟ ਬਦਲਣੇ। ਹੁਣ ਜਿਹੜੇ ਲੋਕਾਂ ਨੇ ਬਿਨਾਂ ਮਤਲਬ ਤੋਂ $3 ਮਿਲੀਅਨ ਦੇ ਘਰ ਲਏ ਆ, ਮਿਲੀਅਨ ਡਾਲਰ ਦਾ ਘਰ ਵੇਚ ਕੇ, ਉਹਨਾਂ ਨੂੰ ਉਹਦੇ ਉੱਤੇ ਇੰਪੈਕਟ ਹੋਊਗਾ ਲੌਂਗ ਟਰਮ। ਕਿਉਂਕਿ ਘਰ ਦੀ ਜਿਹੜੀ ਪੇਮੈਂਟ ਹੈ ਉਹ ਇੱਥੇ ਸਾਲ 6 ਮਹੀਨਿਆਂ 'ਚ ਨਹੀਂ ਹੁੰਦੀ। ਉਹ ਤਾਂਹੀਓ ਇਹਦਾ ਨਾਂ ਮਤਲਬ ਮੌਰਗੇਜ ਮੋਰਚੂਰੀ ਤੋਂ ਪਿਆ ਆ ਵੀ ਜਦੋਂ ਇੱਕ ਵਾਰੀ ਲੈ ਲਿਓ, ਜਦੋਂ ਤੁਸੀਂ ਉੱਧਰ ਨੂੰ ਜਾਂਦੇ ਹੋ ਉਦੋਂ ਹੀ ਉਹ ਮੁੱਕਦੀ ਆ। ਉਹਦੇ ਨਾਲ ਇਹ ਆਪਣੇ ਨਾਲ ਹੀ ਚੱਲਣੀ ਹੁਣ ਅਗਲੇ 10-15 ਸਾਲ। ਕਿਉਂਕਿ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਦੇਖ ਲਿਓ ਤੁਸੀਂ ਜਿਹੜੀ ਆ ਮਤਲਬ ਇੰਟਰਸਟ ਰੇਟ ਅੱਪ ਜਾਣੇ ਲੱਗ ਪੈਣੇ ਆ ਜੀ। ਮਤਲਬ ਇਹ ਹੋ ਸਕਦਾ ਵੀ ਗਵਰਨਮੈਂਟ ਦਾ ਪ੍ਰੈਸ਼ਰ ਹੁੰਦਾ, ਭਾਵੇਂ ਆਪਾਂ ਕਹਿ ਦਿੰਦੇ ਬੈਂਕ ਇੰਡੀਪੈਂਡੈਂਟ ਹੈ, ਇੱਥੇ ਵੀ ਕੋਈ ਸੈਂਟਰਲ ਬੈਂਕ ਇੰਡੀਪੈਂਡੈਂਟ ਨਹੀਂ ਹੈਗੀ। ਮਤਲਬ ਇਹ ਨਹੀਂ ਇਲੈਕਸ਼ਨ ਕਰਾਉਣੀ ਕਰਕੇ ਭਾਵੇਂ 2-4 ਮਹੀਨੇ ਨਾ ਵਧਣ ਦੇਣ, ਪਰ ਜੇ
ਟੈਕਨੀਕਲੀ ਜਿੰਨੀ ਇਨਫਲੇਸ਼ਨ ਚੱਲ ਰਹੀ ਆ ਉਹ ਇਹਨਾਂ ਨੂੰ ਵਧਾਉਣਾ ਚਾਹੀਦਾ ਇਮੀਡੀਏਟਲੀ। ਪਰ ਰਾਜਨੀਤਿਕ ਪੈਂਤੜੇ ਚ ਡਾਕਟਰ ਸਾਹਿਬ ਉਹ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਉਹਨਾਂ ਦੀਆਂ ਚੜ੍ਹ ਮੱਚੀਆਂ ਹੋਈਆਂ ਨੇ, ਜਿੱਤਣਗੇ, ਪਰ ਫਿਰ ਲੋਕ ਕਿਸ ਤਰ੍ਹਾਂ ਸੋਚਦੇ ਆ ਜੀ? ਲੋਕ ਗਿਲ ਸਾਹਿਬ ਲੋਕ ਇਮੀਡੀਏਟਲੀ ਨਹੀਂ ਸੋਚਦੇ। ਲੋਕ 2 ਸਾਲਾਂ ਬਾਅਦ ਸੋਚਣਗੇ। ਜਦੋਂ ਹੁਣ ਕੋਈ ਵੀ ਚੀਜ਼ ਹੈ, ਜੇ ਤੁਸੀਂ ਆਪ ਹੀ ਦੇਖ ਲਓ, ਜਿਹੜਾ ਤੁਸੀਂ ਕੋਈ ਚੀਜ਼ ਪਿਛਲੇ ਸਾਲ ਜੇ ਤੁਸੀਂ $5 ਲੈਂਦੇ ਸੀ ਉਹ ਆਲਮੋਸਟ $8-9 ਦੀ ਹੋ ਗਈ ਹੋਆ। ਠੀਕ ਹੈ, ਹੁਣ ਆਪਣੇ ਕੋਲ ਪੈਸੇ ਹੈਗੇ ਆ, ਠੀਕ ਹੈ, ਗਵਰਨਮੈਂਟ ਨੇ ਦਿੱਤੇ ਸੀ, ਉਹਨਾਂ ਇਨਫਲੇਸ਼ਨ ਬੜੀ ਹੋਈ ਕਿਉਂਕਿ ਹਰ ਇੱਕ ਬੰਦਾ ਜਿਹਨੂੰ ਲੋੜ ਵੀ ਨਹੀਂ ਸੀ ਉਹਨੂੰ ਵੀ $2000 ਮਿਲ ਗਿਆ। ਇੱਕ ਪਰਿਵਾਰ ਜਿਹੜਾ ਵੱਡਾ ਪਰਿਵਾਰ ਹੈ ਉਹਨੂੰ $10-15-12,000 ਮਹੀਨੇ ਦਾ ਮਿਲ ਗਿਆ। ਉਹਨੇ ਇਨਫਲੇਸ਼ਨ ਤਾਂ ਕਰਨੀ ਹੈ, ਉਹਦਾ ਤਾਂ ਕੋਈ ਰੌਲਾ ਹੀ ਨਹੀਂ ਸੀ। ਉਹਦੇ ਵਿੱਚ ਮਤਲਬ ਜਿਹੜੇ ਬੰਦੇ ਸੀਜ਼ਨਲ ਕੰਮ ਕਰਦੇ ਉਹਨੇ ਵੀ ਉਹ ਪੂਰਾ 5-6 ਮਹੀਨੇ ਈਵਨ ਹਾਲੇ ਤਾਈਂ ਵੀ ਉਹ ਲਈ ਜਾ ਰਹੇ ਆ। ਉਹ ਮਤਲਬ ਪੈਸਾ ਅਲਟੀਮੇਟਲੀ ਪੈਸਾ ਤਾਂ ਮਾਰਕੀਟ 'ਚ ਹੀ ਆਉਣਾ ਨਾ, ਉਹ ਮਾਰਕੀਟ ਨੇ ਇਨਫਲੇਸ਼ਨ ਕਰ। ਬਿਲਕੁਲ ਠੀਕ ਹੈ। ਜਦੋਂ ਮਤਲਬ ਡਿਮਾਂਡ ਵਰਸਸ ਅਵੇਲੇਬਿਲਿਟੀ ਤੇ ਆ ਜਾਂਦਾ, ਜਦੋਂ ਡਿਮਾਂਡ ਵੱਧਦੀ ਅਵੇਲੇਬਿਲਿਟੀ ਉਨੀ ਆ, ਉਹ ਚੀਜ਼ ਨੂੰ ਵੱਧ ਕੇ ਲੈਂਦਾ। ਮਤਲਬ ਜਿਹਨੂੰ ਆਪਾਂ ਕਹਿ ਦਿੰਦੇ ਬੋਲੀ ਲੱਗਣ ਵਾਲਾ ਚੀਜ਼ ਹੋ ਜਾਂਦੀ, ਕਿਉਂਕਿ ਹਰ ਕੋਈ ਜਿਹੜਾ ਕਮਰਸ਼ੀਅਲ ਬੰਦਾ ਬੈਠਾ ਉਹ ਕਹਿੰਦਾ ਜੇ ਮੇਰੀ ਇਹ 3 ਦੀ, ਮੈਂ 3.5 ਦੀ ਵਿਕਦੀ ਆ, ਮੈਂ ਵੇਚੂੰਗਾ। ਡਾਕਟਰ ਸਾਹਿਬ ਐਮਪੀ ਕੱਕ ਨੇ ਜਿਹੜੀ ਸਪੀਚ ਦਿੱਤੀ ਆ ਜੀ, ਉਹ ਬੜੀ ਕਰੜੀ ਸਪੀਚ ਆ ਵੀ ਸਾਡੀ ਤਾਂ ਜਗ੍ਹਾ ਹੀ ਹੈ ਨਹੀਂ ਇਸ ਇੰਸਟੀਚਿਊਟ ਦੇ ਵਿੱਚ। ਦੇਖੋ ਜੀ, ਕਿਤੇ ਜਿਹੜਾ ਇੱਥੇ ਰੇਸਿਜ਼ਮ ਹੈ ਨਾ, ਮੈਂ ਅਮਰੀਕਾ ਗਿਲ ਸਾਹਿਬ ਇੰਨੇ ਸਾਲ ਰਿਹਾ, ਅਮਰੀਕਾ ਦੇ ਵਿੱਚ ਇੰਸਟੀਟਿਊਸ਼ਨਲਾਈਜ਼ਡ ਜਿਹੜਾ ਰੇਸਿਜ਼ਮ ਬਹੁਤ ਘੱਟ ਆ। ਉੱਥੇ ਇੰਡੀਵਿਜੂਅਲ ਰੇਸਿਜ਼ਮ ਹੋਊਗਾ। ਮੈਂ ਇਹ ਨਹੀਂ ਕਹਿੰਦਾ ਵੀ ਹੈ ਨਹੀਂਗਾ, ਉਹ ਤਾਂ ਮੈਂ ਇੰਨੇ ਸਾਲ ਰਿਹਾ, ਮੈਂ ਨਹੀਂ ਕਦੀ ਅੱਜ ਤੱਕ ਐਨਕਾਊਂਟਰ ਕੀਤਾ ਹੋਵੇ, ਕਿਸੇ ਨੇ ਕੀਤਾ ਹੋਵੇ। ਮੈਂ ਉੱਦਾਂ ਰਿਹਾ ਵੀ ਚਲੋ ਵਧੀਆ ਟਾਊਨਾਂ 'ਚ ਆ ਮੈਂ, ਮਤਲਬ ਪਰ ਇੱਥੇ ਜਦੋਂ ਇੰਸਟੀਟਿਊਸ਼ਨਲਾਈਜ਼ ਹੋ ਚੁੱਕੀ ਨਾ ਇੱਕ ਚੀਜ਼, ਉਹਨੂੰ ਖਦੇੜਨਾ ਬਹੁਤ ਔਖਾ ਗਿਲ ਸਾਹਿਬ, ਨੈਕਸਟ ਟੂ ਇੰਪੋਸੀਬਲ ਹੁੰਦਾ। ਉਸ ਇੰਸਟੀਟਿਊਸ਼ਨ 'ਚ ਉਹ ਐਂਟਰੀ ਨਹੀਂ ਕਰ ਦਿੰਦੇ। ਬਿਲਕੁਲ ਠੀਕ। ਕਦੀ ਵੀ ਤੁਸੀਂ ਉਸ ਇੰਸਟੀਟਿਊਸ਼ਨ 'ਚ ਉਸ ਲੈਵਲ ਤੇ ਪਹੁੰਚ ਹੀ ਨਹੀਂ ਸਕਦੇ। ਇਸ ਕਰਕੇ ਜਿਹੜਾ ਮਤਲਬ ਉਹ ਗੋਲ ਜੀਆਂ ਗੱਲਾਂ ਕਰੀ ਜਾਂਦੇ ਪੋਲੀਟੀਸ਼ੀਅਨ ਵੀ, ਜੇ ਤੁਸੀਂ ਉਹਨੂੰ ਕੁਛ ਵੀ ਉਹਦੇ ਅਗੇਂਸਟ ਕਰਨਾ, ਉਹਦੇ ਦੇਖੋ ਜੀ ਅੱਜ ਤਾਈਂ ਮੈਂ ਜਗਮੀਤ ਸਿੰਘ ਜੀ ਦੀ ਇੱਕ ਗੱਲ ਮੈਂ ਉਹਦੇ ਉੱਤੇ ਮੈਂ ਬੜਾ ਆਪ ਵੀ ਦੇਖਿਆ, ਮੈਂ ਜਾ ਕੇ ਵੀ ਉਹ ਏਰੀਆ ਦੇ ਵਿੱਚ ਇੱਕ ਵਾਰੀ ਮੈਂ ਆਇਆ ਸੀ, ਉੱਥੋਂ ਦੀ ਤਾਂ ਜਿਹੜੇ ਥੰਡਰਵੇ ਦੇ ਉੱਤੇ ਨੂੰ ਹੈਗੇ ਆ ਏਰੀਆ ਜਿੱਥੇ ਨੇਟਿਵਸ ਰਹਿੰਦੇ ਆ, ਉੱਥੇ ਹਾਲੇ ਤਾਈਂ ਮਤਲਬ ਕਲੀਨ ਵਾਟਰ ਦੀ ਅਵੇਲੇਬਿਲਿਟੀ ਹੈ ਬਿਲਕੁਲ ਹੈ ਨਹੀਂ। ਮਤਲਬ ਤੁਸੀਂ ਇੱਕ ਕੰਟਰੀ ਯਾਰ ਤੁਸੀਂ ਉਵੇਂ ਫੁਕਰੀ ਮਾਰੀ ਜਾਂਦੇ ਵੀ ਅਸੀਂ 15 ਲੱਖ ਉਹਨੂੰ ਦੇਤਾ, 20 ਮਿਲੀਅਨ ਉਹਨੂੰ ਦੇਤਾ। ਤੁਸੀਂ ਪਹਿਲਾਂ ਆਪਣੇ ਘਰ ਤੋਂ ਦੇ ਲਓ, ਜਿੱਥੇ ਤੁਹਾਨੂੰ ਲੋੜ ਹੈ ਉਹ ਤਾਂ ਪਹਿਲਾਂ ਵਰਤ ਲਓ। ਤੁਸੀਂ ਬਾਹਰ ਉਵੇਂ ਮਤਲਬ ਇਹ ਜਿਹੜੀ ਉਹ ਫੁਕਰੀ ਜਿਹੀ ਆਈ ਆਦਤ ਆ ਨਾ, ਇਹ ਟਰੂਡੋ ਸਾਹਿਬ 'ਚ ਸਾਰਿਆਂ ਨੂੰ ਜ਼ਿਆਦਾ ਕੰਜ਼ਰਵੇਟਿਵ, ਮਤਲਬ ਮੈਂ ਕੋਈ ਖਾਸ ਕਿਸੇ ਦਾ ਸ਼ੌਕੀਨ ਵਾਲਾ ਫੈਨ ਨਹੀਂ, ਉਹਨਾਂ 'ਚ ਥੋੜੀ ਘੱਟ ਸੀ। ਉਹਨਾਂ 'ਚ ਆਪਣੇ ਇਹਨੂੰ ਤਾਂ ਇਹ ਆ ਵੀ ਮੈਂ ਉਹ ਜਿੱਦਾਂ ਮੋਦੀ ਮੰਗ ਵੀ ਬਾਹਰ ਮੇਰੇ ਪਿੱਛੇ ਤਾੜੀ ਵੱਜਦੀ ਰਹੇ, ਇੱਥੇ ਕੰਟਰੀ 'ਚ ਤਾਂ ਮੈਂ ਪਿੱਛੇ 5-4 ਲਾਇਆ ਵਾ, ਉਹਨੇ ਮੇਰੇ ਪਿੱਛੇ ਮਾਰੀ ਜਾਣੀ ਆ। ਇਹ ਕੰਸੈਪਟ ਚੱਲ ਰਿਹਾ। ਅਦਰਵਾਈਜ਼ ਇੱਕ ਏਡਾ ਵੱਡਾ ਕੰਟਰੀ ਹੋਵੇ, ਉਹਨੂੰ ਆਪਣੇ ਜਿਹੜੇ ਉੱਥੇ ਦੇ ਬਸ਼ਿੰਦੇ ਆ ਉਹਨਾਂ ਨੂੰ ਕਲੀਨ ਵਾਟਰ ਨਾ ਦੇ ਸਕੇ, ਇਹ ਬੜੀ ਸ਼ੇਮਫੁਲ ਗੱਲ ਹੈ। ਇਹ ਲਈ ਕਦੀ ਕਿਸੇ ਜਿਹੜਾ ਪੋਲੀਟੀਸ਼ੀਅਨ ਆਊਗਾ ਉਹ ਤੋਂ ਮਤਲਬ ਕੁਐਸਚਨ ਡੈਫੀਨਿਟਲੀ ਪੁੱਛੋ। ਹਾਲੇ ਤੱਕ ਵੀ ਉੱਥੇ ਇਹੀ ਹਾਲ ਆ, ਮਤਲਬ ਹਾਲੇ ਤੱਕ ਵੀ ਉੱਥੇ ਕਲੀਨ ਵਾਟਰ ਅਵੇਲੇਬਲ ਨਹੀਂ, ਪਾਣੀ ਪੀਣ ਨੂੰ ਜਾਂ ਨਹਾਉਣ ਨੂੰ ਕੁਛ ਵੀ ਅਵੇਲੇਬਿਲਿਟੀ ਨਹੀਂ। ਉਹ ਆਪਾਂ ਜਾ ਕੇ 700 ਮਿਲੀਅਨ ਦੀ ਵੈਕਸੀਨ ਉਹਨੂੰ ਦੇਤੀ, 300 ਦੀ ਉਹਨੂੰ ਦੇਤੀ। ਪਹਿਲਾਂ ਤੁਸੀਂ ਆਪਣੇ ਘਰ ਤੋਂ ਹੀ ਸੈੱਟ ਕਰ ਲਓ ਪਹਿਲਾਂ। ਥੈਂਕ ਯੂ। ਖਾਸ ਗੱਲਬਾਤ ਜਿਹੜੀ ਸਦਾ ਬ੍ਰਿਜ ਮੋਹਨ ਉਹਨਾਂ ਨਾਲ ਹੁੰਦੀ ਹੈ, ਤਾਂ ਉਹਦੇ ਵਿੱਚੋਂ ਕੋਈ ਜਾਣਕਾਰੀ ਹੋਵੇ ਤੁਹਾਨੂੰ ਆਪਣੇ ਹੱਕਾਂ ਦੀ ਰਾਖੀ ਕਿਵੇਂ ਕਰ ਸਕਦੇ ਹੋ, ਇਸ ਦੀ ਗੱਲਬਾਤ ਹੋਏਗੀ, ਹੁੰਦੀ ਹੈ ਸਦਾ। ਤੇ ਅੱਜ ਖਾਸ ਗੱਲਬਾਤ ਜਿਹੜਾ ਸਮਾਨ ਤੁਸੀਂ ਖਰੀਦਦੇ ਹੋ ਉਹਦੇ 'ਚ ਤੁਹਾਡਾ ਹੱਕ ਕੀ ਹੈ ਤੇ ਸਮਾਨ ਬਣਾਉਣ ਵਾਲਿਆਂ ਦੀ ਲਾਇਬਿਲਿਟੀ ਕੀ ਹੈ, ਕੰਜ਼ਿਊਮਰ ਦੀ ਪ੍ਰੋਟੈਕਸ਼ਨ ਕੀ ਹੈ, ਇਸ ਦੀ ਗੱਲਬਾਤ ਹੋਏਗੀ। ਬ੍ਰਿਜ ਮੋਹਨ ਜੀ ਸਵਾਗਤ ਜੀ, ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ ਬਾਈ ਜੀ। ਗੁੱਡ ਮਾਰਨਿੰਗ ਜੀ। ਅੱਛਾ, ਬੜਾ ਮਨ ਦੇ ਵਿੱਚ ਲੋਕਾਂ ਦੇ ਵਹਿਮ ਆ ਵੀ ਜਦ ਇੱਕ ਵਾਰ ਕੰਟਰੈਕਟ ਹੋ ਗਿਆ ਸੈੱਲ ਫੋਨ ਦਾ ਤੇ ਜਾਂ ਕਿਸੇ ਜਿਮ ਦਾ, ਉਹਦੇ ਬਾਅਦ ਸਾਡੇ ਹੱਥ 'ਚ ਕੁਛ ਨਹੀਂ। ਵਾਕਿਆ ਹੀ ਜੇ ਕੰਟਰੈਕਟ ਹੋ ਜਾਵੇ ਜੀ ਅਸੀਂ ਹੱਥ ਵੱਢ ਕੇ ਦੇ ਦਿੰਦੇ ਹਾਂ। ਰੀਤ ਜੀ, ਇਹ ਗੱਲ ਤਾਂ ਸਭ ਜਾਣਦੇ ਆ ਕਿ ਪੈਸਾ ਕਿੰਨਾ ਔਖਾ ਕਮਾ ਹੁੰਦਾ, ਪਰ ਖਰਚ ਤੇ ਕੋਈ ਖਰਚਣ ਲੱਗੇ ਕੋਈ ਜ਼ੋਰ ਨਹੀਂ ਲੱਗਦਾ ਜੀ। ਪਰ ਜਦੋਂ ਤੁਸੀਂ ਜੋ ਖਰੀਦਦੇ ਹੋ ਤੁਸੀਂ ਉਸ ਚੀਜ਼ ਖੁਸ਼ ਨਹੀਂ, ਤੁਹਾਨੂੰ ਉਹ ਚੀਜ਼ ਨਹੀਂ ਮਿਲਦੀ ਜੋ ਤੁਸੀਂ ਆਸ ਕੀਤੀ ਹੁੰਦੀ ਹੈ, ਤਾਂ ਹਰ ਇੱਕ ਬੰਦੇ ਨੂੰ ਚਾਹੇ ਜਿੰਨਾ ਮਰਜ਼ੀ ਅਮੀਰ ਆ ਉਹਨੂੰ ਕਾਫੀ ਦੁੱਖ ਹੁੰਦਾ ਹੈ। ਪਰ ਉਦੋਂ ਇਹ ਹੋਰ ਵੀ ਦੁਖਦਾਈ ਹੋ ਜਾਂਦਾ ਜਦੋਂ ਸੰਬੰਧਿਤ ਸਟੋਰ ਮਾਲਕ ਉਸ ਖਰੀਦੀ ਹੋਈ ਚੀਜ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੰਦੇ ਆ ਜਾਂ ਬਦਲਣ ਤੋਂ ਇਨਕਾਰ ਕਰ ਦਿੰਦੇ ਆ ਜਿਸ ਤੋਂ ਤੁਸੀਂ ਸੰਤੁਸ਼ਟ ਨਹੀਂ ਜੀ। ਕੈਨੇਡਾ ਵਿੱਚ ਚਾਹੇ ਤੁਸੀਂ ਕਿਸੇ ਵੀ ਸੂਬੇ 'ਚ ਰਹਿੰਦੇ ਹੋਵੋ,
ਕੰਜ਼ਿਊਮਰ ਦੀ ਰੱਖਿਆ ਲਈ ਪੂਰੇ ਕਾਨੂੰਨ ਹੈ ਜੀ। ਅੱਛਾ ਜੀ, ਇਹ ਕਿਹੜੀਆਂ ਸੁਰੱਖਿਆਵਾਂ ਨੇ ਜਿਹੜੀਆਂ ਕੰਜ਼ਿਊਮਰ ਨੂੰ ਮਿਲੀਆਂ ਹੋਈਆਂ ਨੇ? ਜਿਹੜਾ ਖਰੀਦਦਾਰ ਆ ਉਹਦੇ ਲਈ ਕੀ ਹੈ? ਕੈਨੇਡਾ ਦੇ ਖਾਸ ਕਰਕੇ ਆਪਣੇ ਬ੍ਰਿਟਿਸ਼ ਕੋਲੰਬੀਆ 'ਚ ਵਸਤੂ ਖਰੀਦਣ ਜਾਂ ਵਰਤਣ ਵਾਲੇ ਦੇ ਹੱਕਾਂ ਦੀ ਰਾਖੀ ਲਈ ਬਹੁਤ ਸਾਰੇ ਕਾਨੂੰਨ ਹੈ ਜੀ। ਜੇ ਜੋ ਵੀ ਤੁਸੀਂ ਚੀਜ਼ ਖਰੀਦਦੇ ਹੋ ਉਸ ਨੂੰ ਕਵਰ ਕਰਨ ਲਈ ਆਪਣਾ ਜਿਹੜਾ ਸੇਲਸ ਆਫ ਗੁੱਡਸ ਐਕਟ ਲਾਗੂ ਹੁੰਦਾ। ਇਸ ਦੇ ਨਾਲ ਹੀ ਬਿਜ਼ਨਸਿਸ ਪ੍ਰੈਕਟਿਸਿਸ ਐਂਡ ਕੰਜ਼ਿਊਮਰ ਗੁੱਡਸ ਐਕਟ ਵੀ ਹੈ, ਜਿਸ ਅਧੀਨ ਸੇਵਾਵਾਂ ਅਤੇ ਬਿਜ਼ਨਸ 'ਚ ਕੀਤੀਆਂ ਜਾਂਦੀਆਂ ਸਾਰੀਆਂ ਜਿਹੜੀਆਂ ਖਾਮੀਆਂ ਨਾਲ ਨਜਿੱਠਿਆ ਜਾ ਸਕਦਾ। ਪਰ ਜੇ ਕੋਈ ਗੱਲ ਲਿਖਤੀ ਕਾਨੂੰਨ ਦੇ ਦਾਇਰੇ 'ਚ ਨਹੀਂ ਵੀ ਆਉਂਦੀ ਤਾਂ ਵੀ ਤੁਸੀਂ ਹਰਜ਼ਾਨੇ ਦੀ ਮੰਗ ਕਰ ਸਕਦੇ ਹੋ, ਜੇ ਤੁਸੀਂ ਇਹ ਪ੍ਰੂਵ ਕਰ ਸਕੋ ਕਿ ਵੀ ਤੁਸੀਂ ਉਸ ਬੰਦੇ ਦੀ ਗੱਲਾਂ ਬਾਤਾਂ ਤੇ ਵਿਸ਼ਵਾਸ ਕੀਤਾ, ਉਸ ਵਿਸ਼ਵਾਸ ਕਰਕੇ ਤੁਸੀਂ ਇਹ ਚੀਜ਼ ਖਰੀਦੀ, ਪਰ ਇਹ ਚੀਜ਼ ਉਹ ਨਹੀਂ ਨਿਕਲੀ ਜੋ ਤੁਹਾਨੂੰ ਦੱਸੀ ਗਈ ਸੀ ਜੀ। ਅੱਛਾ ਜੀ, ਜਦ ਦਸਤਖਤ ਕਰਤੇ ਮੋਸਟਲੀ ਪ੍ਰਿੰਟਡ ਹੁੰਦੇ ਨੇ ਸਾਰੇ ਕੰਟਰੈਕਟ ਤੇ, ਬੜੇ ਫਾਈਨ ਅੱਖਰ ਹੁੰਦੇ ਨੇ, ਦਸਤਖਤ ਕਰ ਲਏ ਤੇ ਉਸ ਤੋਂ ਬਾਅਦ ਸਾਨੂੰ ਲੱਗਿਆ ਵੀ ਨਾ ਇਹ ਤਾਂ ਗੱਲ ਸੂਤ ਨਹੀਂ ਹੈ, ਕੀ ਕੁਝ ਬਦਲਾਅ ਹੋ ਸਕਦਾ ਕੰਟਰੈਕਟ 'ਚ? ਬਿਲਕੁਲ ਜੀ, ਬਹੁਤ ਸਾਰੇ ਲੋਕ ਸਮਝਦੇ ਹਨ ਕਿ ਜਿਹੜਾ ਦਸਤਖਤ ਕਰਨ ਲਈ ਇਕਰਾਰਨਾਮਾ ਉਹਨਾਂ ਦੇ ਸਾਹਮਣੇ ਰੱਖਿਆ ਗਿਆ, ਇਹ ਭਾਵੇਂ ਜਿਮ ਦਾ ਹੋਵੇ, ਸੈੱਲਫੋਨ ਦਾ, ਇਸ ਤੇ ਜੇ ਸੰਬੰਧਿਤ ਵਸਤੂ ਤੁਸੀਂ ਲੈਣੀ ਹੈ ਤਾਂ ਦਸਤਖਤ ਤੁਹਾਨੂੰ ਕਰਨੇ ਹੀ ਪੈਣੇ ਆ। ਤੁਹਾਨੂੰ ਉਹੀ ਕਰਨਾ ਚਾਹੀਦਾ ਜੋ ਤੁਹਾਨੂੰ ਠੀਕ ਜਾਪਦਾ। ਜੇ ਤੁਸੀਂ ਉਸ ਕੰਟਰੈਕਟ, ਉਸ ਇਕਰਾਰਨਾਮੇ ਤੇ ਕਿਸੇ ਇੱਕ ਹਿੱਸੇ ਨਾਲ ਸਹਿਮਤ ਨਹੀਂ ਤਾਂ ਤੁਸੀਂ ਉਸ ਤੇ ਲਕੀਰ ਮਾਰ ਸਕਦੇ ਹੋ, ਜਾਂ ਕੋਈ ਵੀ ਇਹੋ ਜਿਹੀ ਸ਼ਰਤ ਹੈ ਜਿਹਦੇ ਨਾਲ ਤੁਸੀਂ ਐਗਰੀ ਨਹੀਂ ਕਰਦੇ ਤਾਂ ਤੁਸੀਂ ਉਸ ਨੂੰ ਲਕੀਰ ਮਾਰ ਕੇ ਕੱਟ ਸਕਦੇ ਹੋ। ਪਰ ਸਾਡੇ ਨਾਲ ਇੱਕ ਗੱਲ ਇਹ ਹੈ ਵੀ ਕੋਈ ਵੀ ਕੀਤੀ ਗਈ ਤਬਦੀਲੀ ਦੋਵੇਂ ਧਿਰਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ, ਤੇ ਇਹ ਜਿਹੜੀ ਤੁਸੀਂ ਲਕੀਰ ਮਾਰੀ ਹੈ ਉਹਦੇ ਉੱਪਰ ਦੋਨਾਂ ਦੇ ਇਨੀਸ਼ੀਅਲ ਹੋਣੇ ਬਹੁਤ ਜ਼ਰੂਰੀ ਹੈ। ਸੋ ਕਈ ਵਾਰ ਲੋਕ ਸੋਚਦੇ ਆ ਵੀ ਸਾਡੇ ਕੋਲ ਕੋਈ ਚੋਇਸ ਨਹੀਂ, ਟੇਕ ਇਟ ਔਰ ਲੀਵ ਇਟ। ਐਸ ਜੀ ਸਿਚੁਏਸ਼ਨ 'ਚ ਪਹਿਲੀ ਤਾਂ ਗੱਲ ਹੈ ਤੁਹਾਨੂੰ ਫਸਣਾ ਨਹੀਂ ਚਾਹੀਦਾ, ਕਿਉਂਕਿ ਉਹੀ ਚੀਜ਼ ਖਰੀਦੋ ਜੋ ਤੁਹਾਨੂੰ ਬਾਰਾ ਖਾਂਦੀ ਹੈ, ਤੇ ਬਾਏ ਦਾ ਐਂਡ ਆਫ ਦਾ ਡੇ ਵਧੀਆ ਸੌਦੇ ਲਈ ਤੁਹਾਨੂੰ ਅੜਨ ਤੋਂ ਬਿਲਕੁਲ ਨਹੀਂ ਡਰਨਾ ਚਾਹੀਦਾ ਜੀ। ਵਕੀਲ ਸਾਹਿਬ, ਇੱਕ ਤਾਂ ਹੈ ਆਪਣੇ ਵਾਲਾ ਸਟਾਈਲ ਵੀ ਚੱਲ ਥੋੜੇ ਸਮੇਂ ਲਈ ਚੀਜ਼ ਚਾਹੀਦੀ ਹੈ, ਬਹੁਤ ਬੰਦੇ ਗੱਲ ਇਹ ਜਾਣ ਕੇ ਕਰ ਲੈਂਦੇ, ਲਿਆਂਦੀ ਚੀਜ਼ ਵਰਤੀ ਸਾਫ਼ ਕਰਕੇ ਮੋੜ ਆਂਦੀ। ਬਹੁਤ ਜ਼ਿਆਦਾ ਸਟੋਰ ਨੇ ਜਿਹੜੇ ਲੈ ਲੈਂਦੇ ਆ ਵਾਪਸ, ਪਰ ਕੁਝ ਕਈ ਸਟੋਰ ਨੇ ਜਿਹੜੇ ਉਹ ਵਾਪਸ ਨਹੀਂ ਲੈਂਦੇ ਚੀਜ਼ ਵੇਚੀ ਹੋਈ। ਉਹਦੇ 'ਚ ਕੋਈ ਕੈਨੇਡਾ ਦੇ ਵਿੱਚ ਇਹ ਜਾਇਜ਼ ਹੈ ਜਾਂ ਨਜਾਇਜ਼ ਹੈ? ਤਕਰੀਬਨ ਸਾਰੇ ਕੈਨੇਡਾ 'ਚ ਆਮ ਤੌਰ ਤੇ ਖਰੀਦੀ ਵਸਤੂ ਮੋੜਨ ਜਾਂ ਬਦਲਣ ਸੰਬੰਧੀ ਕਾਨੂੰਨ ਤਾਂ ਹੈਗੇ ਜੀ, ਪਰ ਕਈ ਸਟੋਰ ਇਸ ਤਰ੍ਹਾਂ ਦੇ ਹਨ ਕਿ ਉਹ ਬਿਨਾਂ ਬਹੁਤੀ ਪੁੱਛਗਿੱਛ ਕੀਤੇ ਸਮਾਨ ਬਦਲ ਦਿੰਦੇ ਆ, ਪਰ ਕਈ ਇਸ ਤਰ੍ਹਾਂ ਦੇ ਹਨ ਕਿ ਉਹ ਤੁਹਾਡੀ ਗੱਲ ਹੀ ਨਹੀਂ ਸੁਣਦੇ। ਉਹਨਾਂ ਦਾ ਸਲੂਕ ਬਿਲਕੁਲ ਹਿੰਦੁਸਤਾਨ ਵਰਗਾ ਜੀ। ਪਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਕੋਈ ਵਸਤੂ ਖਰੀਦਣ ਸਮੇਂ ਸੰਬੰਧਿਤ ਸਟੋਰ ਦੇ ਉਹਨਾਂ ਦੀ ਜਿਹੜੀ ਮੋੜਨ ਸੰਬੰਧੀ ਪਾਲਿਸੀ ਹੈ ਉਹਦੇ ਬਾਰੇ ਤੁਹਾਨੂੰ ਜ਼ਰੂਰ ਪਤਾ ਕਰ ਲੈਣਾ ਚਾਹੀਦਾ ਬਿਫੋਰ ਤੁਸੀਂ ਕੋਈ ਚੀਜ਼ ਖਰੀਦੋ। ਚਾਹੇ ਤੁਸੀਂ ਕੋਈ 50,000 ਦੇ ਅਪਲਾਇੰਸ ਖਰੀਦ ਰਹੇ ਹੋ, ਚਾਹੇ ਕੋਈ $50 ਦੀ ਕੋਈ ਹੋਰ ਚੀਜ਼। ਇਸ ਤਰ੍ਹਾਂ ਤੁਸੀਂ ਉਸੇ ਸਮੇਂ ਹੀ ਫੈਸਲਾ ਕਰ ਸਕਦੇ ਹੋ ਵੀ ਜੇ ਤੁਸੀਂ ਉਹ ਚੀਜ਼ ਮੋੜ ਨਹੀਂ ਸਕਦੇ ਤਾਂ ਕੀ ਤੁਸੀਂ ਫਿਰ ਵੀ ਉਹ ਚੀਜ਼ ਖਰੀਦਣੀ ਚਾਹੁੰਦੇ ਹੋ ਜਾਂ ਨਹੀਂ। ਸੋ ਉਹਨਾਂ ਦੀ ਰਿਟਰਨ ਪਾਲਿਸੀ ਬਾਰੇ ਤੁਹਾਨੂੰ ਪੂਰਾ ਜਾਣੂ ਹੋਣਾ ਚਾਹੀਦਾ ਬਿਫੋਰ ਯੂ ਸਪੈਂਡ ਮਨੀ ਜੀ। ਮਸ਼ੀਨਰੀ ਕੋਈ ਲੈ ਲਈ ਪਰ ਉਹ ਠੀਕ ਨਾ ਚੱਲੇ ਤੇ ਸਟੋਰ ਵਾਲੇ ਕਹਿਣ ਅਸੀਂ ਹੁਣ ਲੈਣੀ ਨਹੀਂ, ਇਹ ਚਲਾ ਲਈ ਤੁਸੀਂ, ਫਿਰ? ਹਾਂ ਜੀ, ਪਹਿਲੀ ਗੱਲ ਤਾਂ ਇਹ ਕਿ ਤੁਸੀਂ ਸਟੋਰ ਵਾਲਿਆਂ ਨਾਲ ਇੰਸਟੈਡ ਆਫ ਵੀ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਓ, ਉਹਨਾਂ ਨਾਲ ਬੜੇ ਧੀਰਜ ਨਾਲ ਤੁਹਾਨੂੰ ਗੱਲਬਾਤ ਕਰਨੀ ਚਾਹੀਦੀ ਹੈ, ਹਾਲਾਤ ਨੂੰ ਵਧੀਆ ਢੰਗ ਨਾਲ ਤੁਹਾਨੂੰ ਵਿਸਤਾਰ ਨਾਲ ਦੱਸਣਾ ਚਾਹੀਦਾ। ਪਰ ਜੇ ਤੁਹਾਨੂੰ ਗੱਲ ਕਰਨਾ ਮੁਸ਼ਕਿਲ ਲੱਗਦਾ ਤਾਂ ਤੁਸੀਂ ਉਹਨਾਂ ਨਾਲ ਲਿਖਤੀ ਰੂਪ 'ਚ ਵੀ ਸੰਪਰਕ ਕਰ ਸਕਦੇ ਹੋ। ਜੇ ਨਹੀਂ ਗੱਲ ਬਣਦੀ, ਅਗਲਾ ਕਦਮ ਹੈ ਵੀ ਤੁਸੀਂ ਇਸ ਸੰਬੰਧੀ ਆਪਣੇ ਸੂਬੇ ਦੀ ਕੰਜ਼ਿਊਮਰ ਪ੍ਰੋਟੈਕਸ਼ਨ ਏਜੰਸੀ ਨੂੰ ਸ਼ਿਕਾਇਤ ਕਰ ਸਕਦੇ ਹੋ। ਹਰ ਇੱਕ ਸੂਬੇ 'ਚ ਜਿਹੜੇ ਆਪਣੇ ਉਪਭੋਗ ਹੈ, ਕੰਜ਼ਿਊਮਰ ਹੈ, ਉਹਨਾਂ ਦੀ ਸੁਰੱਖਿਆ ਲਈ ਏਜੰਸੀ ਹੈ ਗਵਰਨਮੈਂਟ ਦੀ, ਕੰਜ਼ਿਊਮਰ ਪ੍ਰੋਟੈਕਸ਼ਨ ਏਜੰਸੀ। ਤੁਸੀਂ ਉਹਨਾਂ ਦਾ ਵੇਰਵਾ ਗੂਗਲ ਤੋਂ ਕੱਢ ਸਕਦੇ ਹੋ। ਤੁਸੀਂ ਉਹਨਾਂ ਕੋਲ ਡੈਫੀਨੇਟਲੀ ਰਿਟਨ ਕੰਪਲੇਂਟ ਫਾਈਲ ਕਰ ਸਕਦੇ ਹੋ। ਇੱਕ ਵਾਰ ਜਦ ਤੁਸੀਂ ਰਿਟਨ ਕੰਪਲੇਂਟ ਫਾਈਲ ਕਰਦੇ ਹੋ ਤੇ ਫਿਰ ਉਹ ਡੈਫੀਨੇਟਲੀ ਇਨਵੈਸਟੀਗੇਸ਼ਨ ਕਰਦੇ ਆ, ਤੁਹਾਨੂੰ ਮੌਕਾ ਦਿੰਦੇ ਆ ਤੇ ਸਟੋਰ ਵਾਲਿਆਂ ਦੇ ਕੰਨ ਖਿੱਚਦੇ ਆ। ਪਰ ਜੇ ਸਭ ਨਹੀਂ ਵੀ ਹੋ ਸਕਦਾ, ਆਖਰੀ ਢੰਗ ਹੈ ਕਿ ਵੀ ਤੁਸੀਂ ਉਸ ਬਿਜ਼ਨਸ ਦੇ ਖਿਲਾਫ ਹਰਜਾਨੇ ਦਾ ਦਾਵਾ ਠੋਕ ਸਕਦੇ ਹੋ ਜੀ। ਪਾਰਕਿੰਗ ਦੇ ਨਿਯਮਾਂ ਦੇ ਮੈਂ ਬੜੇ ਸ਼ੋਅ ਕੀਤੇ ਜੀ, ਜਿਹੜੀ ਪ੍ਰਾਈਵੇਟ ਪਾਰਕਿੰਗਾਂ ਦੇ ਵਿੱਚ ਜਿਹੜੀਆਂ ਟਿਕਟਾਂ ਮਿਲਦੀਆਂ ਨੇ ਵੀ ਉਹਨੂੰ ਚੈਲੰਜ ਤੁਸੀਂ ਕਰੋ ਜਾਂ ਨਾ ਕਰੋ, ਤੁਸੀਂ ਨਾ ਪੇ ਕਰੋ ਤਾਂ ਉਹਦਾ ਸਰ ਸਕਦਾ। ਸਰਕਾਰ ਵਾਲੀਆਂ ਟਿਕਟਾਂ ਤੁਹਾਨੂੰ ਇੰਸ਼ੋਰੈਂਸ ਰਿਨਿਊਅਲ ਵੇਲੇ ਦੇਣੀਆਂ ਪੈਣੀਆਂ। ਇਹ ਵੀ ਦੱਸਿਓ ਮੈਨੂੰ, ਇਹ ਪਤਾ ਲੱਗਾ ਵੀ ਕਾਰ ਤੁਹਾਡੀ ਟੋ ਹੋ ਗਈ ਪਰ ਟੋ ਦੇ ਤੁਸੀਂ ਪੈਸੇ ਨਹੀਂ ਦੇਣਾ ਚਾਹੁੰਦੇ, ਇਹੋ ਜਿਹਾ ਹੈ ਕੁਛ? ਅਸਲ 'ਚ ਅਜੀਤ ਜੀ
ਟੋ ਕੀਤੀ ਹੋਈ ਕਾਰ ਨੂੰ ਮੁੜ ਲੈਣਾ ਕਈ ਵਾਰ ਬਹੁਤ ਵੱਡੀ ਮੁਸੀਬਤ ਬਣ ਜਾਂਦੀ ਹੈ ਜੀ। ਜੇ ਤੁਸੀਂ ਕਾਰ ਨੂੰ ਕਿਸੇ ਸਟਰੀਟ ਜਾਂ ਸੜਕ ਤੇ ਉਸ ਥਾਂ ਤੇ ਖੜੀ ਕੀਤਾ ਜਿੱਥੇ ਤੁਸੀਂ ਕਰ ਨਹੀਂ ਸਕਦੇ, ਜਾਂ ਇਸ ਨੂੰ ਕਿਸੇ ਵੀ ਨਿੱਜੀ ਦੀ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਤੋਂ ਬਿਨਾਂ ਪੁੱਛੇ ਖੜਾ ਕੀਤਾ, ਤਾਂ ਇਸ ਤਰ੍ਹਾਂ ਦੇ ਹਾਲਾਤ ਤੁਹਾਡੀ ਗੱਡੀ ਨੂੰ ਟੋ ਕਰਵਾਇਆ ਜਾ ਸਕਦਾ। ਅਤੇ ਜਿੰਨਾ ਚਿਰ ਤੁਸੀਂ ਇਸ ਦੀ ਬਣਦੀ ਫੀਸ ਨਹੀਂ ਦਿੰਦੇ ਉਹਨਾਂ ਚਿਰ ਤੁਹਾਨੂੰ ਤੁਹਾਡੀ ਗੱਡੀ ਨਹੀਂ ਮਿਲਣੀ। ਸੋ ਇਸ ਵਿੱਚ ਸਟੋਰੇਜ ਅਤੇ ਟੋ ਕਰਨ ਦੀ ਫੀਸ ਦੋਵੇਂ ਹੀ ਸ਼ਾਮਲ ਹੁੰਦੀਆਂ ਜੀ। ਪਰ ਜੇ ਗੱਲ ਕਾਨੂੰਨ ਦੀ ਕਰੀਏ ਤਾਂ ਮੋਟਰ ਵਹੀਕਲ ਐਕਟ ਦੀ ਦਫਾ 188 ਅਨੁਸਾਰ ਇਹ ਕਾਰ ਜੋ ਟੋ ਕੀਤੀ ਗਈ ਆ ਜ਼ਰੂਰ ਗੈਰ ਕਾਨੂੰਨੀ ਤੌਰ ਤੇ ਪਾਰਕ ਕੀਤੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਹੀ ਤੁਹਾਡੀ ਜ਼ਿੰਮੇਵਾਰੀ ਬਣ ਸਕਦੀ ਹੈ। ਅਸੀਂ ਇਸ ਤਰ੍ਹਾਂ ਦੇ ਵੀ ਕੇਸ ਲੜੇ ਜਿੱਥੇ ਇਹ ਫੈਸਲਾ ਹੋਇਆ ਕਿ ਕਾਰ ਨੂੰ ਟੋ ਕਰਨਾ ਹੀ ਨਹੀਂ ਚਾਹੀਦਾ ਸੀ ਅਤੇ ਟੋ ਯਾਰਡ ਵਾਲਿਆਂ ਨੂੰ ਉਹਨਾਂ ਵੱਲੋਂ ਸਾਰੇ ਪੈਸੇ ਬੰਦੇ ਦੇ ਵਾਪਸ ਕੀਤੇ ਗਏ ਤੇ ਮਾਫੀ ਮੰਗੀ ਗਈ ਜੀ। ਅੱਛਾ ਵਕੀਲ ਸਾਹਿਬ, ਬਜ਼ੁਰਗ ਨੇ ਘਰੇ ਆਪਣੇ ਜਵਾਕ ਗਰਮੀ ਦੀਆਂ ਛੁੱਟੀਆਂ 'ਚ ਗਲ ਦੇ ਵਿੱਚ ਇੱਕ ਆਈਡੀ ਲਮਕਾ ਕੇ ਆਉਂਦੇ ਨੇ ਤੇ ਆਪਣੇ ਮਾਪੇ ਕਹਿੰਦੇ ਬਹਿ ਜਾ ਪੁੱਤਾ ਜਦ ਤੈਨੂੰ ਚਾਹ ਧਰ ਕੇ ਦੇਵਾਂ, ਤੇ ਉਹ ਗੱਲਾਂ ਦੱਸਦੇ ਨੇ ਆਹ ਕਰ ਦੂੰ ਸਸਤਾ, ਉਹ ਕਰ ਦੂੰ, ਤੇ ਕੁਛ ਵੇਚ ਜਾਂਦੇ ਨੇ ਉਹਨਾਂ ਨੂੰ। ਉੱਥੇ ਕੋਈ ਉਹ ਮਤਲਬ ਫਿਰ ਪਤਾ ਲੱਗਦਾ ਵੀ ਨਹੀਂ ਇਹ ਤਾਂ ਮਹਿੰਗਾ ਹੋ ਗਿਆ ਤੇ ਗੜਬੜ ਦਸਤਖਤ ਕਰਾ ਕੇ ਲੈ ਗਏ। ਬਹੁਤ ਬਜ਼ੁਰਗਾਂ ਦੇ ਸਾਡਿਆਂ ਦੇ ਜਿਹੜੇ ਨੇ ਸਟੋਰਾਂ ਦੇ ਕਾਰਡ ਵਰਦੀ ਸਾਰ ਆਪਣੀਆਂ ਕੁੜੀਆਂ ਮੁੰਡੇ ਖੜੇ ਹੁੰਦੇ ਨੇ, ਬਾਬਾ ਜੀ ਆਹ ਲੈ ਲਓ ਤੁਸੀਂ, ਉਹ ਸਾਈਨ ਕਰ ਦਿੰਦੇ ਨੇ, ਸਟੋਰਾਂ ਦੇ ਕਾਰਡ ਆਈ ਜਾਂਦੇ ਨੇ ਤੇ ਮੁੜ ਕੇ ਉਹ ਕ੍ਰੈਡਿਟ ਤੇ ਆਉਂਦੇ ਨੇ। ਸੋ ਇਹ ਜਿਹੜਾ ਇਹਦੇ 'ਚ ਬਚਾਓ ਲਈ ਕਾਨੂੰਨ ਹੈ ਕੋਈ? ਹਾਂਜੀ, ਕਾਨੂੰਨ ਦੀ ਭਾਸ਼ਾ 'ਚ ਜਿਸ ਤਰ੍ਹਾਂ ਦਾ ਤੁਸੀਂ ਮੈਨੂੰ ਬਿਆਨ ਕੀਤਾ, ਇਸ ਨੂੰ ਜੇ ਆਪਾਂ ਪੰਜਾਬੀ ਭਾਸ਼ਾ 'ਚ ਮੈਂ ਤੁਹਾਨੂੰ ਦੱਸਾਂ, ਇਸ ਨੂੰ ਵਪਾਰਕ ਕਿਰਿਆਵਾਂ ਦਾ ਅਨਕੌਂਸ਼ਨੇਬਲ ਐਕਟ, ਭਾਵ ਤੁਹਾਡੀ ਆਤਮਾ ਨੂੰ ਦੁਖੀ ਕਰਨ ਵਾਲਾ ਕਾਰਾ ਹੈ ਜੀ। ਇਸ ਨੂੰ ਆਪਣਾ ਜਿਹੜਾ ਬਿਜ਼ਨਸ ਪ੍ਰੈਕਟਿਸਿਸ ਐਂਡ ਕੰਜ਼ਿਊਮਰ ਗੁੱਡਸ ਐਕਟ ਦੀ ਦਫਾ 7 ਤੋਂ ਲੈ ਕੇ 9 ਵਿੱਚ ਬਿਆਨਿਆ ਗਿਆ ਜੀ। ਇਸ ਦਾ ਮਤਲਬ ਇਹ ਹੈ ਵੀ ਉਹ ਕਿਸੇ ਤਰ੍ਹਾਂ ਦਾ ਦਬਾਅ ਜਾਂ ਢੰਗ ਤਰੀਕੇ ਜਿਸ ਨਾਲ ਕਿਸੇ ਚੀਜ਼ ਜਾਂ ਸੇਵਾਵਾਂ ਦੀ ਨਿਰਧਾਰਤ ਨਾਲੋਂ ਵੱਧ ਕੀਮਤ ਲਈ ਜਾਵੇ, ਇਹ ਸਭ ਕੁਝ ਗੈਰ ਕਾਨੂੰਨੀ ਹੈ ਜੀ। ਇਸ ਤਰ੍ਹਾਂ ਦੇ ਹਾਲਾਤ 'ਚ ਜੇ ਕੇਸ ਅਦਾਲਤ 'ਚ ਜਾਂਦਾ ਤਾਂ ਖਰੀਦਦਾਰ ਉਸ ਤੇ ਖਰੀਦ ਜਾਂ ਸੇਵਾਵਾਂ ਸੰਬੰਧੀ ਜਿਹੜੀਆਂ ਠੋਸੀਆਂ ਗਈਆਂ ਸ਼ਰਤਾਂ ਦਾ ਪਾਬੰਦ ਨਹੀਂ ਹੋਵੇਗਾ ਜੀ। ਇਸ ਤਰ੍ਹਾਂ ਦੇ ਹਾਲਾਤ 'ਚ ਕੀਤੀ ਗਈ ਡੀਲ ਸੰਬੰਧੀ ਫੈਸਲਾ ਲੈਂਦੇ ਸਮੇਂ ਅਦਾਲਤ ਵੱਲੋਂ ਸੰਬੰਧਿਤ ਪੀੜਤ ਵਿਅਕਤੀ ਦੀ ਉਮਰ, ਮਾਨਸਿਕ ਹਾਲਤ ਤੋਂ ਬਿਨਾਂ ਇਹ ਵੀ ਵੇਖਿਆ ਜਾਵੇਗਾ ਕਿ ਉਹ ਵਿਅਕਤੀ ਠੀਕ ਤਰ੍ਹਾਂ ਲਿਖ ਪੜ੍ਹ ਵੀ ਸਕਦਾ ਸੀ। ਜਿਵੇਂ ਤੁਸੀਂ ਦੱਸਿਆ ਕਿ ਵੀ ਜਿਹੜੇ ਬਜ਼ੁਰਗਾਂ ਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੈ, ਉਹਨਾਂ ਦੀ ਸੁਰੱਖਿਆ ਲਈ, ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਇਹ ਸਾਰਾ ਕੁਝ ਹੈਗਾ ਕਿ ਵੀ ਜੇ ਤੁਸੀਂ ਅਨਪੜ੍ਹ ਬੰਦੇ ਦਾ ਬੇਵਕੂਫ ਬਣਾਓ ਤਾਂ ਤੁਸੀਂ ਇਹ ਨਾ ਸਮਝੋ ਕਿ ਵੀ ਤੁਸੀਂ ਆਪਣੀ ਚਾਲ 'ਚ ਕਾਮਯਾਬ ਹੋ ਜਾਓਗੇ। ਤਾਂ ਆਹ ਜਿਹੜੀਆਂ ਮੈਂ ਤੁਹਾਨੂੰ ਦਫਾ ਦੱਸੀਆਂ ਬਿਜ਼ਨਸ ਪ੍ਰੈਕਟਿਸਿਸ ਐਂਡ ਕੰਜ਼ਿਊਮਰ ਗੁੱਡਸ ਐਕਟ ਦੇ ਅਧੀਨ ਤੁਹਾਨੂੰ ਤੁਸੀਂ ਕਾਨੂੰਨ ਦੇ ਚੁੰਗਲ 'ਚ ਫਸ ਸਕਦੇ ਹੋ ਜੀ। ਸੇਲ ਲਾਤੀ ਸਟੋਰ ਨੇ, ਅਸੀਂ ਲੈਣ ਗਏ, ਉਹ ਕਹਿੰਦੇ ਨਾ ਸੇਲ ਵਾਲੀ ਚੀਜ਼ ਮੁੱਕ ਗਈ, ਕੋਈ ਰੇਨ ਚੈੱਕ ਵੀ ਨਹੀਂ, ਉੱਥੇ ਹੱਕ ਹੈ ਜੀ ਕੋਈ? ਸੇਲ ਨੇ ਤਾਂ ਜੀ ਹੱਦ ਕੀਤੀ ਹੈ। ਬੜੇ 50 ਫੁੱਟ ਦੇ ਸਾਈਨ ਲਾ ਦਿੰਦੇ ਆ, ਕਲੋਜ਼ਿੰਗ ਡਾਊਨ ਸੇਲ। ਉਸ ਤੋਂ ਬਾਅਦ 5 ਸਾਲ ਬਾਅਦ ਵੀ ਸਟੋਰ ਆਪਾਂ ਦੇਖਿਆ ਚੱਲਦਾ ਰਹਿੰਦਾ। ਹਾਂ ਬਿਲਕੁਲ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਸਟੋਰ ਕਿਸੇ ਚੀਜ਼ ਨੂੰ ਵੇਚਣ ਲਈ ਮਸ਼ਹੂਰੀ ਵਜੋਂ ਸੇਲ ਲਾਉਂਦੇ ਹਨ, ਪਰ ਜਦੋਂ ਤੁਸੀਂ ਸਟੋਰ 'ਚ ਜਾ ਕੇ ਵੇਖਦੇ ਹੋ ਤਾਂ ਉਹ ਚੀਜ਼ ਸੇਲ ਤੇ ਨਹੀਂ ਹੁੰਦੀ ਅਤੇ ਇਸ ਮੌਕੇ ਸਟੋਰ ਵਾਲੇ ਤੁਹਾਨੂੰ ਕੋਈ ਉਸ ਤਰ੍ਹਾਂ ਦੀ ਹੋਰ ਰਲਦੀ ਮਿਲਦੀ ਚੀਜ਼ ਖਰੀਦਣ ਲਈ ਪ੍ਰੇਰਦੇ ਆ। ਪਰ ਕਾਨੂੰਨ ਅਨੁਸਾਰ ਜੇ ਉਹ ਚੀਜ਼ ਮੌਜੂਦ ਨਹੀਂ ਤਾਂ ਸਟੋਰ ਵਾਲਿਆਂ ਨੂੰ ਉਸ ਮਸ਼ਹੂਰੀ 'ਚ ਦਿੱਤੀ ਗਈ ਜਿਹੜੀ ਚੀਜ਼ ਹੈ ਉਸ ਨੂੰ ਬਾਅਦ 'ਚ ਖਰੀਦ ਸਕਣ ਲਈ ਤੁਹਾਨੂੰ ਰੇਨ ਚੈੱਕ ਜਿਹੜੇ ਗੋਰੇ ਆਖਦੇ ਆ ਤੁਹਾਨੂੰ ਦੇਣਾ ਪਵੇਗਾ ਜੀ। ਪਰ ਜੇ ਸਟੋਰ ਵਾਲੇ ਇਹ ਦੱਸ ਦੇਣ ਕਿ ਇਸ ਸੰਬੰਧੀ ਉਹਨਾਂ ਤੋਂ ਕੋਈ ਗਲਤੀ ਹੋ ਗਈ ਜਾਂ ਮਸ਼ਹੂਰੀ 'ਚ ਗਲਤੀ ਹੋ ਗਈ ਤਾਂ ਇਸ ਤਰ੍ਹਾਂ ਦੇ ਹਾਲਾਤ 'ਚ ਉਹਨਾਂ ਦਾ ਬਚਾਅ ਵੀ ਹੋ ਸਕਦਾ ਤੇ ਉਹ ਸਰਕਾਰੀ ਜੁਰਮਾਨੇ ਤੋਂ ਵੀ ਬਚ ਸਕਦੇ ਆ। ਪਰ ਦੂਜੇ ਬੰਨੇ ਜੇ ਕੋਈ ਚੀਜ਼ ਖਰੀਦਣ ਵਾਲਾ ਜਾਂ ਸੇਵਾ ਲੈਣ ਵਾਲਾ ਇਹ ਸਮਝੇ ਵੀ ਉਸ ਨਾਲ ਧੋਖਾ ਹੋਇਆ ਤਾਂ ਉਸ ਸੰਬੰਧਿਤ ਸਟੋਰ ਜਾਂ ਸੇਵਾਵਾਂ ਦੇਣ ਵਾਲੇ ਵਿਰੁੱਧ ਸ਼ਿਕਾਇਤ ਕਰ ਸਕਦਾ ਅਤੇ ਇਸ ਤਰ੍ਹਾਂ ਦੇ ਮਾਮਲੇ 'ਚ ਕਈ ਵਾਰ ਸੰਬੰਧਿਤ ਸੇਵਾ ਲੈਣ ਵਾਲੇ ਜਾਂ ਸਟੋਰ ਵਾਲੇ ਨੂੰ $7.5 ਲੱਖ ਤੱਕ ਦਾ ਵੀ ਜੁਰਮਾਨਾ ਹੋ ਸਕਦਾ ਜੀ, ਹੋਇਆ। ਪਰ ਇਹ ਸਭ ਇਸ ਗੱਲ ਤੇ ਨਿਰਭਰ ਕਰਦਾ ਕਿ ਸਟੋਰ ਜਾਂ ਸੇਵਾ ਕੇਂਦਰ ਕਿਸ ਤਰ੍ਹਾਂ ਦੇ ਹਨ। ਸੋ ਜਿੰਨਾ ਬੜਾ ਸਟੋਰ ਓਨਾ ਬੜਾ ਉਹਨਾਂ ਨੂੰ ਜੁਰਮਾਨਾ ਹੋਣ ਦਾ ਹਮੇਸ਼ਾ ਹੀ ਖਤਰਾ ਰਹਿੰਦਾ ਜੀ। ਅੱਛਾ ਵਕੀਲ ਸਾਹਿਬ, ਮਸ਼ਹੂਰੀਆਂ ਦੀ ਗੱਲ ਜਿਹੜੀ ਕਰੀਏ, ਮਸ਼ਹੂਰੀਆਂ ਅਸੀਂ ਵੀ ਬਹੁਤ ਕਰਦੇ ਹਾਂ। ਮਸ਼ਹੂਰੀ ਦੇ ਵਿੱਚ ਜੇ ਚੱਕਵੀਂ ਗੱਲ ਕਰਦੀ ਹੈ ਤੇ ਉੱਥੇ ਹੋਵੇ ਨਾ ਉਹ ਚੀਜ਼, ਫਿਰ ਕੋਈ ਉਹਦਾ ਵੀ ਹੈ, ਇਹਦੇ ਤੇ ਕੁਝ ਕਾਨੂੰਨ ਹੈ? ਹਾਂਜੀ, ਹਰ ਤਰ੍ਹਾਂ ਦੀ ਮਸ਼ਹੂਰੀ ਇਹ ਰੇਡੀਓ
ਅਖਬਾਰ ਜਾਂ ਫਲਾਇਰ ਤੇ ਹੋਵੇ ਉਹ ਕਾਨੂੰਨ ਅਧੀਨ ਕਾਨੂੰਨ ਅਧੀਨ ਆਉਂਦੀ ਹੈ, ਤੇ ਜਿਹੜੀ ਤੁਹਾਨੂੰ ਲੱਗਦੀ ਹੈ ਕਿ ਝੂਠ ਹੈ ਤੇ ਗਾਹਕ ਨੂੰ ਗੁੰਮਰਾਹ ਕਰਨ ਵਾਲੀ ਹੈ ਉਸ ਨੂੰ ਰੋਕਿਆ ਵੀ ਜਾ ਸਕਦਾ ਜੀ। ਜੇ ਕੋਈ ਕਿਸੇ ਸੇਲਸਮੈਨ ਤੋਂ ਕੋਈ ਜਾਣਕਾਰੀ ਲੈਣਾ ਚਾਹੁੰਦਾ, ਪਰ ਸੇਲਸਮੈਨ ਦਾ ਫਰਜ਼ ਬਣਦਾ ਕਿ ਉਹ ਤੁਹਾਨੂੰ ਸਹੀ ਐਨ ਸੱਚੀ ਜਾਣਕਾਰੀ ਦੇਵੇ, ਅਤੇ ਇਸ ਤਰ੍ਹਾਂ ਦਿੱਤੀ ਗਈ ਜਾਣਕਾਰੀ ਠੀਕ ਹੋਣ ਤੋਂ ਬਿਨਾਂ ਧੋਖਾ ਦੇਣ ਵਾਲੀ ਬਿਲਕੁਲ ਨਹੀਂ ਹੋਣੀ ਚਾਹੀਦੀ। ਇਹ ਨਹੀਂ ਕਿ ਆਪਣੀ ਚੀਜ਼ ਵੇਚਣ ਜਾਂ ਸੇਵਾ ਲੈਣ ਲਈ ਸੇਲਸਮੈਨ ਕੁਝ ਵੀ ਤੁਹਾਨੂੰ ਕਹੀ ਜਾਵੇ ਜੀ। ਇਸ ਦੇ ਨਾਲ ਹੀ ਸੇਵਾ ਲੈਣ ਵਾਲੇ ਜਾਂ ਚੀਜ਼ ਖਰੀਦਣ ਵਾਲੇ ਨੂੰ ਵੀ ਕਿਸੇ ਸਹਿਮਤੀ ਲਈ ਦਸਤਖਤ ਕਰਨ ਸਮੇਂ ਸਭ ਕੁਝ ਚੰਗੀ ਤਰ੍ਹਾਂ ਪੜ੍ਹ ਅਤੇ ਸਮਝ ਲੈਣਾ ਚਾਹੀਦਾ। ਜੇ ਉਹਨਾਂ ਦਾ ਵਿਹਾਰ ਠੀਕ ਨਾ ਹੋਵੇ ਤਾਂ ਕੋਈ ਵੀ ਗਾਹਕ ਸਟੋਰ ਜਾਂ ਸੇਵਾ ਦੇਣ ਵਾਲਿਆਂ ਦੇ ਇਸ ਵਰਤਾਰੇ ਦੀ ਵੀ ਸ਼ਿਕਾਇਤ ਕਰ ਸਕਦਾ। ਸੋ ਦੋਨੋਂ ਧਿਰਾਂ ਨੂੰ ਜੇ ਤੁਸੀਂ ਚੀਜ਼ ਖਰੀਦਣ ਜਾਂਦੇ ਹੋ ਤਾਂ ਤੁਹਾਨੂੰ ਆਪਣੇ ਵੱਲੋਂ ਡਿਊ ਡਿਲੀਜੈਂਸ ਕਰਨੀ ਚਾਹੀਦੀ ਹੈ। ਲੈਟ ਦਾ ਬਾਇਰ ਬੀ ਵੇਅਰ ਇੱਕ ਆਪਣਾ ਕਾਨੂੰਨੀ ਪ੍ਰਿੰਸੀਪਲ ਹੈਗਾ, ਪਰ ਨਾਲ ਹੀ ਨਾਲ ਜੇ ਤੁਸੀਂ ਕਿਸੇ ਦੀ ਦਿੱਤੀ ਹੋਈ ਸਲਾਹ ਤੇ ਸਪੈਸ਼ਲੀ ਕਿਸੇ ਸੇਲਸ ਪਰਸਨ ਦੀ ਸਲਾਹ ਤੇ ਤੁਹਾਡਾ ਨੁਕਸਾਨ ਹੁੰਦਾ ਤਾਂ ਤੁਸੀਂ ਉਸ ਸੇਲਸ ਪਰਸਨ ਨੂੰ ਪਲੱਸ ਉਸ ਕੰਪਨੀ ਨੂੰ ਡੈਫੀਨੇਟਲੀ ਕੋਰਟ ਵਿੱਚ ਘੜੀਸ ਸਕਦੇ ਹੋ ਜੀ। ਵਕੀਲ ਸਾਹਿਬ, ਕੀਮਤਾਂ ਦਾ ਬੜਾ ਚੱਕਰ ਪੈਂਦਾ, ਚੀਜ਼ ਪਈ ਕਿਤੇ ਹੋਰ ਕੀਮਤ ਦੀ ਹੁੰਦੀ ਹੈ, ਜਦ ਖਰੀਦਣ ਲੱਗਦੇ ਆ ਉੱਥੇ ਹੋਰ ਹੁੰਦੀ ਹੈ, ਜਾਂ ਇੱਕੋ ਹੀ ਚੀਜ਼ ਤੇ ਦੋ ਪ੍ਰਾਈਸ ਟੈਗ ਹੁੰਦੇ ਨੇ, ਕਿਹੜਾ ਦੇਣਾ ਜੀ ਫਿਰ? ਇਸ ਸੰਬੰਧੀ ਕਾਨੂੰਨ ਬਿਲਕੁਲ ਸਪਸ਼ਟ ਹੈ ਜੀ। ਜੇ ਦੋ ਕੀਮਤਾਂ ਹੋਣ ਤਾਂ ਸਟੋਰ ਵਾਲਿਆਂ ਨੂੰ ਇਹਨਾਂ 'ਚ ਜਿਹੜੀ ਘੱਟ ਕੀਮਤ ਤੇ ਹੈ ਉਹੀ ਕੀਮਤ ਵਸੂਲ ਕਰਨੀ ਪਵੇਗੀ ਜੀ। ਜੇ ਸਟੋਰ ਵਾਲਾ ਲੱਗੀ ਹੋਈ ਘੱਟ ਕੀਮਤ ਤੋਂ ਵੱਧ ਕੀਮਤ ਲੈਂਦਾ ਤਾਂ ਇਹ ਬਿਲਕੁਲ ਗੈਰ ਕਾਨੂੰਨੀ ਹੈ, ਪਰ ਵੱਧ ਕੀਮਤ ਲੈਣ ਤੋਂ ਪਹਿਲਾਂ ਘੱਟ ਕੀਮਤ ਵਾਲਾ ਜਿਹੜਾ ਟੈਗ ਲੱਗਿਆ ਉਹ ਜਾਂ ਤਾਂ ਉਹਨੂੰ ਹਟਾ ਦੇਣਾ ਚਾਹੀਦਾ ਜਾਂ ਉਹ ਜਿਹੜੀ ਕੀਮਤ ਤੇ ਉਸ ਨੂੰ ਕਾਟਾ ਮਾਰ ਦੇਣਾ ਚਾਹੀਦਾ ਹੈ। ਇਹ ਜ਼ਰੂਰੀ ਨਹੀਂ ਕਿ ਪੁਰਾਣਾ ਟੈਗ ਪੜ੍ਹਿਆ ਨਾ ਜਾ ਸਕੇ, ਕੇਵਲ ਉਸ ਤੇ ਇੱਕ ਲਾਈਨ ਮਾਰ ਦੇਣੀ ਜਾਂ ਉਸ ਨੂੰ ਥੋੜਾ ਢੱਕ ਦੇਣਾ ਵੀ ਕਾਫੀ ਹੋ ਸਕਦਾ ਹੈ। ਪਰ ਜਦ ਤੁਸੀਂ ਕੋਈ ਵੀ ਚੀਜ਼ ਚੱਕ ਕੇ ਕੈਸ਼ੀਅਰ ਦੇ ਜਾਂਦੇ ਹੋ, ਚਾਹੇ ਵਾਲਮਾਰਟ ਹੈ ਚਾਹੇ ਸੁਪਰ ਸਟੋਰ ਹੈ, ਤੁਸੀਂ ਕੈਸ਼ੀਅਰ ਪੁਰਾਣੀ ਘੱਟ ਕੀਮਤ ਵਾਲੇ ਟੈਗ ਨੂੰ ਨਹੀਂ ਕੱਟ ਸਕਦਾ ਤੇ ਤੁਹਾਨੂੰ ਵੱਧ ਕੀਮਤ ਨਹੀਂ ਲਾ ਸਕਦਾ। ਸੋ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹੋਏ, ਜੇ ਇੱਕ ਤੁਸੀਂ ਕੋਈ ਟੀ ਸ਼ਰਟ ਚੱਕੀ ਹੈ ਉੱਤੇ ਦੋ ਟੈਗ ਲੱਗੇ ਆ 1199 ਤੇ 1599, ਤੇ ਜੇ ਤੁਸੀਂ ਕੈਸ਼ੀਅਰ ਦੇ ਲੈ ਕੇ ਜਾਂਦੇ ਹੋ ਤਾਂ ਕੈਸ਼ੀਅਰ ਦਾ ਫਰਜ਼ ਬਣਦਾ ਵੀ ਉਹ ਤੁਹਾਨੂੰ 1199 ਚ ਵੇਚੇ ਜੀ। ਵਕੀਲ ਸਾਹਿਬ, ਸਿਹਤ ਸੰਬੰਧੀ ਐਡਵਰਟਾਈਜ਼ਮੈਂਟ ਬਹੁਤ ਔਖਾ ਕਰਦੀ ਆ, ਬੰਦੇ ਨੂੰ ਦਿਖਾਉਂਦੇ ਆ ਇੱਕ ਪੈਂਟ ਜਿਹੜੀ 10 ਇੰਚ ਖੁੱਲੀ ਹੁੰਦੀ ਆ, ਉਹ ਕਹਿੰਦਾ ਵੀ ਇੰਨਾ ਪਤਲਾ ਹੋ ਗਿਆ, ਜਾਂ ਮਰਦਾਨਾ ਤਾਕਤ ਦੀਆਂ ਗੋਲੀਆਂ ਬਹੁਤ ਵੇਚਦੇ ਆ, ਇਹਨਾਂ ਤੇ ਵੀ ਕੋਈ ਕਾਨੂੰਨ ਹੈ? ਕਈ ਵਾਰ ਇਸ ਤਰ੍ਹਾਂ ਦੀਆਂ ਮਸ਼ਹੂਰੀਆਂ ਸੁਣਨ ਨੂੰ ਤਾਂ ਜੀ ਵਧੀਆ ਜਾਪਦੀਆਂ, ਪਰ ਅਸਲ 'ਚ ਬਹੁਤ ਵਾਰ ਇਹ ਠੀਕ ਨਹੀਂ ਹੁੰਦੀਆਂ। ਜੋ ਇਸ ਤਰ੍ਹਾਂ ਦੇ ਜਾਦੂਮਈ ਇਲਾਜਾਂ ਜਾਂ ਢੰਗਾਂ ਦੀ ਮਸ਼ਹੂਰੀ ਕਰਦੇ ਹਨ ਉਹ ਬਹੁਤ ਵਾਰ ਆਲਮੋਸਟ ਲੋਕਾਂ ਨਾਲ ਠੱਗੀ ਕਰਦੇ ਜੀ। ਇਸ ਲਈ ਇਸ ਤਰ੍ਹਾਂ ਦੀਆਂ ਮਸ਼ਹੂਰੀਆਂ ਦਾ ਤੁਹਾਨੂੰ ਪਿੱਛਾ ਬਹੁਤ ਹੀ ਧਿਆਨ ਨਾਲ ਕਰਨਾ ਚਾਹੀਦਾ, ਖਾਸ ਕਰਕੇ ਉਸ ਸਮੇਂ ਖਿਆਲ ਰੱਖੋ ਜਦੋਂ ਕੋਈ ਇੱਕ ਚੀਜ਼ ਨੂੰ ਕਈ ਬਿਮਾਰੀਆਂ ਦੇ ਇਲਾਜ ਵਜੋਂ ਵੇਚਣ ਦਾ ਯਤਨ ਕਰ ਰਹੇ ਹੋਣ। ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਇਸ ਤਰ੍ਹਾਂ ਦੀਆਂ ਦਵਾਈਆਂ ਜਾਂ ਖੁਰਾਕਾਂ ਦਾ ਸੇਵਨ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੇ ਫੈਮਿਲੀ ਡਾਕਟਰ ਦੀ ਜ਼ਰੂਰ ਸਲਾਹ ਲੈ ਲੈਣੀ ਚਾਹੀਦੀ ਹੈ। ਇਹਨਾਂ ਦੇ ਸਾਈਡ ਇਫੈਕਟਸ ਇੰਨੇ ਮਾੜੇ ਕਈ ਵਾਰ ਹੁੰਦੇ ਆ ਜੀ ਕਿ ਵੀ ਇਹਨਾਂ ਦਾ ਫਾਇਦਾ ਬਹੁਤ ਘੱਟ ਤੇ ਨੁਕਸਾਨ ਜ਼ਿਆਦਾ ਹੋਣ ਦਾ ਖਤਰਾ ਹੈ ਜੀ। ਅੱਛਾ ਜੀ, ਕਾਰਾਂ ਬਾਰੇ ਕਾਨੂੰਨ ਬਹੁਤ ਜ਼ਰੂਰਤ ਹੈ। ਇਹਦੇ 'ਚ ਬੰਦੇ ਬੜੇ ਫਸਦੇ ਆ। ਆਊਟ ਆਫ ਪ੍ਰੋਵਿੰਸ ਵਾਲੀ ਗੱਡੀ ਥੱਲਿਓਂ ਗਲੀ ਹੋਈ ਇੱਥੇ ਕਹਿ ਕੇ ਵੇਚਤੀ, ਮਾਈਲਜ਼ ਵਾਲੀ ਕਿਲੋਮੀਟਰ 'ਚ ਕਹਿ ਕੇ ਵੇਚਤੀ, ਮੀਟਰ ਪਿੱਛੇ ਨੂੰ ਘੁਮਾਤਾ। ਕਾਰਾਂ ਦਾ ਕੀ ਕਾਨੂੰਨ ਹੈ ਜੀ, ਕਾਰ ਜਦ ਖਰੀਦਦੇ ਹੋ? ਹਾਂ ਜੀ, ਇਸ ਤਰ੍ਹਾਂ ਦੇ ਮੌਕੇ ਲਈ ਮੋਟਰ ਡੀਲਰ ਐਕਟ ਹੈ ਜੋ ਸਾਰੀਆਂ ਕਾਰਾਂ ਵੇਚਣ ਵਾਲਿਆਂ ਤੇ ਲਾਗੂ ਹੁੰਦਾ ਜੀ। ਜੇ ਕੋਈ ਕਾਰ ਖਰੀਦਣ ਵਾਲਾ ਇਹ ਮਹਿਸੂਸ ਕਰਦਾ ਕਿ ਕਾਰ ਵੇਚਣ ਵਾਲੇ ਨੇ ਉਸ ਨਾਲ ਇਨਸਾਫ ਨਹੀਂ ਕੀਤਾ ਤਾਂ ਇਸ ਨਾਲ ਨਜਿੱਠਣ ਲਈ ਇੱਕ ਵੱਖਰਾ ਗਵਰਨਮੈਂਟ ਦਾ ਡਿਪਾਰਟਮੈਂਟ ਹੈ। ਹੋ ਸਕਦਾ ਕਿ ਕਾਰ 'ਚ ਕੋਈ ਨੁਕਸ ਸੀ ਜਿਹੜਾ ਤੁਹਾਨੂੰ ਨਹੀਂ ਦੱਸਿਆ ਗਿਆ, ਜਾਂ ਇਹ ਕਾਰ ਪਿਛੋਕੜ ਵਿੱਚ ਟੈਕਸੀ ਵਜੋਂ ਵਰਤੀ ਗਈ ਸੀ, ਜਾਂ ਪਿਛੋਕੜ 'ਚ ਪੁਲਿਸ ਦੀ ਕਾਰ ਰਹਿ ਚੁੱਕੀ ਹੈ, ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਤੁਹਾਨੂੰ ਨਹੀਂ ਜਾਣੂ ਕਰਾਇਆ ਗਿਆ। ਪਰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨਾਲ ਨਜਿੱਠਣ ਨਾਲ ਕਾਨੂੰਨ ਜਿਹੜਾ ਸਪੈਸ਼ਲੀ ਲਾਅ ਅਪਲਾਈ ਕਰਦਾ ਉਹ ਰਜਿਸਟਰਡ ਕਾਰ ਕੰਪਨੀਆਂ ਤੇ ਲਾਗੂ ਹੁੰਦਾ, ਆਮ ਵੇਚਣ ਵਾਲਿਆਂ ਤੇ ਨਹੀਂ। ਸੋ ਜੇ ਤੁਸੀਂ ਕ੍ਰੇਗ ਲਿਸਟ ਤੋਂ ਜਾਂ ਕਜੀਜੀ ਤੋਂ ਗੱਡੀ ਬਾਏ ਕਰਦੇ ਹੋ ਉਹਦੇ ਤੇ ਕਾਨੂੰਨ ਲਾਗੂ ਨਹੀਂ ਹੁੰਦਾ, ਪਰ ਜੇ ਤੁਸੀਂ ਮਰਸੀਡੀਜ਼ ਦੀ ਡੀਲਰਸ਼ਿਪ ਤੇ ਜਾਂਦੇ ਹੋ ਜਾਂ ਜਿਹੜੀਆਂ ਵੱਡੀਆਂ ਡੀਲਰਸ਼ਿਪਸ ਹੈਗੀਆਂ ਉਹਨਾਂ ਤੋਂ ਤੁਸੀਂ ਕਾਰ ਬਾਏ ਕਰਦੇ ਹੋ, ਉਹਨਾਂ ਉੱਪਰ ਇਹ ਮੋਟਰ ਡੀਲਰ ਐਕਟ ਪੂਰਾ ਲਾਗੂ ਕਰਦਾ। ਤੇ ਜੇ ਤੁਹਾਨੂੰ ਗਲਤ ਦਿੱਤੀ ਹੋਈ ਕਾਰ ਇਨਫੋਰਮੇਸ਼ਨ ਤੇ ਤੁਹਾਡਾ ਨੁਕਸਾਨ ਹੁੰਦਾ,
ਸਪੋਜ਼ ਕਰੋ ਤੁਹਾਨੂੰ ਕਿਹਾ ਜਾਂਦਾ ਕਿ ਵੀ ਗੱਡੀ ਲੱਖ ਕਿਲੋਮੀਟਰ ਚੱਲੀ ਹੈ ਪਰ ਐਕਚੁਅਲੀ 5 ਲੱਖ ਚੱਲੀ ਹੈ, ਤਾਂ ਤੁਸੀਂ ਡੈਫੀਨੇਟਲੀ ਗਵਰਨਮੈਂਟ ਦਾ ਡਿਪਾਰਟਮੈਂਟ ਹੈ ਮੋਟਰ ਡੀਲਰ ਐਕਟ ਦੇ ਅਧੀਨ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ, ਤੇ ਉਹ ਡੈਫੀਨੇਟਲੀ ਇਹਨਾਂ ਦੇ ਕੰਨ ਖਿੱਚਣਗੇ ਜੀ। ਹੋਰ ਡੀਲਰਸ਼ਿਪ, ਕਾਰ ਡੀਲਰਸ਼ਿਪ ਤੇ ਕਿਹੜੇ ਕਾਨੂੰਨ ਨੇ ਜੀ? ਮੰਨ ਲਓ ਗੱਡੀ ਲਈ, ਮੈਂ ਖੁਸ਼ ਨਹੀਂ ਉਹ ਗੱਡੀ ਤੋਂ, ਕੀ ਕਰ ਸਕਦਾ ਜੀ? ਇਸ ਤਰ੍ਹਾਂ ਦੇ ਹਾਲਾਤ 'ਚ ਇਹ ਮਸਲਾ ਹੱਲ ਕਰਨ ਲਈ ਪਹਿਲਾਂ ਤੁਹਾਨੂੰ, ਜਿਵੇਂ ਆਪਾਂ ਹਮੇਸ਼ਾ ਹੀ ਕਹੀਦਾ ਜੀ ਵੀ ਤੁਹਾਨੂੰ ਜਿਹਦੇ ਨਾਲ ਤੁਸੀਂ ਜਿੱਥੋਂ ਚੀਜ਼ ਖਰੀਦੀ ਹੈ ਉਹਦੇ ਨਾਲ ਤੁਹਾਨੂੰ ਢੰਗ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਮੋਸਟਲੀ ਮਾਮਲੇ ਸੁਲਝ ਜਾਂਦੇ ਆ, ਪਰ ਜੇ ਤੁਸੀਂ ਸਮਝਦੇ ਹੋ ਕਿ ਕਾਰ ਵੇਚਣ ਵਾਲੀ ਕੰਪਨੀ ਨੇ ਤੁਹਾਡੇ ਨਾਲ ਠੱਗੀ ਮਾਰੀ ਹੈ ਤਾਂ ਤੁਹਾਨੂੰ ਇਹ ਰਕਮ ਲੈਣ ਲਈ ਸੰਬੰਧਿਤ ਸਰਕਾਰੀ ਅਧਿਕਾਰੀ ਕੋਲ ਅਰਜ਼ੀ ਦੇਣੀ ਪਵੇਗੀ। ਇਸ ਤਰ੍ਹਾਂ ਦੇ ਸਮੇਂ ਨੁਕਸਾਨ ਪੂਰਤੀ ਲਈ ਸਰਕਾਰ ਕੋਲ ਇੱਕ ਫੰਡ ਹੁੰਦਾ ਜੀ, ਜਿਹੜਾ ਕਿ ਐਜ ਏ ਫਰਾਜੂਲੈਂਟ ਜਿਨ੍ਹਾਂ ਨੂੰ ਲੋਕਾਂ ਨਾਲ ਧੋਖਾਧੜੀ ਹੋਵੇ ਉਹਨਾਂ ਦਾ ਪੂਰਾ ਕਰਨ ਲਈ। ਪਰ ਤੁਸੀਂ ਕਾਰ ਵੇਚਣ ਵਾਲੀ ਕੰਪਨੀ ਤੇ ਵੀ ਹਰਜਾਨੇ ਦਾ ਦਾਅਵਾ ਕਰ ਸਕਦੇ ਹੋ। ਕੋਰਟ ਕਚਹਿਰੀਆਂ 'ਚ ਤਾਂ ਤੁਸੀਂ ਸਭ ਕੁਝ ਕਰ ਸਕਦੇ ਹੋ, ਪਰ ਤੁਹਾਡੀ ਲਾਸਟ ਆਪਸ਼ਨ ਹੋਣੀ ਚਾਹੀਦੀ ਹੈ। ਪਹਿਲਾਂ ਤੁਹਾਨੂੰ ਇਹ ਦੇਖਣਾ ਚਾਹੀਦਾ ਕਿ ਵੀ ਤੁਸੀਂ ਆਪ ਗੱਲਬਾਤ ਕਰਕੇ ਮਾਮਲਾ ਸੁਲਝਾ ਸਕਦੇ ਹੋ, ਜਾਂ ਕੋਈ ਗਵਰਨਮੈਂਟ ਦੀ ਇਹੋ ਜਿਹੀ ਏਜੰਸੀ ਹੈਗੀ ਜਿਹਦੇ ਕੋਲ ਤੁਸੀਂ ਸ਼ਿਕਾਇਤ ਕਰ ਸਕਦੇ ਹੋ, ਜੋ ਜਾਂ ਤਾਂ ਤੁਹਾਡੀ ਇਨਵੈਸਟੀਗੇਸ਼ਨ ਕਰ ਦੇਣ ਜਾਂ ਤੁਹਾਡਾ ਮੀਡੀਏਸ਼ਨ ਕਰਕੇ ਤੁਹਾਡਾ ਜਿਹੜਾ ਹੈਗਾ ਜੀ ਗੁੱਸਾ ਗਿਲਾ ਉਹਨੂੰ ਠੀਕ ਕਰ ਦੇਣ। ਵਕੀਲ ਸਾਹਿਬ, ਕੋਈ ਵੀ ਕੰਮ ਕਰਾਇਆ, ਕਾਰ ਠੀਕ ਕਰਾ ਲਈ ਜਾਂ ਘਰ ਦਾ ਕੰਮ ਕਰਾਇਆ, ਪਰ ਆਪਾਂ ਖੁਸ਼ ਨਹੀਂ, ਉਹਦੇ ਕੋਲ ਕੀ ਹੱਕ ਹੈ ਬੰਦੇ ਕੋਲ? ਕੀ ਉਹ ਪੈਸੇ ਦੱਬ ਸਕਦਾ ਹੈ? ਜਾਂ ਇਸੇ ਕਾਨੂੰਨ ਦੀ ਦੁਰਵਰਤੋਂ ਕਰਕੇ ਲੋਕ ਪੈਸੇ ਦੱਬਦੇ ਨੇ, ਤਾਂ ਕੰਮ ਕਰਨ ਵਾਲੇ ਦਾ ਕੀ ਹੱਕ ਹੈ? ਆਮ ਤੌਰ ਤੇ ਜੀ ਕੀਤੇ ਕੰਮ ਦੇ ਪੈਸੇ ਦੇਣੇ ਹੀ ਬਣਦੇ ਆ, ਪਰ ਜੇ ਕੀਤੇ ਕੰਮ ਅਨੁਸਾਰ ਪੈਸੇ ਦੇ ਲੈਣ ਦੇਣ ਦਾ ਕੰਮ ਤੁਹਾਡੀ ਆਪਸੀ ਗੱਲਬਾਤ ਨਾਲ ਨਹੀਂ ਨਿਬੜਦਾ ਤਾਂ ਇਸ ਦਾ ਫੈਸਲਾ ਅਦਾਲਤ ਵੱਲੋਂ ਤਾਂ ਕੀਤਾ ਹੀ ਜਾਊਗਾ ਜੀ। ਜੇ ਜੇ ਕਿਸੇ ਨੇ ਤੁਹਾਡੇ ਲਈ ਕੋਈ ਕੰਮ ਕੀਤਾ ਪਰ ਤੁਸੀਂ ਕੀਤੇ ਕੰਮ ਤੋਂ ਸੰਤੁਸ਼ਟ ਨਹੀਂ, ਉਸ ਨੂੰ ਕੁਝ ਦੇਣਾ ਜਾਂ ਨਹੀਂ, ਇਹ ਸਭ ਕੁਝ ਹਾਲਾਤ ਤੇ ਨਿਰਭਰ ਕਰੇਗਾ ਜੀ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਆਪਸੀ ਗੱਲਬਾਤ ਕਰਕੇ ਮਸਲਾ ਸੁਲਝਾਇਆ ਜਾ ਸਕਦਾ ਅਤੇ ਪੇਸ਼ ਆਉਣ ਵਾਲੀਆਂ ਮੁਸੀਬਤਾਂ ਤੋਂ ਬਚਿਆ ਵੀ ਜਾ ਸਕਦਾ। ਤੁਹਾਨੂੰ ਪੈਸੇ ਦੇਣ ਲਈ ਕੋਈ ਵੀ ਮਜਬੂਰ ਤਾਂ ਨਹੀਂ ਕਰ ਸਕਦਾ, ਪਰ ਜਿਹੜੇ ਕਰਜ਼ੇ ਦੀ ਅਦਾਇਗੀ ਤੁਸੀਂ ਨਹੀਂ ਕੀਤੀ ਉਹਨਾਂ ਨੂੰ ਕਲੈਕਸ਼ਨ ਏਜੰਸੀਜ਼ ਨੂੰ ਭੇਜਿਆ ਜਾਂਦਾ, ਜਿਸ ਨਾਲ ਤੁਹਾਡੀ ਜਿਹੜੀ ਕ੍ਰੈਡਿਟ ਰੇਟਿੰਗ ਤੇ ਵੀ ਅਸਰ ਪੈ ਸਕਦਾ ਜੀ। ਅੱਛਾ ਜੀ, ਘਰ ਜਾ ਬਣਾਉਨੇ ਹੋ ਤੇ ਉਹਦੇ ਤੇ ਬੜਾ ਰੇੜਕਾ ਪੈਂਦਾ, ਘਰਾਂ ਤੇ ਲੀਨਾਂ ਪੈ ਜਾਂਦੀਆਂ ਨੇ, ਲੀਨ ਦਾ ਕਾਨੂੰਨ ਕੀ ਹੈ? ਕਿਸੇ ਲੀਨ ਦਾ ਅਸਲ 'ਚ ਇਹੀ ਅਰਥ ਹੈ ਵੀ ਕਿਸੇ ਨੇ ਘਰ ਬਣਾਉਣ ਤੇ ਤੁਹਾਡੇ ਪੈਸੇ ਦੇਣੇ ਹਨ, ਅਤੇ ਜੇ ਕੋਈ ਉਹ ਘਰ ਖਰੀਦਣ ਲਈ ਆਵੇ ਤਾਂ ਉਸ ਇਨਸਾਨ ਨੂੰ, ਬਾਇਰ ਨੂੰ ਪਤਾ ਲੱਗ ਜਾਵੇ ਵੀ ਇਸ ਪ੍ਰਾਪਰਟੀ ਦੇ ਉੱਪਰ ਲੀਨ ਰਜਿਸਟਰਡ ਹੈ ਜੀ। ਜਿਹੜਾ ਵੀ ਕੋਈ ਕੰਮ ਆ ਕਿਸੇ ਘਰ ਬਣਾਉਣ ਲਈ ਕੰਮ ਕਰਦਾ ਜਾਂ ਕੋਈ ਸਮਾਨ ਦੇਣ ਵਾਲਾ ਘਰ ਬਣਾਉਣ ਦਾ ਸਮਾਨ ਹੁੰਦਾ, ਉਹ ਇਸ ਤਰ੍ਹਾਂ ਦਾ ਲੀਨ ਪਾ ਸਕਦੇ ਜੀ। ਲੀਨ ਪਾਉਣਾ ਤਾਂ ਅਜੀਤ ਜੀ ਕੋਈ ਬਾਹਲਾ ਔਖਾ ਨਹੀਂ ਹੈ, ਮਾੜੀ ਮੋਟੀ ਕਾਗਜ਼ੀ ਕਾਰਵਾਈ ਕਰਕੇ ਤੁਸੀਂ ਲੀਨ ਪਵਾ ਦਿੰਦੇ ਹੋ, ਪਰ ਇਸ ਦਾ ਇਹ ਵੀ ਅਰਥ ਨਹੀਂ ਕਿ ਇਸ ਤਰ੍ਹਾਂ ਕਰਨ ਨਾਲ ਹੀ ਅਦਾਲਤ ਸਹਿਮਤ ਹੋ ਜਾਊ ਕਿ ਵਾਕਈ ਤੁਹਾਡੇ ਪੈਸੇ ਲੈਣੇ ਬਣਦੇ ਆ। ਅਦਾਲਤ ਵੱਲੋਂ ਦੋਵਾਂ ਧਿਰਾਂ ਵੱਲੋਂ ਪੇਸ਼ ਕੀਤੇ ਪੱਖ ਨੂੰ ਸੁਣਨ ਤੋਂ ਬਾਅਦ ਹੀ ਕੋਈ ਫੈਸਲਾ ਕੀਤਾ ਜਾਂਦਾ ਹੈ। ਸੋ ਲੀਨ ਪਾਉਣ ਨਾਲ ਤੁਸੀਂ ਡੈਫੀਨੇਟਲੀ ਬਾਹਰ ਜਿਹੜਾ ਦੂਜੇ ਬੰਦੇ ਪ੍ਰਾਪਰਟੀ ਦੇਖਣ ਆਉਂਦੇ ਆ, ਖਰੀਦਣ ਆਉਂਦੇ ਆ, ਉਹਨਾਂ ਨੂੰ ਤੁਸੀਂ ਨੋਟਿਸ ਦਿੰਦੇ ਹੋ ਕਿ ਵੀ ਇਸ ਪ੍ਰਾਪਰਟੀ ਦੇ ਉੱਪਰ ਤੁਹਾਡਾ ਹੱਕ ਬਣਦਾ ਜੀ। ਅੱਛਾ ਜੀ, ਇਹਦੇ 'ਚ ਸਟੋਰ ਵਾਲਿਆਂ ਦੇ ਜਾਂ ਕਿਸੇ ਵਪਾਰਕ ਅਦਾਰੇ ਨਾਲ ਝਗੜਾ ਚੱਲਦਾ ਹੈ, ਉਹ ਤੇ ਹਰਜਾਨੇ ਦਾ ਦਾਅਵਾ ਉਸੇ ਸਮੇਂ ਕਰਨਾ ਚਾਹੀਦਾ ਜਾਂ ਅਟਕ ਕੇ? ਪਿਛਲੇ ਸਮਿਆਂ 'ਚ ਜਦੋਂ ਕਿਸੇ ਨੂੰ ਲੱਗਦਾ ਸੀ ਉਹ ਕਿਸੇ ਵੱਲੋਂ ਠੱਗਿਆ ਗਿਆ ਤਾਂ ਉਸ ਸਮੇਂ ਕੇਸ ਕੋਰਟ ਕਚਹਿਰੀਆਂ 'ਚ ਕੇਸ ਕਰਨ ਦੀ ਤਾਂ ਗੱਲਬਾਤ ਹੀ ਨਹੀਂ ਹੁੰਦੀ ਸੀ। ਕਈ ਬਦਲਾ ਲੈਣ ਲਈ ਤਲਵਾਰ ਤੂੰ ਲੈਂਦੇ ਸਨ, ਪਰ ਹੁਣ ਸਮਾਂ ਬਦਲ ਗਿਆ ਅਤੇ ਇਸ ਤਰ੍ਹਾਂ ਦੇ ਮੌਕੇ ਲਈ ਅਦਾਲਤਾਂ ਦੇ ਦਰਵਾਜ਼ੇ ਜਿਹੜੇ ਹਮੇਸ਼ਾ ਹੀ ਜਨਤਾ ਲਈ ਖੁੱਲ੍ਹੇ ਹੈ ਜੀ। ਸਭ ਤੋਂ ਵਧੀਆ ਗੱਲ ਹੈ ਵੀ ਕਿਸੇ ਝਗੜੇ ਨੂੰ ਨਿਬੇੜਨ ਲਈ ਅਦਾਲਤ ਦਾ ਦਰਵਾਜ਼ਾ ਖੜਾਉਣ ਤੋਂ ਪਹਿਲਾਂ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਕਈ ਝਗੜੇ ਤਾਂ ਉਦੋਂ ਹੀ ਸੂਤ ਆ ਜਾਂਦੇ ਆ ਜਦ ਵਕੀਲ ਵੱਲੋਂ ਝਗੜੇ ਸੰਬੰਧੀ ਨੋਟਿਸ ਭੇਜਿਆ ਜਾਂਦਾ, ਪਰ ਜੇ ਇਸ ਤਰ੍ਹਾਂ ਗੱਲ ਨਹੀਂ ਮੁੱਕਦੀ ਤਾਂ ਆਖਰ 'ਚ ਹਰਜਾਨੇ ਦਾ ਕੇਸ ਕਰਨ ਲਈ ਸੋਚਣਾ ਚਾਹੀਦਾ। ਤੁਸੀਂ ਕਿਸੇ ਦੇ ਕੇਸ ਕਰਨਾ ਜਾਂ ਨਹੀਂ, ਇਸ ਸੰਬੰਧੀ ਤੁਹਾਨੂੰ ਜਿਹੜਾ ਵੀ ਤੁਹਾਡਾ ਲਾਇਰ ਤੁਹਾਨੂੰ ਜਾਣਦੇ ਆ ਉਹਨਾਂ ਨਾਲ ਜ਼ਰੂਰ ਗੱਲਬਾਤ ਕਰ ਲਓ, ਕਿਉਂਕਿ ਹਰ ਇੱਕ ਕੇਸ ਸ਼ੁਰੂ ਕਰਨ ਦਾ ਕੋਰਟ ਵੱਲੋਂ ਨਿਰਧਾਰਿਤ ਟਾਈਮ ਹੁੰਦਾ। ਜੇ ਤੁਸੀਂ ਟਾਈਮ ਖੁੰਝ ਗਏ ਤਾਂ ਤੁਸੀਂ ਆਪਣਾ ਹੱਕ ਗਵਾ ਸਕਦੇ ਜੀ। ਕੋਈ ਅਖੀਰ ਦੇ ਵਿੱਚ ਕੋਈ ਗੱਲ ਰਹਿ ਗਈ ਹੋਵੇ ਵਕੀਲ ਸਾਹਿਬ? ਜੀ ਪੈਸਾ ਖਰਚਣਾ ਤਾਂ ਬਹੁਤ ਸੌਖਾ, ਪਰ ਕਮਾਉਣਾ ਬਹੁਤ ਹੀ ਔਖਾ ਜੀ। ਤੁਸੀਂ ਭਾਵੇਂ ਖਰੀਦ ਰਹੇ ਹੋ ਜਹਾਜ਼ੀ ਖਿਡੌਣਾ ਜਾਂ ਖਰੀਦ ਰਹੇ ਹੋ ਕਿਸੇ ਜਹਾਜ਼ ਦੇ ਸਫ਼ਰ ਦੀ ਸਿੰਪਲ ਜੀ ਟਿਕਟ, ਕਾਨੂੰਨ ਤੁਹਾਡੀ ਰੱਖਿਆ ਕਰਨ ਲਈ
ਹਰ ਥਾਂ ਤੇ ਹੈ। ਇਸ ਦਾ ਇਹ ਵੀ ਨਹੀਂ ਮਤਲਬ ਵੀ ਤੁਸੀਂ ਆਪਣੇ ਖੂਨ ਪਸੀਨੇ ਦੀ ਕਮਾਈ ਨੂੰ ਖਰਚਣ ਸਮੇਂ ਤੁਸੀਂ ਪਰਵਾਹ ਨਾ ਕਰੋ ਜਾਂ ਤੁਹਾਡੇ ਨਾਲ ਕੋਈ ਠੱਗੀ ਠੋਰੀ ਕਰੇ। ਸੋ ਬਾਟਮ ਲਾਈਨ ਇਹ ਹੈ ਵੀ ਕਿਸੇ ਨਾਲ ਵਧੀਕੀ ਨਾ ਕਰੋ ਤੇ ਨਾ ਹੀ ਕਿਸੇ ਨੂੰ ਤੁਹਾਡੇ ਵੱਲ ਤੁਹਾਡੇ ਤੇ ਤੁਹਾਡੇ ਵਿਰੁੱਧ ਵਧੀਕੀ ਕਰਨ ਦਾ ਕੋਈ ਮੌਕਾ ਦਿਓ। ਆਖਰ 'ਚ ਹਮੇਸ਼ਾ ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਮੇਰੇ ਵਰਗੇ ਵਕੀਲ, ਦਲੀਲ ਜਾਂ ਅਪੀਲ ਦੀ ਲੋੜ ਨਾ ਪਵੇ। ਇੱਕ ਆਖਰ 'ਚ ਜੀ ਮੈਂ ਗੱਲ ਜ਼ਰੂਰ ਕਹਿਣੀ ਹੈ ਕਿ ਕ੍ਰਿਮੀਨਲ ਲਾਅ, ਕਾਰ ਐਕਸੀਡੈਂਟ ਦੇ ਕੇਸ ਦੇ ਨਾਲ ਨਾਲ ਹੁਣ ਅਸੀਂ ਇਮੀਗ੍ਰੇਸ਼ਨ ਦੇ ਸਾਰੇ ਹੀ ਕੇਸਿਸ ਲੈਣੇ ਸ਼ੁਰੂ ਕਰ ਦਿੱਤੇ ਹੈ। ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਫੈਮਿਲੀ ਸਪਾਂਸਰਸ਼ਿਪ ਦਾ, ਅਪੀਲ ਦਾ ਕੇਸ ਹੋਵੇ, ਕੋਈ ਵੀ ਮੁਸ਼ਕਿਲ ਤੋਂ ਮੁਸ਼ਕਿਲ ਇਮੀਗ੍ਰੇਸ਼ਨ ਕੇਸ ਹੋਣ, ਤੁਸੀਂ ਜਦ ਮਰਜ਼ੀ ਸਾਡੇ ਕੋਲ ਸਾਡੇ ਆਫਿਸ 'ਚ ਫੋਨ ਕਰ ਸਕਦੇ ਹੋ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਸਾਡਾ ਫੋਨ ਨੰਬਰ ਹੈ ਜੀ 604 598 0988। ਤੁਹਾਡੀ ਸਿਰਫ ਇੱਕ ਕਾਲ, ਦੈਟਸ ਆਲ, ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਜੀ। ਧੰਨਵਾਦ ਵਕੀਲ ਸਾਹਿਬ, ਸ਼ੁਭ ਸ਼ਾਮਾਂ ਜੀ। ਉੱਗੇ ਵਕੀਲ ਬ੍ਰਿਜਮੋਹਨ ਉਹਨਾਂ ਦੀ ਗੱਲਬਾਤ ਨਾਲ ਸੰਬੰਧਿਤ ਤੁਹਾਡੀਆਂ ਕਾਲਸ ਕਿ ਤੁਹਾਡੀ ਕੰਜ਼ਿਊਮਰ ਪ੍ਰੋਟੈਕਸ਼ਨ ਦੇ ਵਿੱਚ ਕੋਈ ਤਜਰਬਾ, ਜਿੱਥੇ ਚੀਜ਼ ਮੋੜਨ ਗਏ ਹੋਵੋ ਤਾਂ ਚੀਜ਼ ਮੋੜੀ ਨਾ ਹੋਵੇ, ਜਾਂ ਕੰਟਰੈਕਟ ਹੈ ਜਿਹੇ 'ਚ ਫਸਾ ਲਿਆ ਹੋਵੇ ਜਿਹਦੇ 'ਚ ਕਿਹਾ ਕੁਝ ਹੋਵੇ ਤੇ ਨਿਕਲਿਆ ਕੁਝ ਹੋਵੇ, ਜਾਂ ਕਾਰ ਡੀਲਰਸ਼ਿਪ ਕਿਸੇ ਨੇ ਇਹੋ ਜਿਹਾ ਤਜਰਬਾ ਦਿੱਤਾ ਹੋਵੇ ਵੀ ਕਾਰ ਕੁਝ ਕਹਿ ਕੇ ਤੇ ਪਰ ਵੇਚੀ ਕੁਛ ਹੋਵੇ। 604 204 0600 ਪਹਿਲਾਂ ਬੜਾ ਚੱਕਰ ਪਿਆ ਕਾਰਾਂ ਵਾਲਿਆਂ ਨੂੰ, ਮੀਲ ਨੇ ਜਿਹੜੇ ਉਹ ਕਿਲੋਮੀਟਰਾਂ 'ਚ ਕਹਿ ਕੇ ਵੇਚਦੇ, ਨਹੀਂ ਪਤਾ ਸੀ ਹਰ ਇੱਕ ਨੂੰ। ਤੇ ਫਿਰ ਇੱਕ ਹੋਰ ਵੀ ਇਸ਼ੂ ਚੱਲਿਆ ਬਹੁਤ ਵੱਡਾ, ਮੀਟਰ ਵੀ ਪਿੱਛੇ ਘੁਮਾਏ। ਆਊਟ ਆਫ ਪ੍ਰੋਵਿੰਸ ਕਾਰ ਆ ਜਿਹੜੀ ਜਰ ਲੱਗੀ ਆ ਥੱਲਿਓਂ, ਲੂਣ ਨੇ ਖਾਧੀ ਪਈ ਹੈ, ਉਹ ਕਈ ਵਾਰ ਨਹੀਂ ਦੱਸੀ ਕਿ BC ਤੋਂ ਬਾਹਰਲੀ ਹੈ। ਸੋ ਇਹੋ ਜਿਹਾ ਤਜਰਬਾ ਕੋਈ, ਜਾਂ ਸਭ ਤੋਂ ਵੱਡੀ ਗੱਲ ਹੈ ਬਜ਼ੁਰਗਾਂ ਤੋਂ ਦਸਤਖਤ ਕਰਾਏ ਕਿਸੇ ਵੀ ਡਿਪਾਰਟਮੈਂਟਲ ਸਟੋਰ ਨੇ ਕਾਰਡ ਭੇਜਤਾ, ਲਓ ਜੀ ਆ ਫਲਾਣੇ ਨੇ ਤੇ ਸੈੱਲ ਫੋਨ ਤੇ ਦਸਤਖਤ ਬਜ਼ੁਰਗਾਂ ਤੋਂ ਕਰਾਏ ਕਿ ਨਹੀਂ ਇਹਦਾ ਕੰਟਰੈਕਟ ਕੋਈ ਨਹੀਂ, ਤੇ ਫਿਰ 20-22 ਮਹੀਨਿਆਂ ਦੇ ਕ੍ਰੈਡਿਟ ਤੇ ਜਦ ਲਿਖ ਕੇ ਆ ਜਾਂਦਾ ਹੈ ਤੇ ਉਹ ਬੜਾ ਇਹ ਚੱਕਰ ਹੈ। ਕ੍ਰੈਡਿਟ ਵਾਲੇ ਪਾਉਂਦੇ ਜਦ ਹੀ ਨੇ ਜਦ ਸੰਬੰਧਿਤ ਕ੍ਰੈਡਿਟ ਕੰਪਨੀ ਤੁਹਾਨੂੰ ਫੋਨ ਕਰਕੇ ਤੁਹਾਡੇ ਤੋਂ ਆਇਡੈਂਟੀਫਿਕੇਸ਼ਨ ਲੈ ਲੈਂਦੀ ਹੈ, ਕਨਫਰਮ ਕਰ ਲੈਂਦੀ ਹੈ ਵੀ ਤੁਸੀਂ ਹੋ। ਕਾਰਾਂ ਜਿਹੜੀਆਂ ਪ੍ਰਾਈਵੇਟ ਕਿਤੇ ਖੜੀਆਂ ਨੇ ਕੰਪਨੀ 'ਚ, ਪ੍ਰਾਈਵੇਟ ਪਾਰਕਿੰਗਾਂ ਦੇ ਵਿੱਚ, ਤਾਂ ਕਾਰ ਦੀ ਲਾਇਸੈਂਸ ਪਲੇਟ ਤੋਂ ਉਹ ਨਾਂ ਤਾਂ ਤੁਹਾਡਾ ਲੱਭ ਲੈਂਦੇ ਨੇ, ਫਿਰ ਉਸ ਨਾਂ 'ਤੇ ਬਹੁਤਿਆਂ ਨੂੰ ਫੋਨ ਕਰਦੇ ਆ ਸੇਮ ਨਾਂ 'ਤੇ ਜਿੰਨੇ ਉਹਨਾਂ ਦੀ ਡਾਇਰੈਕਟਰੀ 'ਚ ਨੇ। ਉਹਨਾਂ 'ਚ ਜੇ ਤੁਸੀਂ ਕਿਤੇ ਕਨਫਰਮ ਕਰਦੇ ਹੋ ਵੀ ਹਾਂ ਇਹ ਮੇਰੀ ਹੋਈ ਆ, ਫਿਰ ਉੱਥੋਂ ਅੱਗੇ ਜਾਂਦੇ ਆ। ਉਹ ਕਰਦੇ ਤੁਹਾਨੂੰ ਫੋਨ ਨੇ ਪਹਿਲੀ ਵਾਰ ਇਹੀ ਬਈ ਤੁਸੀਂ ਹਰਜੀਤ ਸਿੰਘ ਹੋ ਜਾਂ ਸਰਮੀਤ ਸਿੰਘ ਹੋ, ਆਪਣੀ ਆਇਡੈਂਟੀਟੀ ਦੱਸੋ। ਜਦ ਤੁਸੀਂ ਆਇਡੈਂਟੀਟੀ ਦੱਸਤੀ ਤਾਂ ਬਸ, ਕਿਉਂਕਿ ਇੱਕ ਪੀਸ ਉਹਨਾਂ ਕੋਲ ਆ ਗਿਆ, ਲਾਇਸੈਂਸ ਦੇਤਾ, ਤੇ ਉਹਨਾਂ ਨੇ ਤੁਹਾਨੂੰ ਕਹਿਣਾ ਅੱਛਾ ਆਹ ਗੱਡੀ ਦਾ ਨੰਬਰ ਤੁਹਾਡਾ ਹੈਗਾ ਬਸ ਠੀਕ ਹੈ, ਲਿਆਓ ਫਿਰ $150 ਤੁਹਾਡੀ ਗੱਡੀ ਦਾ ਇਹ। ਫਿਰ ਉੱਥੋਂ ਉਹ ਲੈ ਜਾਂਦੇ ਨੇ ਕ੍ਰੈਡਿਟ, ਜਿਹੜੀ ਇਹ ਕਲੈਕਸ਼ਨ ਵਾਲਿਆਂ ਦੇ ਕੋਲ ਕਾਲ ਚਲੇ ਜਾਂਦੇ। ਕਲੈਕਸ਼ਨ ਵਾਲਿਆਂ ਕੋਲ ਹਾਲਾਂਕਿ ਉਸ ਨੂੰ $500 ਤੋਂ ਘੱਟ ਉਹ ਕੋਰਟ 'ਚ ਤਾਂ ਜਾਂਦੇ ਨਹੀਂ, ਪਰ ਪੰਗਾ ਇਹ ਪੈ ਗਿਆ ਹੁਣ ਤੁਹਾਡੇ ਉਹ ਕ੍ਰੈਡਿਟ 'ਤੇ ਪਾ ਦਿੰਦੇ ਆ। ਕ੍ਰੈਡਿਟ 'ਤੇ ਪਾਉਂਦੇ ਆ ਤਾਂ ਬੈਂਕਾਂ ਚਾਹੇ ਲੋਨ 5 ਲੱਖ ਦਾ ਹੋਵੇ ਤੇ $50 ਦੀ ਟਿਕਟ ਹੋਵੇ, ਉਹ ਚੱਕਰ ਪਾਉਂਦੇ ਆ। ਪਰ ਉਹ ਪਾਉਂਦੇ ਜਦ ਹੀ ਆ ਜਦ ਤੁਸੀਂ ਇੱਕ ਵਾਰ ਐਕਨੋਲੇਜ ਕਰਦੇ ਹੋ ਉਹਨਾਂ ਦੀ ਫੋਨ ਕਾਲ। ਸੋ ਬੈਸਟ ਇਹਦੇ 'ਚ ਇਹ ਆ ਵੀ ਸਾਲ ਬਾਅਦ ਆਪਣੇ ਅਕਾਊਂਟੈਂਟ ਨੂੰ ਕਹਿ ਕੇ ਆਪਣਾ ਕ੍ਰੈਡਿਟ ਜਿਹੜਾ ਉਹ ਪੁੱਲ ਕਰਾਓ ਜ਼ਰੂਰ, ਚਾਹੇ ਤੁਸੀਂ ਲੋਨ ਲੈਂਦੇ ਹੋ ਚਾਹੇ ਲੋਨ ਨਹੀਂ ਲੈਂਦੇ। ਕਾਮਨ ਨਾਂ ਬਹੁਤ ਨੇ, ਕਿਸੇ ਦਾ ਲੋਨ ਤੁਹਾਡੇ ਨਾਂ 'ਤੇ ਖੜਾ ਹੈ ਤੇ ਇਹ ਨਹੀਂ ਖੜਾ, ਹੋ ਸਕਦਾ ਤੁਹਾਡੀ ਆਇਡੈਂਟੀਟੀ ਚੋਰੀ ਹੋ ਗਈ, ਤੁਹਾਡੇ ਨਾਂ 'ਤੇ ਕੋਈ ਕੁਝ ਲਈ ਫਿਰਦਾ। ਇਹ ਬਹੁਤ ਚੱਲ ਰਿਹਾ। ਕੋਈ ਕਾਰ ਦੀ ਲੀਜ਼ ਲੈ ਗਿਆ, ਕਿਉਂਕਿ ਹੁਣ ਤਾਂ ਪਤਾ ਹੀ ਨਹੀਂ ਤੁਹਾਡਾ ਨਾਂ ਉੱਥੇ ਕਿੱਥੇ ਆ। ਹਰ ਕੰਪਨੀਆਂ ਦੇ ਕੋਲ ਜਿੱਥੋਂ ਤੁਸੀਂ ਕੰਮ ਕਰਾਇਆ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਤਾਂ ਨਹੀਂ, ਤੁਹਾਡਾ ਕ੍ਰੈਡਿਟ ਕਾਰਡ, ਤੁਹਾਡਾ ਐਡਰੈਸ, ਇੰਨਾ ਹੀ ਚਾਹੀਦਾ ਬਸ। 604 204 0600 ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ, 604 503 87 87 78 ਤੇ 128 ਤੇ ਸਟੋਰ ਹੈ, ਜਿੱਥੋਂ ਤੁਸੀਂ ਵੀਕਲੀ ਸਪੈਸ਼ਲੀ ਡੇ ਟੂ ਡੇ wholesale.ca ਵੈਬਸਾਈਟ ਤੇ ਵੀ ਜਾ ਸਕਦੇ ਹੋ। ਤਾਜ਼ੇ ਫਲ, ਤਾਜ਼ੀਆਂ ਸਬਜ਼ੀਆਂ, ਗਰੋਸਰੀ ਲਈ ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ। ਗੁਲ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਨਮਸਕਾਰ। ਨਮਸਕਾਰ ਜੀ।
ਪਤਾ ਕੀ ਹੈ ਜੀ, ਉਹ ਕਹਿੰਦਾ ਕਿ ਭਾਈ ਦਾਲ 'ਚ ਕੁਛ ਕਾਲਾ, ਕਹਿੰਦਾ ਇਹਦਾ ਦਾਲ ਹੀ ਸਾਰੀ ਕਾਲੀ ਹੈ ਜੀ। ਪਹਿਲਾਂ ਨਿਸ਼ਾਨ ਦੀ ਗੱਡੀ ਲਿੱਤੀ, ਬ੍ਰੈਂਡ ਨਿਊ, ਉਹਨਾਂ ਕੋਲ ਕਲਰ ਹੈ ਨਹੀਂ ਸੀ, ਮੰਗਵਾ ਕੇ ਦਿੱਤੀ। ਅੱਛਾ ਜੀ। ਗੱਡੀ ਮਹੀਨਾ ਨਹੀਂ ਚੱਲੀ ਤੇ ਉਹ ਥੱਲੇ ਜਿਹੜੇ ਪਤਲਾ ਜਿਹਾ ਹੁੰਦਾ ਉਹਦੇ ਲੱਗਿਆ ਵਾ, ਉਹ ਕਿਤੇ ਰਾਹ 'ਚ ਹੀ ਡਿੱਗ ਪਿਆ। ਤੇ ਉਹ ਮੁੜ ਕੇ ਉਹਨਾਂ ਕੋਲ ਲੈ ਕੇ ਗਏ ਵੀ ਆਹ ਤਾਂ ਤੁਸੀਂ ਨਵੀਂ ਗੱਡੀ ਦਿੱਤੀ ਹੈ ਤੇ ਇਹਦਾ ਪਤਲਾ ਜਿਹਾ ਥੱਲੇ ਜਿਹੜਾ ਆਇਆ ਤੇ ਉਹ ਨਿਕਲ ਕੇ ਡਿੱਗ ਪਿਆ। ਉਹ ਕਹਿੰਦੀ ਕੋਈ ਨਹੀਂ, ਇਹ 2 ਪੇਜ ਖੁੱਲ ਕੇ ਫੇਰ ਕਰ ਦੇਂਗੇ। ਉਹ ਫੇਰ ਕੀਤੇ, ਫੇਰ ਉਹੀ ਪੰਗਾ। ਸੋ ਉਹਦੇ ਵਿੱਚ ਕੈ ਨੁਕਸ ਪੈ ਜੇ, ਉਹਨਾਂ ਨੇ ਗੱਡੀ ਨਾ ਤਾਂ ਉਹ ਬਦਲੀ ਤੇ ਨਾ ਉਹ ਗੱਡੀ ਪ੍ਰੋਪਰ ਠੀਕ ਕਰਕੇ ਦਿੱਤੀ। ਸੋ ਇਸੇ ਚੱਕਰ 'ਚ ਭਾਵੇਂ ਬ੍ਰੈਂਡ ਨਿਊ ਗੱਡੀ ਤੁਸੀਂ ਲੈ ਲਓ, ਮੁੜ ਕੇ ਜਦੋਂ ਇੱਕ ਵਾਰੀ ਡੀਲਰਸ਼ਿਪ 'ਚੋਂ ਬਾਹਰ ਆ ਗਈ, ਮੁੜ ਕੇ ਕਹਿੰਦੇ ਮੈਂ ਕੌਣ ਤੇ ਤੂੰ ਕੌਣ। ਸੋ ਇਹ ਹਾਲ ਚਾਲ ਹੈ ਗੱਡੀਆਂ ਵਾਲਿਆਂ ਦਾ। ਅੱਛਾ, ਦੂਜੀ ਗੱਲ ਇਹ ਹੈਗੀ ਹੈ, ਜੇ ਹੁਣ ਤੁਸੀਂ ਘਰੇ ਕੋਈ ਆਪਣਾ ਫਰਨੈਸ ਬਦਲਣਾ ਹੈ ਜਾਂ ਕੋਈ ਕਾਰਪੈਟ ਪਾਉਣੀ ਹੈ ਜਾਂ ਕੁਛ ਕਰਨਾ ਹੈਗਾ, ਉਹ ਵੀ ਬੜੇ ਚੱਕਰ ਹੈ ਜੀ। ਮੇਰਾ ਫਰਨੈਸ ਖਰਾਬ ਹੋ ਗਿਆ, ਫਰਨੈਸ ਕੁਛ ਨਹੀਂ ਹੋਇਆ ਕਿ ਉਹਦੇ ਵਿੱਚ ਜਿਹੜੇ ਇੱਕ ਫਿਲਟਰ ਪਾਉਂਦੇ ਆ, ਉਹ ਫਿਲਟਰ ਜਲ ਗਿਆ ਕਿਤੇ, ਫਿਲਟਰ ਜਲ ਕੇ ਕਿ ਉਹ ਸਾਰਾ ਕਾਲਾ ਹੋ ਗਿਆ। ਤੇ ਜਦੋਂ ਉਹਨੂੰ ਸੱਦਿਆ ਭਾਈ ਨੂੰ, ਕਹਿੰਦਾ ਜੀ ਇਹਦਾ ਹੁਣ ਸਾਰਾ ਮੱਚ ਗਿਆ, ਬਦਲਣਾ ਹੀ ਪਊਗਾ। ਚਲੋ ਬਦਲ ਗਏ ਭਾਈ ਜੀ, ਹੁਣ ਅਸੀਂ ਕਿਹੜਾ ਮਕੈਨਿਕ ਹੈਗੇ ਆ। ਕਹਿੰਦਾ ਜੀ 3200 ਕਿੰਨੇ ਸਕੁਅਰ ਫੁੱਟ ਘਰ ਹੈ, ਵੀ ਜਿੰਨੇ ਸਕੁਅਰ ਫੁੱਟ ਘਰ ਆ ਉਨੇ ਹੀ ਪੈਸੇ ਲੱਗਣੇ। ਅੱਛਾ, ਦੇਖੋ ਤੁਸੀਂ ਜਿਹੜਾ ਫੇਰੀ ਦੇਖੋ ਬਦਲਤਾ। ਤੇ ਜਿਹੜਾ ਮੇਰਾ ਪੁਰਾਣਾ ਸੀ ਉਹ ਮੇਰੇ ਤੋਂ ਬਿਨਾਂ ਪੁੱਛੇ ਚੱਕ ਕੇ ਲੈ ਗਿਆ। ਅੱਛਾ, ਫੇਰ ਉਹ ਤੋਂ ਚੱਲਿਆ ਨਹੀਂ। ਉਹੀ ਕਹਿੰਦਾ ਜੀ ਇੰਜੀਨੀਅਰ ਬੁਲਾ ਲੈਣੇ, ਆਪਦਾ ਇੰਜੀਨੀਅਰ ਬੁਲਾ ਲਿਆ, ਲੇਕਿਨ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਜਦੋਂ ਇੱਕ ਵਾਰੀ ਫਰਨਸ ਖਰਾਬ ਹੋ ਗਿਆ, ਉਸਦਾ ਜਿਹੜਾ ਥਰਮੋਸਟੇਟ ਹੈ ਉਹਦਾ ਪ੍ਰੋਗਰਾਮ ਆਊਟ ਹੋ ਜਾਂਦਾ। ਉਹਨੇ ਉਹ ਨਹੀਂ ਦੇਖਿਆ, ਪਰ ਥੱਲੇ ਹੀ ਪੱਟ ਟੁੱਟ ਕੇ ਤਾਰ ਕਿੱਧਰ ਦੀ ਕੱਢ ਛੋਟਾ ਪੜਾ ਹੋ ਜੇ। ਮੁੜ ਕੇ ਮੇਰਾ ਸਾਹਮਣੇ ਲਾਇਆ, ਮੈਂ ਕਿਹਾ ਆਹ ਹੋ ਗਿਆ ਭਾਈ ਮੱਖਣਾ, ਕੀ ਕਰੀਏ। ਕਹਿੰਦਾ ਡੈਡੀ, ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਫਰਨੋਸਟੇਟ ਦਾ ਜਿਹੜਾ ਥਰਮੋਸਟੇਟ ਹੈ ਉਹਦਾ ਪ੍ਰੋਗਰਾਮ ਆਊਟ ਹੋ ਗਿਆ। ਕਹਿੰਦਾ ਆਹ ਸਿੱਧਾ ਕਰਤਾ, ਕਹਿੰਦਾ ਹੁਣ ਆਪੇ ਚੱਲੂਗਾ। ਸੋ ਇਸ ਕਰਕੇ ਇੱਥੇ ਜਿਹੜੇ ਸਾਰੇ ਕਾਰੀਗਰ ਨੇ ਜੀ, ਘਰੋਂ ਹੀ ਇੰਜੀਨੀਅਰ ਜੰਮ ਕੇ ਆਉਂਦੇ ਆ ਉਹ, ਤੇ ਇੱਥੇ ਆ ਕੇ ਫੱਟੇ ਲਾ ਲੈਂਦੇ ਜੀ ਹਮ ਇਹ ਜੀ ਪੂਰੇ ਸਰਟੀਫਾਈਡ ਮਕੈਨਿਕ ਹੈਗੇ ਆ। ਸੋ ਇਸ ਕਰਕੇ ਜੀ ਇਹਨਾਂ ਦਾ ਸਰਿਆ ਹੀ ਪਿਆ। ਬੇਟੇ ਨੇ ਬਾਥਰੂਮ ਬਣਵਾਇਆ ਤੇ ਉਹਨਾਂ ਦਾ ਦੋਸਤ ਹੈ ਖਾਸ ਮੇਰੇ ਬੇਟੇ ਦਾ, ਤੇ ਉਹ ਹੁਣ ਤੁਹਾਨੂੰ ਜੇ ਮੈਂ ਦਿਖਾਵਾਂ, ਤੂੰ ਕਹਿੰਦੇ ਕਿਸੇ ਅਨਪੜ੍ਹ ਤੋਂ ਜਿਹੜਾ ਬੰਦਾ ਨਵਾਂ ਇੱਥੇ ਬਣਿਆ ਨਾ ਕਾਰੀਗਰ, ਉਸ ਦਾ ਬਣਿਆ ਹੋਇਆ ਹੈ। ਉਹ ਟੈਲਾਂ ਦੀਆਂ ਜਿਹੜੇ ਨਾ ਫਲੋਰ ਦੀਆਂ ਉੱਚੀਆਂ ਨੀਵੀਆਂ ਹੋਈਆਂ ਪਈਆਂ। ਦੱਸੋ ਕੀ ਕਰੋਗੇ ਤੁਸੀਂ, 6 ਸਾਲ ਨਹੀਂ ਹੋਇਆ ਹਾਲੇ। ਸੋ ਕਹਿੰਦਾ ਪਾਵਾ ਵੀ ਇੱਥੇ ਦਾ ਸਭ ਹਾਲ ਚਾਲ ਵਾ ਠੀਕ ਠਾਕ ਹੈ ਜੀ। ਥੈਂਕ ਯੂ ਗੋਲ ਸਾਹਿਬ, ਮਾੜਾ ਤਜਰਬਾ ਹੋਇਆ। ਸ਼ਾਹ ਗੁਰਮੇਲ ਸਿੰਘ ਜੀ, ਤੁਸੀਂ 에ਅਰ ਤੇ ਹੋ, ਲਾਈਨ ਨੰਬਰ 2। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਵੈਸੇ ਕੱਲ ਹੀ ਆਪਣੇ ਤੁਸੀਂ ਕਰ ਰਹੇ ਹੋ ਨਾ, ਜਿਵੇਂ ਮਤਲਬ ਕਾਰ ਡੀਲਰ ਦੀ, ਜੇ ਹੁਣ ਮੈਂ ਨਾਂ ਲੈ ਕੇ ਦੱਸਾਂ ਨਾ, ਤੁਸੀਂ ਮੇਰਾ ਫੋਨ ਕੱਟ ਦੇਣਾ। ਨਹੀਂ, ਮੈਂ ਨਹੀਂ ਫੋਨ ਕੱਟਦਾ, ਤੁਸੀਂ ਵੈਸੇ ਆਪਣੇ ਮੁਸ਼ਕਲ ਦੱਸ ਦਿਓ ਵੀ ਮੁਸ਼ਕਲ ਕੀ ਹੈ। ਮੁਸ਼ਕਲ ਤਾਂ ਜਿਹੜਾ ਹੁਣ ਤੁਸੀਂ ਆਪਣਾ ਜਿਹੜਾ ਹੁਣ ਬ੍ਰਿਜਮੋਹਨ ਲੈ ਕੇ ਆਏ ਸੀ, ਇਹਦੇ ਨਾਲ ਵੀ ਮੇਰੀ ਮੁਸ਼ਕਲ ਚੱਲਦੀ ਆ। ਫਿਰ ਤਾਂ ਮੁਸ਼ਕਲਾਂ ਵੱਧ ਨੇ ਜੀ ਫਿਰ। ਹਾਂਜੀ, ਹੇਅਰ ਮੋਟਰ ਆ, ਸੁੱਖੀ ਬਾਦ ਆ, ਬਸੰਤ ਮੋਟਰ ਆ, ਸਾਰਿਆਂ ਨੇ ਠੱਗਿਆ ਮੈਨੂੰ। ਤੁਸੀਂ ਬੰਦੇ ਇਕੱਲੇ ਹੋ, ਕਈ ਠੱਗ ਗਏ ਤੁਹਾਨੂੰ ਫਿਰ ਇਕੱਲਿਆਂ ਨੂੰ? ਹਾਂਜੀ, ਬਿਲਕੁਲ। 4-5 ਗੱਡੀਆਂ ਲਈਆਂ ਮੈਂ ਸਾਰਿਆਂ ਨੂੰ। ਉਹ ਗੱਲ ਹੋਰ ਹੁੰਦੀ ਆ, ਹੁਣ ਕਿੱਥੇ ਆਪਾਂ ਕੋਰਟ 'ਚ ਜਾਈਏ, ਕਿੱਥੇ ਨਾ ਨਿੱਕੀ ਜਿਹੀ ਗੱਲ ਪਿੱਛੇ ਪਹਿਲਾਂ ਕਹਿੰਦੇ ਕੁਛ ਹੋਰ ਆ, ਬਾਅਦ 'ਚ ਨਿਕਲਦਾ ਕੁਛ ਹੋਰ ਆ ਜੀ। ਇੱਕ ਮਿੰਟ ਤੁਸੀਂ ਹੋਲਡ ਕਰਿਓ, ਮੈਨੂੰ ਨੰਬਰ ਲਿਖਾਇਓ, ਲਿਓ ਆਪਾਂ ਗੱਲ ਦਾ ਨਵੇੜਾ ਤੁਹਾਡੀ ਦਾ ਕਰਦੇ ਆ। ਐ ਤਾਂ ਹੋ ਨਹੀਂ ਸਕਦਾ ਵੀ ਇੱਕ ਬੰਦਾ ਇੱਕ ਤੇ 3 ਬੰਦੇ ਇੱਕ ਨਾਲੇ ਕਰ ਗਏ। ਦਿਓ ਸੈਲ ਨੰਬਰ 771 0951। ਹਾਂਜੀ। ਓਕੇ ਗੁਰਮੇਲ ਸਿੰਘ ਜੀ, ਮੈਂ ਫੋਲੋ ਕਰਦਾ ਤੁਹਾਨੂੰ। ਓਕੇ, ਥੈਂਕ ਯੂ। ਆ ਤਾਂ ਗੱਲ ਮੈਨੂੰ ਕੱਚੀ ਲੱਗੀ ਆ ਵੀ 3-4 ਬੰਦੇ ਇੱਕ ਬੰਦੇ ਨਾਲ ਐ ਧੋਖਾ ਕਰ ਗਏ। ਬਰਾੜ ਸਾਹਿਬ, ਲਾਈਨ ਨੰਬਰ 3। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਜਦੋਂ ਆਪਾਂ ਨਵੇਂ ਆਉਂਦੇ ਨਾ, ਆਪਾਂ ਜਿਹੜੇ ਆਪਣੇ ਪੰਜਾਬੀ ਹੈਗੇ 2-3, ਚਲੋ ਨਾ ਤਾਂ ਹੁਣ ਕੀ ਲੈਣਾ ਹਨਾ, ਇੰਡੀਆ ਜਾ ਕੇ ਵਿਆਹ ਵੂ ਵੀ ਬਹੁਤ ਕਰਦੇ ਆ ਇਹ, ਤੇ ਅਖਬਾਰਾਂ 'ਚ ਫੋਟੋਆਂ ਵੀ ਲਗਾਉਂਦੇ ਆ ਜੀ, ਆ ਦੇਖੋ ਅਸੀਂ 100 ਕੁੜੀ ਦਾ ਵਿਆਹ ਕੀਤਾ। ਵੀ ਤੁਸੀਂ ਇੱਥੇ ਹੀ 2% ਵਿਆਜ ਘੱਟ ਲਾ ਲਓ, ਜੇ 22-24% ਲਾਉਣੇ ਆ, ਇੱਥੇ ਤੁਸੀਂ 18-15% ਲਾ ਲਓ। ਅੱਛਾ ਬਰਾੜ ਸਾਹਿਬ, ਇਹ ਗੱਡੀਆਂ ਦਾ ਵਾਕਈ 22% ਵਿਆਜ ਆ? ਬਾਈ ਜੀ, ਮੈਂ ਵੀ ਜੀ 13,000 ਦੀ ਗੱਡੀ ਲਈ ਸੁੱਖੀਵਾਲ ਮੋਟਰ ਤੋਂ, ਮੈਂ $28,600 ਦੇ ਕੇ ਖੜਾ ਹੱਥ ਬੰਨ ਕੇ ਛੜਾਇਆ। ਮਾਈ ਗੁੱਡਨੈਸ। ਹੁਣ ਮੈਂ ਤੁਹਾਨੂੰ ਮੇਰੇ ਕੋਲ ਪੇਪਰ ਵੀ ਪਏ ਆ ਹਨਾ, ਤੁਸੀਂ ਜੇ ਕੋਈ ਵੀ ਬੰਦਾ ਮੈਂ ਦਿਖਾ ਸਕਦਾ ਜੀ। ਇੰਨਾ ਮਹਿੰਗਾ ਕਿਉਂ ਜੀ ਫਿਰ ਵਿਆਜ? ਬਾਈ ਜੀ, ਪਹਿਲਾਂ ਤਾਂ ਇਹ ਜਦੋਂ ਆਪਾਂ ਗੱਡੀ ਲੈਣ ਜਾਂਦੇ ਆ ਜੀ, ਗੱਡੀ ਲੈਣ ਜਾਂਦੇ ਵੀ
$500-600 ਦਾ ਡਾਕੂਮੈਂਟੇਸ਼ਨ ਫੀਸ ਪਾਉਂਦੇ ਆ ਜੀ ਉੱਤੇ। ਉਹ ਸਿਰਫ 5-7 ਮਿੰਟ ਦਾ ਕੰਮ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ GST PST ਪਾਉਂਦੇ ਆ ਜੀ, ਠੀਕ। ਫਿਰ 700-800 ਦੀ ਕਹਿੰਦੇ ਅਸੀਂ ਚਿੱਪ ਲਾਉਣੀ ਹੈ, ਜੇ ਪੇਮੈਂਟ ਨਹੀਂ ਆਈ ਤਾਂ ਤੇਰੀ ਗੱਡੀ ਸਟਾਰਟ ਨਹੀਂ ਹੋਣੀ, ਅਸੀਂ ਉਹ ਵੀ ਤੈਨੂੰ ਪਾਉਣੇ ਆ, ਠੀਕ ਹੈ ਜੀ। ਬਾਕੀ ਹੋਰ ਲੱਲਾ ਭੱਬਾ ਵਿੱਚ ਹੋਰ ਪਾਉਂਦੇ ਆ, ਕਲੀਨਿੰਗ ਵਿਆਜ। ਮੈਂ ਵਿਆਜ ਦੀ ਗੱਲ ਕਰਦਾ ਬਰਾੜ ਸਾਹਿਬ, ਵੀ ਇੰਨਾ ਮਹਿੰਗਾ ਵਿਆਜ। ਹਾਂਜੀ ਮਹਿੰਗਾ। ਫਿਰ ਤੁਹਾਨੂੰ ਜੇ ਤਾਂ ਤੁਹਾਡਾ ਹੈਗਾ ਕ੍ਰੈਡਿਟ ਠੀਕ, ਫਿਰ ਤਾਂ ਤੁਸੀਂ ਬਚ ਜਾਂਦੇ ਹੋ। ਜੇ ਮੰਨ ਲਓ ਹੁਣ ਇਹਨਾਂ ਕੋਲ ਜਾਂਦਾ ਹੀ ਉਹ ਆ ਜੀ ਜਿਹੜਾ ਕ੍ਰੈਡਿਟ ਮਾੜੇ ਆ, ਫਿਰ ਉਹ ਫਿਰ ਧਰ ਲੈਂਦੇ ਆ ਵੀ ਆ ਜਾ। ਬਾਕੀ ਗੱਲ ਬਾਈ ਜੀ, ਮੈਂ ਹੁਣ ਨਵੀਂ ਵੀ ਗੱਡੀ ਲਈ, ਨਵੀਂ ਗੱਡੀ ਦਾ ਵੀ ਤੁਹਾਨੂੰ ਤਜਰਬਾ ਦੱਸਦਾ ਵੀ ਨਵੀਂ ਗੱਡੀਆਂ ਵਾਲੇ ਜਦੋਂ ਆਪਾਂ ਲੈਂਦੇ ਆ ਤਾਂ ਕਿਸੇ ਨੂੰ ਵੀ ਮੈਂ ਤਾਂ ਇਹੀ ਰਹਿ ਦਿੰਦਾ ਵੀ ਐਕਸਟੈਂਡਡ ਵਾਰੰਟੀ ਨਾ ਲਓ। ਉਹ ਜਦੋਂ ਹੁਣ ਕੰਪਨੀ ਦੀ ਵਾਰੰਟੀ ਹੈਗੀ ਆ ਵੀ 1.5 ਲੱਖ ਕਿਲੋਮੀਟਰ ਦੀ ਸਾਡੀ ਵਾਰੰਟੀ ਆ, ਕੰਪਨੀ ਦੀ ਵਾਰੰਟੀ ਆਉਂਦੀ ਆ ਗੱਡੀ ਦੇ ਨਾਲ। ਇਹ ਕਹਿੰਦੇ ਜੀ ਅਸੀਂ 2 ਲੱਖ ਕਿਲੋਮੀਟਰ ਤੱਕ ਦੇ ਦਿੰਦੇ ਆ, ਉਹਦਾ $3-4,000 ਉੱਤੇ ਐਡ ਕਰ ਦਿੰਦੇ ਆ ਜੀ ਨਵੀਂ ਗੱਡੀ ਐਕਸਟੈਂਡਡ ਵਾਰੰਟੀ ਦਾ। ਐਕਸਟੈਂਡਡ ਵਾਰੰਟੀ ਦੀ ਬਿਲਕੁਲ ਨਾ ਲਓ, ਉਹਨਾਂ ਨੂੰ ਪਹਿਲੇ ਜਾ ਕੇ ਕਹੋ ਵੀ ਬਾਈ ਮੈਂ ਕੋਈ ਐਕਸਟੈਂਡਡ ਵਾਰੰਟੀ ਨਹੀਂ ਲੈਣੀ ਉੱਪਰ। ਜਿਹੜੀ ਕੰਪਨੀ ਦੇ ਰਹੀ ਆ ਵਾਰੰਟੀ ਕਾਰ ਦੇ ਉੱਤੇ, ਮੈਂ ਉਹੀ ਲੈਣੀ ਆ, ਬਸ ਐਕਸਟੈਂਡਡ ਵਾਰੰਟੀ ਨਹੀਂ ਲੈਣੀ। ਥੈਂਕ ਯੂ। ਸਵਾਲ ਕਾਲਰ ਕਈ ਨੇ। ਇੱਕ ਗੱਲ ਮੈਂ ਤੁਹਾਨੂੰ ਦੱਸਾਂ ਜੀ, ਇਹ ਤਾਂ ਮੌਰਗੇਜ ਦੇ ਵਿੱਚ ਵੀ ਹੈ, ਬੈਂਕਾਂ ਨਹੀਂ ਦਿੰਦੀਆਂ ਤੁਹਾਨੂੰ 5% ਤੇ, ਉਹ ਕਹਿੰਦੇ ਪ੍ਰਾਈਵੇਟ ਲੈ ਦਿੰਦੇ ਆ 16% ਤੇ, ਆ ਜਾਓ, ਮਾਂਜ ਦਿੰਦੇ ਆ ਫੜ ਕੇ। ਨਵੇਂ ਬੰਦੇ ਦਾ ਕ੍ਰੈਡਿਟ ਹੈ ਨਹੀਂ, ਉਹਨੂੰ ਵੀ ਮਹਿੰਗਾ ਇੰਟਰਸਟ ਮਿਲਦਾ, ਪਰ ਬਹੁਤ ਜ਼ਿਆਦਾ ਯਾਰ। ਇਹ ਤਾਂ ਆੜਤੀ ਵਾਲਾ ਵਿਆਜ ਆ 22% ਤਾਂ। ਸਰ ਜਗਜੀਤ ਸਿੰਘ, ਲਾਈਨ ਨੰਬਰ 1। ਹਾਂਜੀ ਦਿਲ ਸਾਹਿਬ ਸਤਿ ਸ੍ਰੀ ਅਕਾਲ। ਮੈਂ ਤਾਂ ਜੀ ਵੱਖਰੀ ਗੱਲ ਹੈ ਮੇਰੀ ਤਾਂ ਜੀ, ਕਰੋ। ਮੈਂ ਨਾ ਗੋਇਲ ਸਾਹਿਬ ਦਾ ਇੱਕ ਮਰੀਜ਼ ਉਹਦੇ ਕੋਲ ਲੈ ਕੇ ਜਾਣਾ ਜੀ। ਫੋਨ ਨੰਬਰ ਤੁਸੀਂ ਦੇ ਸਕਦੇ ਹੋ? 604 507 8010। ਬਹੁਤ ਬਹੁਤ ਮਿਹਰਬਾਨੀ। 507 8010। ਹਾਂ, ਓਕੇ ਜੀ। ਵਾਲ ਕੱਢ ਦੇਣਗੇ ਫੜ ਕੇ। ਹਾਂ ਚਲੋ ਵਾਲ ਹੀ ਕਢਾਉਣੇ ਆ ਜੀ ਉਹਦੇ। ਕੋਈ ਨਾ। ਤੂਰ ਸਾਹਿਬ, ਲਾਈਨ ਨੰਬਰ 2। ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਨਾ ਵੈਸੇ ਇਹ ਵਿਸ਼ਾ 에ਅਰ ਤੇ ਲਿਆਉਣਾ ਨਹੀਂ ਸੀ ਚਾਹੁੰਦਾ, ਕਿਉਂਕਿ ਮੇਰੇ ਨਾਲ ਵੀ ਇੱਕ ਨਾ ਇੱਥੇ ਸਟੂਡੈਂਟ ਆ ਤੇ ਮੈਨੂੰ ਪ੍ਰਭਾਵਿਤ ਕਰ ਗਿਆ। ਮੇਰੇ ਦਿਲ 'ਚ ਨਾ ਜੇ ਤੁਹਾਡੀਆਂ ਗੱਲਾਂ ਸੁਣ ਕੇ ਬੜੀ ਹਮਦਰਦੀ ਸੀ ਵੀ ਨਵੇਂ ਆਏ ਬੱਚੇ ਆ, ਇਹਨਾਂ ਨਾਲ ਬਹੁਤ ਵਧੀਆ ਡੀਲ ਕਰਨਾ ਚਾਹੀਦਾ। ਬਹੁਤਿਆਂ ਨੇ ਕੀਤਾ। ਇੱਕ ਬੰਦੇ ਨੇ ਮੈਨੂੰ ਬਾਪੂ ਕਰਕੇ ਮੈਨੂੰ ਉਹ ਸਵਾਦ ਦਿਖਾਇਆ। ਮੈਂ ਕਿਹਾ ਉਹ ਕਾਰ ਲੈ ਗਿਆ, ਕਾਰ ਲਿਜਾ ਕੇ ਮੈਨੂੰ ਕਹਿੰਦਾ ਵੀ ਮੈਂ ਤੁਹਾਨੂੰ ਹੁਣੇ ਪੈਸੇ ਦਿੰਦਾ। ਮੈਂ ਕਿਹਾ ਕੋਈ ਗੱਲ ਨਹੀਂ ਕਾਕੇ, ਜੇ ਤੂੰ ਕਾਰ ਲੈਣਾ ਉਦੋਂ ਦੇ ਦੀ, ਰਾਤ ਸੀ, ਹੱਥ ਨੂੰ ਹੋਇਆ। ਕਹਿੰਦਾ ਮੈਂ ਹੁਣੇ ਜਾਣਾ ਜੀ ਬੈਨੀਸਿਟੀ ਤੇ ਬੈਂਕ 'ਚ ਗਿਆ ਤੇ ਉੱਥੋਂ ਉਹਨੇ ਮੇਰੇ $500 ਮੇਰੀ ਖਾਤੇ 'ਚ ਪਾਤਾ। ਤੇ ਮੈਂ ਉਹਨੂੰ ਕਿਹਾ ਕਾਰ ਲੈ ਜੀ, ਉਹ ਕਹਿੰਦਾ ਮੈਂ ਸਵੇਰੇ ਲਿਜਾਊਂਗਾ। ਮੈਂ ਕਿਹਾ ਬੜਾ ਇਮਾਨਦਾਰ ਬੱਚਾ, ਜਾਂਦਾ ਨਹੀਂ ਉਹਨੇ ਜੀ ਮੈਨੂੰ ਫੇਰ ਪੈਸੇ ਪਾਤੇ ਹੋਰ। ਮੈਨੂੰ ਉਹਨੇ $700 ਹੋਰ ਪਾਤਾ ਆਪਦੇ ਘਰੋਂ ਜਾ ਕੇ ਆਨਲਾਈਨ। 1250 ਹੋ ਗਏ, 1400 'ਚ ਮੈਂ ਉਹਨੂੰ ਕਾਰ ਦਿੱਤੀ। 4-5 ਟਾਇਰ ਨਵੇਂ ਸੀ ਜਮਾ ਬਿਲਕੁਲ। ਮੈਂ ਆਪਦੇ ਵਾਸਤੇ ਗੱਡੀ ਤਿਆਰ ਰੱਖ ਕੇ ਗਿਆ ਸੀ ਤੇ ਮੈਨੂੰ ਉਹਦੇ ਨੂੰ ਘਰੋਂ ਮਿਲ ਗਈ ਗੱਡੀ ਫ੍ਰੀ 'ਚ। ਇਹਨਾਂ ਨੇ ਟਰੱਕ ਲੈ ਲਿਆ ਤੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਪੁੰਨ ਵਰਗਾ ਹੀ ਕੰਮ। ਉਹਨੇ ਮੁੰਡੇ ਨੇ ਮੁੜ ਕੇ ਲਿਜਾ ਕੇ ਤੇ ਮੈਨੂੰ ਐਸਾ ਭਲੇਸੇ 'ਚ ਲੈ ਕੇ ਤੇ ਮੈਨੂੰ ਕਹਿੰਦਾ ਵੀ ਬਾਪੂ ਮੈਨੂੰ ਪੈਸਿਆਂ ਦੀ ਲੋੜ ਆ, ਜੇ ਤੂੰ ਮੈਨੂੰ $500 ਦੇ ਦੇ। ਮੈਂ ਕਿਹਾ ਭਲਾ 700 ਲੈ ਲਾ। ਮੈਂ ਬੜਾ ਚੜ ਗਿਆ ਤੇ ਮੈਂ ਉਹਨੂੰ ਜੀ $700 ਆਨਲਾਈਨ ਵਾਪਸ ਕਰਤਾ। ਉਹ ਮੁੰਡੇ ਨੇ ਐਡਰੈਸ ਇੱਥੋਂ ਦਾ ਦਿੱਤਾ, ਸਰੀ ਦਾ, ਰਿਹਾਇਸ਼ ਦਾ, ਕਾਰ ਦਾ, ਐਕਸਪੋਰਟ ਦਾ ਕਰਾਇਆ, ਸਾਰੇ ਡਾਕੂਮੈਂਟ ਮੇਰੇ ਕੋਲੇ ਆ। ਬਾਅਦ ਚੋਂ ਮੇਰੇ ਫੋਨ ਚੱਕਣੋਂ ਹੀ ਹਟ ਗਿਆ। ਫਿਰ 2 ਬੰਦਿਆਂ ਨੂੰ ਮੈਂ ਕਿਹਾ, ਦੱਸਿਆ ਇਸ ਤਰ੍ਹਾਂ ਸਿਆਣੇ ਬੰਦੇ, ਉਹ ਕਹਿੰਦੇ ਯਾਰ ਇਹ ਕਿਹੜੀ ਗੱਲ ਆ, ਸਾਨੂੰ ਗੱਲ ਕਰਨ ਦੇ ਦਾ ਨੰਬਰ ਦੇ। ਉਹਨੇ ਉਹਦਾ ਚੱਕਿਆ ਨਹੀਂ। ਇੱਕ ਦਿਨ ਮੈਂ ਇੱਕ ਬੰਦੇ ਦੇ ਕੋਲੇ ਬੈਠਾ ਸੀ, ਉਹਨੇ ਫੋਨ ਕੀਤਾ, ਉਹਨੇ ਜੀ ਆਲੇ ਕੁੜੀ ਛੱਕੇ ਕੁੜੀ ਕਰਕੇ ਉਹ ਮੈਨੂੰ ਝੂਠਾ ਕਰਨ ਨੂੰ ਲੱਗਾ ਪਿਆ ਵੀ ਮੇਰੇ ਨਾਲ ਠੱਗੀ ਮਾਰ ਗਿਆ। ਮੈਂ ਕਿਹਾ ਵੀ ਹੁਣ ਮੈਂ ਇਹਨੂੰ ਕਹਿ ਨਹੀਂ ਸਕਦਾ ਕੁਛ। ਮੈਂ ਉਹਨੂੰ ਕਿਹਾ ਵੀ ਮੇਰੇ ਅਲੀ ਨੂੰ ਫੋਨ ਫੜਾ। ਮੈਨੂੰ ਉਹਨੇ ਉਂਗਲ ਕਰਤੀ ਵੀ ਨਹੀਂ। ਕਹਿੰਦਾ ਮੈਂ 1 ਮਹੀਨੇ 'ਚ ਮੋੜ ਦੂੰ, ਮੇਰਾ ਤਾਂ ਆਪ ਜੀ ਕਰਦਾ ਬਾਪੂ ਦੇ ਪੈਸੇ ਮੋੜਦੇ ਆ, ਫਲਾਨਾ ਕਰਾਂ, ਧਮਕਾ ਕਰਾਂ। ਮੈਂ ਬੜਾ ਹੈਰਾਨ ਆ ਵੀ ਲੋਕ ਕਿਹੋ ਜਿਹੇ ਤੇ ਕੀ ਕੁਛ ਲਿਆਂਦਾ ਸੀ ਪੰਜਾਬੀਆਂ ਨੇ, ਉਹ ਘੜੀ ਖੋਲਣ ਲੱਗ ਗਏ। ਮੈਂ ਕਹਿੰਦਾ ਆ ਸਾਰਾ ਅੱਜ ਮੈਂ ਥੋੜਾ ਕੀਤਾ ਕਰਿਆ ਨਾ, ਹੱਥ ਨੂੰ ਫੱਟੀ ਉੱਤੇ ਸੁਹਾਗਾ ਫੇਰ ਲੱਗ ਜਾਂਦੇ ਹੱਥ ਨੂੰ 5 ਵਜੇ ਤੋਂ ਹੀ। ਕੋਈ ਨਾ ਜਮਾ ਇਹ ਤੋਂ ਉਲਟ ਚੱਲਣ ਲੱਗ ਜਾਂਦਾ। ਕੋਈ ਸਮਝਾਉਣ ਵਾਲੀ ਗੱਲ ਨਹੀਂ ਕਰਦਾ, ਕੋਈ ਵਧੀਆ ਗੱਲ ਨਹੀਂ ਕਰਦਾ, ਕੋਈ ਚੰਗੀ ਸੇਧ ਵਾਲੀ ਗੱਲ ਨਹੀਂ ਕਰਦਾ। ਕੋਈ ਨਾ ਬਾਈ ਜੀ, ਤੂਰ ਸਾਹਿਬ ਕੋਈ ਨਾ, ਕੀ ਕਰ ਸਕਦੇ ਆ ਬਾਈ ਜੀ। ਆਪਣਾ ਮੈਂ ਆਪਣਾ ਕਰਨਾ, ਕੋਈ ਬਾਕੀ ਆਪਣਾ ਕਰਦੇ ਨੇ। ਇਹ ਮੈਂ ਆਪਣੀ ਗੱਲ ਕਰ ਸਕਦਾ। ਕੰਗ ਸਾਹਿਬ, ਲਾਈਨ ਨੰਬਰ 4। ਗਿੱਲ ਸਾਹਿਬ, ਮੈਂ ਸੋਚਦਾ ਜਿਹੜਾ ਕਾਰਾਂ ਦਾ ਧੰਦਾ ਹੈ ਨਾ, ਇਹ ਤਾਂ ਗੌਰਮੈਂਟ ਲਈ ਬੜਾ ਲਾਹੇਵੰਦ ਆ। ਦੇਖੋ ਕੋਈ $1,00,000 ਦੀ ਕਾਰ ਲੈਂਦਾ, ਐਂਡ ਤੇ 500 ਦੀ ਵਿਕਦੀ ਆ। ਦੇਖੋ ਟੈਕਸ ਹੀ ਟੈਕਸ 12% ਦਾ ਜਾਂਦਾ ਹੀ ਜਾਂਦਾ। ਹਾਂਜੀ,
ਇੱਕ ਗੱਡੀ ਦਾ ਕਿੰਨੀ ਵਾਰੀ ਟੈਕਸ ਗਵਰਨਮੈਂਟ ਨੂੰ ਪੇ ਹੁੰਦਾ ਤੇ ਪਲੱਸ ਆ ਪੇਪਰ ਵਰਕ ਜਿਹੜੀ ਭਾਈ ਸਾਹਿਬ ਦੱਸ ਗਏ ਤੇ ਨਾਲ ਚਿੱਪ ਲਾਉਣੀ ਤੇ ਮੈਂ ਕਹਿੰਦਾ ਯਾਰ ਲਹੂ ਪੀ ਲਿਆ ਬੰਦਿਆਂ ਨੇ। ਫਲਪੀਨੇ ਵਿਚਾਰੇ ਰੋਂਦੇ ਆ, ਜਾਂਦੇ ਤੇ ਜਿਹੜਾ ਕੋਲੀ ਆ, ਜਾਂਦੇ ਉਹ ਆ ਜਿਹਨਾਂ ਦਾ ਵਿਚਾਰੇ ਦਾ ਕ੍ਰੈਡਿਟ ਖਰਾਬ ਹੈ ਜਾਂ ਗੱਡੀ ਬਿਨਾਂ ਸਰਦਾ ਨਹੀਂ ਲੈਣੀ। ਇੰਨਾ ਲਹੂ ਪੀਤਾ ਵੀ ਤੋਵਾ ਰੱਬ ਨੂੰ ਜਾਨ ਦੇਣੀ ਆ। ਤਾਂ ਬਾਕੀ ਭਾਈ ਸਾਹਿਬ ਦੱਸ ਹੀ ਗਏ ਆ, ਲੋਕਾਂ ਨੂੰ ਸਮਝਣਾ ਚਾਹੀਦਾ। ਆਪਣਾ ਸੁਨੇਹਾ ਆਇਆ ਇੱਕ ਵੀ ਇੱਥੇ ਜ਼ਮੀਨਾਂ ਉੱਥੇ ਦੀਆਂ ਵੀ ਲਿਖ ਕੇ ਕਾਰਾਂ ਮਿਲਦੀਆਂ ਨੇ, ਇਹ ਵੀ ਗੱਲ ਮੈਨੂੰ ਲਿਖ ਕੇ ਕਿਸੇ ਨੇ ਭੇਜੀ ਆ ਜੀ। ਮਨੋਜ ਜੀ ਲਾਈਨ ਨੰਬਰ 6। ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬੁਰਾ ਨਾ ਮੰਨਿਓ ਭਾਜੀ, ਇੱਕ ਨਾ ਅਸੀਂ ਜੀ ਮਨੋਜ ਜੀ। ਹਾਂਜੀ ਭਾਜੀ ਸੌਰੀ, ਕੋਈ ਨਾ, ਐਕਚੁਅਲੀ ਬੁਰਾ ਨਾ ਮੰਨਿਓ। ਮੈਂ ਕਿਹਾ ਜਿਹੜੇ ਤੁਹਾਡੇ ਨਾਲ ਦੇ ਗਵਾਂਢੀ ਹੈ ਨਾ ਰੈਡ FM ਵਾਲੇ, ਉਹ ਵੀ ਲਾਈਵ ਔਨ ਲੋਕੇਸ਼ਨ ਕਰਦੇ ਹੁੰਦੇ ਆ ਮੋਸਟਲੀ ਵੀਕਐਂਡ ਤੇ ਜੀ। ਤੇ ਉਹ ਕੁੜੀ ਇੰਨਾ ਐਕਸਪਲੇਨ ਕਰਦੀ ਹੈ ਮੋਬਾਈਲਾਂ ਦੇ ਪਲਾਨ ਵਗੈਰਾ ਐਵਰੀ ਡੇ। ਤੇ ਜਿੱਦਣ ਅਸੀਂ ਗਏ ਪਲਾਨ ਲੈਣ ਤੇ ਉਹ ਕੰਪਨੀ ਵਾਲੇ ਕਹਿੰਦੇ ਵੀ ਅਸੀਂ ਨਹੀਂ, ਤਾਂ ਇਹ ਬੋਲੀ ਜਾਂਦੀ ਸੀਗੀ ਵੀ ਤੁਹਾਨੂੰ iPhone 12 ਫ੍ਰੀ ਮਿਲੂਗਾ ਵਿਦ ਐਨੀ ਅਮਾਊਂਟ ਦੇ ਪਲਾਨ ਨਾਲ, ਵੀ ਕੋਈ ਪੇਮੈਂਟ ਨਹੀਂ ਕਰਨੀ, 2 ਸਾਲਾਂ ਬਾਅਦ ਫੋਨ ਤੁਹਾਡਾ ਇਹ ਉਹ। ਅਸੀਂ ਉਸ ਹਿਸਾਬ ਨਾਲ ਗਏ ਤੇ ਜਦ ਉਹ ਕਹਿੰਦੇ ਜੀ ਇਹਦੇ 33 ਪਤਾ ਨਹੀਂ $35 ਪਰ ਮੰਥ ਐਕਸਟਰਾ। ਤੇ ਮੈਂ ਕਿਹਾ ਵੀ ਰੇਡੀਓ ਤੇ ਤਾਂ ਤੁਹਾਡੀ ਐਡ ਐਂ ਚੱਲਦੀ ਰਹਿੰਦੀ ਹੈ ਸਾਰਾ ਦਿਨ ਸੈਟਰਡੇ ਸੰਡੇ। ਜਾਂ $1400 ਹੋ ਗਿਆ ਜੀ 2 ਸਾਲਾਂ 'ਚ, ਫਿਰ ਉਹਨੇ ਦਾ ਹੀ ਫੋਨ ਆ ਉਹ। ਹਾਂਜੀ ਉਹੀ ਹੈ ਵੀ ਉਹਨੇ ਦਾ ਤਾਂ ਫੋਨ ਹੈ। ਫਿਰ ਉਹੀ ਹੈ ਨਾ 0 ਰੇਟ ਤੇ ਬੋਲ ਕੇ ਉਹ ਇੰਨਾ ਕਹਿੰਦੀ ਹੈ ਵੀ ਬਾਕੀ ਆ ਕੇ ਡੀਲਾਂ ਉੱਥੇ ਲਓ, ਤੁਹਾਨੂੰ ਹੋਰ ਵੀ ਬੈਟਰ ਮਿਲਣਗੀਆਂ, 2 ਲਓਗੇ ਐਂ ਹੋਊਗਾ। ਅੱਛਾ ਬਾਹਰ ਬੇਵੇਅਰ ਜੀ ਜਿਹੜੀ ਆ ਨਾ ਉਹ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਗਗਨ ਗਰੇਵਾਲ ਜੀ ਲਾਈਨ ਨੰਬਰ 3। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਸੁੱਖੀਵਾੜ ਬਾਰੇ ਗੱਲ ਕਰਨੀ ਤੇ ਆਪਾਂ ਗੱਡੀ ਲਈ ਸੀ, ਆਪਾਂ ਨੂੰ ਉਹਨਾਂ ਨੇ 22% ਤੇ ਦਿੱਤਾ ਸੀਗਾ। ਤੇ ਨੰਬਰ 2 ਤੇ ਉਹਨਾਂ ਨੇ ਆਪਾਂ ਨੂੰ ਚਿੱਠਾ ਦਿੱਤੀ ਸੀ, ਕਹਿੰਦੇ ਬਈ ਜਦੋਂ ਤੁਸੀਂ ਕਾਰ ਪੇਮੈਂਟਾਂ ਦੰਨ ਕਰਤੀਆਂ ਫਿਰ ਤੁਹਾਡੇ ਇਹ ਪੈਸੇ ਮੋੜ ਦਾਂਗੇ। ਮੁੜ ਕੇ ਮੋੜਿਆ ਕੁਛ ਨਹੀਂ ਗਾ ਬਾਈ। ਬਹੁਤ ਜ਼ਿਆਦਾ ਵਿਆਜ ਆ। ਅਮਰਜੀਤ ਚੀਮਾ ਜੀ ਲਾਈਨ ਨੰਬਰ 1। ਗਿੱਲ ਸਾਹਿਬ ਸੈਕੰਡ ਹੈਂਡ ਯੂਰਪੀਅਨ ਕਾਰ ਲੈਣ ਲੱਗਿਆ ਪਹਿਲਾਂ ਜੀ 10 ਵਾਰੀ ਸੋਚੋ, ਕਿਉਂਕਿ ਉਹਨੂੰ ਠੀਕ ਕਰਨ ਦਾ ਮਕੈਨਿਕ ਇਸ ਪੂਰੇ ਇਲਾਕੇ 'ਚ ਲੱਭਣਾ ਨਹੀਂ। ਮਕੈਨਿਕ ਤੀਰ ਤੁੱਕਾ ਮਾਰਦੇ ਨੇ, ਪੂਰੀ ਅਸੈਂਬਲੀ ਬਦਲ ਦਿੰਦੇ ਨੇ, ਬਾਅਦ 'ਚ ਦੂਜੇ ਮਕੈਨਿਕ ਕੋਲ ਲੈ ਕੇ ਉਹ ਕਹਿੰਦਾ ਯਾਰ ਤੂੰ ਕਾਹਤੋਂ ਚੇਂਜ ਕਰਾ ਲਈ। ਮੇਰੇ ਨਾਲ ਬੜੇ ਸੈਡ ਐਕਸਪੀਰੀਅੰਸ ਨੇ, ਮੈਂ ਪੂਰੇ ਐਕਸਪਲੇਨ ਨਹੀਂ ਕਰ ਸਕਦਾ। ਕੱਲ੍ਹ ਨੇ ਬੜੀ ਸੋਹਣੀ ਗੱਲ ਕਹੀ ਕਿ ਜਦੋਂ ਨਵੀਂ ਗੱਡੀ ਲਾਓ ਤੇ ਐਨਹਾਂਸ ਕੇਅਰ ਦੇ ਨਾਂ ਤੇ ਉਹ ਲੁੱਟ ਲੈਂਦੇ ਨੇ, $250 $3000 ਲੈ ਲੈਂਦੇ ਨੇ। ਦੱਸਦੇ ਨੇ ਤੁਹਾਨੂੰ ਜੀ ਜੇ ਤੁਹਾਡੀ ਨਵੀਂ ਗੱਡੀ ਕਿਤੇ ਰਸਤੇ 'ਚ ਖੜੀ ਹੋ ਗਈ ਤੇ ਤੁਹਾਡੀ ਟੋ ਟਰੱਕ ਆ ਜਾਏਗਾ, ਉਹ ਫ੍ਰੀ ਹੋਏਗਾ। ਉਹਨਾਂ ਨੂੰ ਪੁੱਛੋ ਵੀ ਜਿਹੜੀਆਂ ਖਾਸ ਕਰ ਜੈਪਨੀਜ਼ ਕਾਰਾਂ ਨੇ ਇਹ ਕਿੱਥੇ ਨਵੀਂ ਕਾਰ ਕਿੱਥੇ ਸੜਕ ਜਾ ਮੈਂ ਤਾਂ ਅੱਜ ਤੱਕ ਕਦੇ ਦੇਖੀ ਨਹੀਂ। ਇੰਨਾ ਝੂਠ ਬੋਲਿਆ ਜਾਂਦਾ ਔਰ ਉਹਨੂੰ ਕਨਵਿੰਸ ਕਰਨ ਲਈ ਨਾ ਉਹ ਜਿਹੜਾ $2-3 ਐਕਸਟਰਾ ਦਾ ਚੂਨਾ ਲਾਣਾ, 2-2 ਘੰਟੇ ਬਹਿ ਕੇ ਉਹ ਸਮਝਾਉਣ ਲੱਗਦੇ ਨੇ। ਦੇਖੋ ਉਹਨਾਂ ਦਾ ਇੱਕ ਤਰੀਕਾ ਆ, ਇਹ ਲੁੱਟਣ ਦਾ ਇੱਕ ਬੜਾ ਹੀ ਨਿਆਬ ਤਰੀਕਾ ਲੱਭਿਆ ਜੀ। ਧੰਨਵਾਦ ਜੀ, ਬਹੁਤ ਵਧੀਆ ਟੌਪਿਕ। ਮੈਂ ਇਹ ਕਾਰਾਂ ਤੇ ਨਾ ਜੀ ਇੱਕ ਸ਼ੋਅ ਕਰਨਾ ਹੈ, ਨੈਕਸਟ ਵੀਕ ਕਰਾਂਗਾ, ਜਿਹਦੇ ਥਰੂ 20-22 ਸਾਲਾਂ 'ਚ ਮੈਂ ਲੰਘਿਆ। ਮੈਂ ਵੀ ਤੁਹਾਨੂੰ ਤਜਰਬੇ 'ਚ ਦੱਸੂ, ਤੁਸੀਂ ਵੀ ਹੋ। ਜਿਹੜੀ ਕਾਰ ਬਾਏ ਕਰਨੀ ਹੈ ਉਹ ਕਿਸ ਤਰ੍ਹਾਂ ਬਾਏ ਕਰਨੀ ਹੈ। ਸਰ ਜਗਜੀਤ ਸਿੰਘ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਮੈਂ ਵੀ ਤੁਹਾਨੂੰ ਦੱਸਣਾ ਮੰਗਦਾ, ਆਪਣੇ ਕਾਰਾਂ ਜਿਹੜੇ ਆ ਇਹ ਦੱਸਦੇ ਤਾਂ ਰੇਡੀਓ ਸਟੇਸ਼ਨਾਂ ਤੇ ਆ ਕੇ ਤਾਂ ਕੁਛ ਹੋਰ ਦੱਸ ਜਾਂਦੇ ਆ। ਜਦੋਂ ਉੱਥੇ ਲੈਣ ਜਾਂਦੇ ਆ ਵਿਆਜ ਦਾ ਹੋਰ ਕੁਛ ਲਾਉਂਦੇ ਆ ਤੇ $1000 ਉੱਪਰ ਲਾ ਦਿੰਦੇ ਆ। ਉਹ ਜਦੋਂ ਬਾਅਦ ਚ ਪੇਪਰ ਬਣਾਉਂਦੇ ਆ ਤਾਂ $1000 ਉੱਪਰ ਪਾਤਾ ਫੀਸ ਦਾ, ਉਹ ਪਤਾ ਨਹੀਂ ਕਾਹਦੀ ਫੀਸ ਪਾਉਂਦੇ ਆ। ਬਿਲਕੁਲ ਜੀ, ਡਾਕੂਮੈਂਟੇਸ਼ਨ ਫੀਸ ਹੈ। ਜੇ 20 ਕਾਰਾਂ ਵੇਚੀਆਂ $20,000 ਦੀ ਡਾਕੂਮੈਂਟੇਸ਼ਨ ਫੀਸ ਹੋ ਗਈ ਜੀ। $4-4 ਵਾਲੇ 5 ਜਿਹੜੇ ਨੇ ਤੁਹਾਨੂੰ ਵਰਕਰ ਮਿਲ ਗਏ। ਇਹ ਤਾਂ ਫਿਰ ਇਹਦਾ ਮਤਲਬ ਕਾਰਾਂ ਡੀਲਰਸ਼ਿਪ ਨਾਲੋਂ ਇਹ ਤਾਂ ਵਿਆਜ ਤੇ ਪੈਸੇ ਦੇਣ ਵਾਲੀ ਕਹਾਣੀ ਆ ਜੇ 20-22% ਦੀ ਗੱਲ ਹੈ। ਪਰ ਕੋਈ ਕਿਸੇ ਨੂੰ ਉਹ ਕਹਿਣਗੇ ਅਸੀਂ ਕਿਹੜਾ ਸੜਕ ਤੋਂ ਕਿਸੇ ਨੂੰ ਫੜ ਕੇ ਲੈ ਕੇ ਆਏ ਆ ਨਾ। ਪਰ ਖਿਆਲ ਰੱਖੋ, ਇਹਦੇ ਨਾਲੋਂ ਤਾਂ 10,000 ਵਾਲੀ ਨਾਲੋਂ 4,000 ਵਾਲੀ ਲੈ ਲਓ ਮਿੱਤਰੋ, ਤੇ ਕੈਸ਼ ਲੈ ਲਓ। ਇਹ ਬਹੁਤ ਵਿਆਜ ਹੈ। ਇਹ ਤਾਂ ਕ੍ਰੈਡਿਟ ਕਾਰਡ ਦਾ ਵੀ ਵਿਆਜ ਨਹੀਂ 22%, ਤਾਂ ਉਹ ਵੀ 19% ਹੈ। ਉਹਦੇ ਬਾਅਦ ਚਿੱਪਾਂ ਲੱਗਣਗੀਆਂ, ਇਹ ਲੱਗੇਗਾ ਉਹ ਲੱਗੇਗਾ। ਦੇਖੋ ਉਹਨਾਂ ਨੇ ਆਪਣੀ ਪ੍ਰੋਟੈਕਸ਼ਨ ਲਈ ਸਭ ਕੁਝ ਕਰਨਾ ਹੈ। ਉਹਨਾਂ ਨੇ ਤੁਹਾਨੂੰ ਮਹਿੰਗਾ ਵੇਚਣਾ ਹੈ, ਇੰਟਰਸਟ ਰੇਟ ਉਹਨਾਂ ਨੇ ਲੈਣਾ ਹੈ। ਹਾਂ, ਐਡਵਰਟਾਈਜ਼ਮੈਂਟ ਦੇ ਵਿੱਚ ਹੋ ਸਕਦੀ ਹੈ ਗੱਲ, ਕੋਈ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਇਸ ਤਰ੍ਹਾਂ, ਪਰ ਤੁਸੀਂ ਮੇਕ ਸ਼ੋਰ ਕਰਨਾ ਜਾ ਕੇ, ਜਿਵੇਂ ਵਕੀਲ ਸਾਹਿਬ ਵੀ ਕਹਿੰਦੇ ਆ ਵੀ ਦਸਤਖਤ ਜਦ ਕਰਨੇ ਨੇ ਕੋਈ ਪੜ੍ਹਿਆ ਲਿਖਿਆ ਬੰਦਾ ਨਾਲ ਲੈ ਕੇ ਜਾਇਓ ਜਿਹੜਾ ਦੇਖੇ ਫਾਈਨ ਲਾਈਨ 'ਚ ਕੀ ਲਿਖਿਆ ਹੋਇਆ। ਹੁਣ ਜਿਹੜੇ ਲੋਕ ਦੁਖੀ ਨੇ ਉਹ ਫਿਰ ਦੁਖੀ ਤਾਂ ਆ ਕੇ ਬੋਲਦੇ ਆ ਜੀ,
ਇਹ 'ਚ ਕੀ ਕਰ ਸਕਦੇ ਹਾਂ? ਕੁਛ ਨਹੀਂ ਕਰ ਸਕਦੇ। ਔਰ ਮੈਂ ਕਿਸੇ ਦਾ ਗੱਲ ਵੀ ਨਹੀਂ ਕੱਟਣੀ ਚਾਹੁੰਦਾ, ਅਗਲਾ ਵਿੱਚ ਕਹੇ ਵੀ ਦੇਖੋ ਜੀ ਮੈਨੂੰ ਇਹ ਗੱਲ ਨਹੀਂ ਕਰ ਦਿੱਤੀ। ਮੈਂ ਇਹੋ ਜਿਹਾ ਸ਼ੋਅ ਨਹੀਂ ਕਰਨਾ ਵੀ ਜਿਹਦੇ 'ਚ ਮੈਂ ਕਿਸੇ ਦੀ ਗੱਲ ਨਾ ਪੂਰੀ ਸੁਣ ਸਕਾਂ। ਗੱਲ ਪੂਰੀ ਹੋਣੀ ਚਾਹੀਦੀ। ਪਰ ਮੈਂ ਇਸ ਗੱਲ ਤੋਂ ਇੱਕ ਦੁੱਖ ਦੀ ਕਹਾਣੀ ਇਹ ਹੈ ਵੀ ਜਿਸ ਭਾਈਚਾਰੇ ਨੇ ਨਾ ਸਾਨੂੰ ਇੰਨਾ ਕੁਝ ਦਿੱਤਾ ਹੋਵੇ, ਉਸ ਭਾਈਚਾਰੇ ਵੱਲ ਸਾਡੀ ਹੁਣ ਨਿਗਾਹ ਸਵੱਲੀ ਸਾਨੂੰ ਕਰਨੀ ਚਾਹੀਦੀ ਹੈ। ਜਦ ਪੈਸੇ ਦੀ ਤੋੜ ਨਾ ਹੋਵੇ ਕੋਲ, ਢੰਗ ਤਰੀਕੇ ਬਦਲਣੇ ਚਾਹੀਦੇ ਨੇ। ਵੈਸੇ ਵੀ ਉਮਰ ਬੰਦਾ 20 ਸਾਲ ਨਾਲ ਹੋਰ ਸੋਚਦਾ, 30 ਨਾਲ ਹੋਰ, 40 ਨਾਲ ਹੋਰ, 50 ਨਾਲ 100, 60 ਨਾਲ ਹੋਰ। ਅਤੇ ਦੁਖੀ ਮਨ ਨੂੰ ਜਦ ਜਿੱਥੇ ਅੱਗ ਨੂੰ ਆਕਸੀਜਨ ਮਿਲਣੀ ਆ, ਉਹਨੇ ਭਮੂਕਾ ਕੱਢਣਾ ਹੀ ਕੱਢਣਾ। ਹੁਣ ਗੱਲ ਤਾਂ ਕੰਜ਼ਿਊਮਰ ਪ੍ਰੋਟੈਕਸ਼ਨ ਦੀ ਚੱਲੀ ਸੀ, ਉਹਦੇ ਦੇ ਉੱਪਰ ਬਈ ਦੇਖੋ ਤੁਹਾਡੇ ਤਜਰਬੇ ਕੀ ਨੇ। ਤਜਰਬਿਆਂ ਦੇ ਵਿੱਚ 12 ਕਾਲਾਂ ਦੇ ਵਿੱਚੋਂ 8 ਕਾਲਾਂ ਯੂਜ਼ਡ ਕਾਰਾਂ ਦੀ ਡੀਲਰਸ਼ਿਪ ਵਾਲਿਆਂ ਦੀਆਂ, ਆਪਣੇ ਭਾਈਚਾਰੇ ਵਾਲਿਆਂ ਦੀਆਂ ਆਈਆਂ। ਬੇਨਤੀ ਹੈ ਖਿਆਲ ਰੱਖੋ। ਗੱਲ ਜਦ ਤੁਰਨ ਲੱਗ ਜਾਂਦੀ ਆ ਭਾਈਚਾਰੇ 'ਚ, ਫਿਰ ਹੋਰ ਮਾੜੀ ਹੋ ਜਾਂਦੀ ਆ। ਰੱਬ ਰਾਖਾ, ਕੱਲ੍ਹ ਨੂੰ ਮੁੜਦੇ ਹਾਂ।